PTN 24 ਪ੍ਰੋਗਰਾਮ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੇਰੇ ਨਾਮ ਹਨ ਸਟੂਡੀਓ ਦੇ ਵਿੱਚ ਸੰਦੀਪ ਕੋਸਲ ਵੱਲੋਂ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਮੇਸ਼ਾ ਦੀ ਤਰ੍ਹਾਂ ਅੱਜ ਵੀ ਅਸੀਂ ਪ੍ਰੋਗਰਾਮ ਦੇ ਵਿੱਚ ਜਿਹੜੀ ਗੱਲਬਾਤ ਕਰਾਂਗੇ ਉਹ ਬਹੁਤ ਹੀ ਪਿਆਰਾ ਜਿਹਾ ਟੌਪਿਕ, ਆਪਣੇ ਸਾਰਿਆਂ ਦਾ ਫੇਵਰਿਟ ਟੌਪਿਕ ਜਿਹੜਾ ਹੈਗਾ ਆ ਆਪਟੀਮਲ ਹੈਲਥ ਤੇ weight ਨੂੰ ਕਿਸ ਤਰੀਕੇ ਨਾਲ ਅਸੀਂ ਮੈਨੇਜ ਕਰ ਸਕਦੇ ਉਹਦੇ ਬਾਰੇ ਗੱਲਬਾਤ ਕਰਾਂਗੇ। ਸੋ ਇਸ ਤੋਂ ਗੱਲਬਾਤ ਕਰਨ ਤੋਂ ਪਹਿਲਾਂ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੀ ਆ ਕਿ ਇੰਟੀਰੀਓ ਦੇ ਵਿੱਚ ਦੁਬਾਰਾ ਫਿਰ ਐਮਰਜੈਂਸੀ ਡਿਕਲੇਅਰ ਹੋਈ ਆ, ਲਾਕਡਾਊਨ ਚੱਲ ਰਿਹਾ। ਸੋ ਸਾਰੇ ਆਪਾਂ ਇਸ ਚੀਜ਼ ਦਾ ਧਿਆਨ ਰੱਖੀਏ ਕਿ ਜਿਹੜਾ ਜ਼ਰੂਰੀ ਕੰਮ ਆ ਸਾਡਾ ਸਿਰਫ ਅਸੈਂਸ਼ੀਅਲਸ ਲਈ ਹੀ ਬਾਹਰ ਜਾਈਏ। ਸੋ ਇਹਦੇ ਵਿੱਚ ਪਾਰਟਿਸਿਪੇਟ ਕਰੀਏ, ਆਪਣੇ ਆਪ ਨੂੰ ਸੇਫ ਰੱਖੀਏ ਤੇ ਦੂਜਿਆਂ ਨੂੰ ਸੇਫ ਰਹਿਣ ਦੇ ਵਿੱਚ ਆਪਣਾ ਯੋਗਦਾਨ ਪਾਈਏ। ਸੋ ਇਸ ਕਰਕੇ ਜੇ ਸਾਨੂੰ ਸਿਰਫ ਕੋਈ ਬਹੁਤ ਹੀ ਜ਼ਿਆਦਾ ਜ਼ਰੂਰੀ ਕੰਮ ਤੇ ਜਾ ਰਹੇ ਆ ਜਾਂ ਸਾਡੀ ਗਰੋਸਰੀ ਲਈ ਅਸੈਂਸ਼ੀਅਲ ਕੰਮ ਆ ਤਾਂ ਹੀ ਘਰੋਂ ਬਾਹਰ ਜਾਓ ਤੇ ਆਪਣੇ ਆਪ ਨੂੰ ਜ਼ਰੂਰ ਸੇਫ ਰੱਖੋ। ਇੱਕ ਜ਼ਰੂਰ ਇਹ ਮੈਸੇਜ ਦੇਣਾ ਚਾਹੁੰਦੇ ਆ। ਸੋ ਇਹ ਵੀ ਬਹੁਤ ਵੱਡਾ ਸਾਡੇ ਸਾਰਿਆਂ ਦੀ ਹੈਲਥ ਦੇ ਲਈ ਹੀ ਗਵਰਨਮੈਂਟ ਜਿਹੜੇ ਵੀ ਉਪਰਾਲੇ ਕਰ ਰਹੀ ਆ ਕਿ ਅਸੀਂ ਸਾਰੇ ਸੇਫ ਰਹਿ ਸਕੀਏ, ਆਪਣੇ ਆਪ ਨੂੰ ਕੋਵਿਡ ਤੋਂ ਬਚਾ ਸਕੀਏ। ਈਵਨ ਵੈਕਸੀਨ ਜੇ ਤੁਹਾਡੀ ਏਜ ਦੇ ਮੁਤਾਬਕ ਤੁਸੀਂ ਇਹਦੇ ਲਈ ਮਤਲਬ ਕੁਆਲੀਫਾਈ ਕਰਦੇ ਆ ਤੇ ਜ਼ਰੂਰ ਆਪਣੇ ਵੈਕਸੀਨ ਜ਼ਰੂਰ ਲਗਵਾਓ। ਤੇ ਇਹਦੀ ਨਾਲ ਦੀ ਨਾਲ ਜਿਵੇਂ ਆਪਾਂ ਨੂੰ ਪਤਾ ਕਿ ਸਿਹਤ ਜਿਹੜੀ ਆਪਣੀ ਹੈਗੀ ਆ, ਚੰਗੀ ਸਿਹਤ ਇੱਕ ਸਭ ਤੋਂ ਵੱਡਾ ਆਪਣੇ ਲਈ ਇਹ ਇੱਕ ਖਜ਼ਾਨਾ ਆ, ਇੱਕ ਸਭ ਤੋਂ ਇੰਪੋਰਟੈਂਟ ਚੀਜ਼ ਹੈ ਆਪਣੇ ਲਈ। ਸੋ ਇਹਦੇ ਬਾਰੇ ਹੀ ਅਗੇਨ ਹੈਗਾ ਕਿ ਇੱਕ ਤਾਂ ਇਹ ਸੇਫਟੀ ਨੂੰ ਧਿਆਨ 'ਚ ਰੱਖੀਏ, ਘਰਾਂ ਦੇ ਵਿੱਚ ਰਹੀਏ, ਆਪਣੇ ਬਾਹਰ ਨਾ ਜਾਈਏ, ਬਿਨਾਂ ਮਤਲਬ ਤੋਂ ਬਾਹਰ ਨਾ ਜਾਈਏ। ਸੋ ਦੂਸਰਾ ਹੈਗਾ ਕਿ ਅਸੀਂ ਇਸ ਦੌਰਾਨ ਜਿੱਥੇ ਕਿ ਸਾਡੀ ਹੁਣ ਐਕਟੀਵਿਟੀ ਬਹੁਤ ਜ਼ਿਆਦਾ ਘਟ ਗਈ ਆ, ਜਿਵੇਂ ਕਿ ਪਹਿਲਾਂ ਸਾਡਾ ਬਾਹਰ ਆਉਣਾ ਜਾਣਾ, ਇੱਕ ਦੂਜੇ ਵੱਲ ਆਉਣਾ ਜਾਣਾ ਸੀ, ਐਕਟੀਵਿਟੀਜ਼ ਸੀਗੀਆਂ ਆਪਣੀਆਂ ਆਉਣ ਜਾਣ ਦੀਆਂ, ਤੇ ਹੁਣ ਅਸੀਂ ਬਿਲਕੁਲ ਹੀ ਘਰਾਂ ਦੇ ਵਿੱਚ ਆਪਣੇ ਆਪ ਨੂੰ ਬੰਦ ਕੀਤਾ ਆ। ਤੇ ਇਸ ਦੌਰਾਨ ਜਿਹੜਾ ਆ ਹੋਰ ਵੀ ਸਾਨੂੰ ਇਹ ਸਮੱਸਿਆ ਆ ਰਹੀ ਆ ਕਿ ਮੱਲੋ ਮੱਲੀ ਜਿਹੜਾ ਭਾਰ ਆ ਸਾਡੇ ਉਹ ਵੱਧ ਰਹੇ ਆ। ਸੋ ਇਹਦੇ ਲਈ ਕੁਝ ਟਿਪਸ ਦੇਵਾਂਗੇ ਕਿਸ ਤਰੀਕੇ ਨਾਲ ਇਹਨੂੰ ਮੈਨੇਜ ਕਰ ਸਕਦੇ ਆ। ਸੋ ਸਭ ਤੋਂ ਪਹਿਲਾਂ ਤਾਂ ਚੈੱਕ ਜ਼ਰੂਰ ਕਰੋ ਆਪਣੇ ਆਪ ਨੂੰ। ਕਈ ਵਾਰ ਆਪਾਂ ਕੇਅਰ ਨਹੀਂ ਕਰਦੇ ਜਾਂ ਚੈੱਕ ਨਹੀਂ ਕਰਦੇ ਕਿ ਮੇਰਾ ਕਿੰਨਾ ਕੁ weight ਹੈਗਾ ਜਾਂ ਪਹਿਲਾਂ ਕਿੰਨਾ ਸੀ ਜਾਂ ਹੁਣ ਕਿੰਨਾ ਆ। ਸੋ ਸਭ ਤੋਂ ਪਹਿਲਾਂ ਅਸੀਂ ਇੱਕ ਮਸ਼ੀਨ ਦੀ ਗੱਲਬਾਤ ਕਰਾਂਗੇ, ਉਮਰਾਨ ਇੱਕ ਸਕੇਲ ਦੀ ਗੱਲਬਾਤ ਕਰਾਂਗੇ ਕਿ ਜਿਹਦੇ ਵਿੱਚ ਤੁਸੀਂ ਆਪਣਾ ਬੋਡੀ ਮਾਸ ਇੰਡੈਕਸ ਆਪਣਾ ਚੈੱਕ ਕਰ ਸਕਦੇ ਆ। ਬੋਡੀ ਦੇ ਵਿੱਚ ਫੈਟ ਕਿੰਨੀ ਆ, ਬੋਡੀ ਦੇ ਵਿੱਚ ਕਿੰਨੀਆਂ ਕੈਲੋਰੀਜ਼ ਆ, ਤੁਹਾਡੇ ਮਸਲ ਕਿੱਦਾਂ ਦੇ ਆ, ਵਿਸਲ ਫੈਟ ਜਿਹੜੀ ਆਰਗਨਸ ਦੇ ਦੁਆਲੇ ਜੰਮਿਓ ਫੈਟ ਆ ਉਹ ਕਿੰਨੀ ਕੁ ਹੈਗੀ ਆ, ਤੇ ਇਸ ਤਰੀਕੇ ਦੇ ਨਾਲ ਤੁਹਾਡੀ ਬੋਡੀ ਦੀ ਏਜ ਕਿੰਨੀ ਹੈਗੀ ਆ। ਸੋ ਇਸ ਤਰੀਕੇ ਦੇ ਨਾਲ ਸਾਰਾ ਇੰਟਰਨਲੀ ਅਸੀਂ ਬੋਡੀ ਦਾ ਚੈੱਕਅਪ ਕਰ ਸਕਦੇ ਆ। ਸੋ ਈਵਨ ਆਨਲਾਈਨ ਇੱਕ ਐਪਸ ਇੱਦਾਂ ਦੀਆਂ ਆ ਜਾਂਦੀਆਂ ਜਾਂ ਤੁਸੀਂ ਸਰਚ ਕਰ ਸਕਦੇ ਆ ਕਿ ਤੁਹਾਡੀ ਹਾਈਟ ਦੇ ਹਿਸਾਬ ਦੇ ਨਾਲ ਤੁਹਾਡਾ ਜਿਹੜਾ ਆਈਡਲ weight ਆ ਉਹ ਕਿੰਨਾ ਹੋਣਾ ਚਾਹੀਦਾ। ਮਤਲਬ ਬਹੁਤ ਕੁਝ ਸਾਡੇ ਲਈ ਅਵੇਲੇਬਲ ਹੈਗਾ ਆ ਜੇ ਅਸੀਂ ਕੋਸ਼ਿਸ਼ ਕਰਦੇ ਆ ਕਿ ਅਸੀਂ ਸ਼ੇਪ ਦੇ ਵਿੱਚ ਰਹੀਏ ਜਾਂ ਅਸੀਂ ਜਿਹੜੇ ਭਿਆਨਕ ਡਿਜ਼ੀਜ਼ ਆ, ਨਾਟ ਓਨਲੀ ਸ਼ੇਪ ਦੇ ਵਿੱਚ ਰਹਿਣਾ ਕਿ ਸੋਹਣਾ ਲੱਗਣ ਦੇ ਲਈ ਹੈਗਾ, ਤੁਸੀਂ ਆਪਣੇ ਆਪ ਨੂੰ ਜਿਹੜੇ ਭਿਆਨਕ ਡਿਜ਼ੀਜ਼ ਹੈਗੇ ਆ ਉਹਨਾਂ ਤੋਂ ਵੀ ਆਪਣੇ ਆਪ ਨੂੰ ਬਚਾ ਸਕਦੇ ਆ। ਜਿਵੇਂ ਹਾਈ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਆ ਜਾਂਦੀ ਆ weight ਦੇ ਵਧਣ ਦੇ ਨਾਲ, ਟਾਈਪ 2 ਡਾਇਬਟੀਜ਼ ਦੀ ਪ੍ਰੋਬਲਮ, ਹੋਰ ਹਾਰਟ ਦੇ ਨਾਲ ਰਿਲੇਟਡ ਬਹੁਤ ਸਾਰੀਆਂ ਪ੍ਰੋਬਲਮਸ ਜਿਹੜੀਆਂ ਸਾਨੂੰ ਭਾਰ ਵਧਣ ਦੇ ਨਾਲ ਆ ਜਾਂਦੀਆਂ। ਸੋ ਸੰਦੀਪ ਜੀ ਥੋੜ੍ਹਾ ਜਿਹਾ ਤੁਸੀਂ ਸਾਨੂੰ ਦੱਸੋ ਕਿ ਕਿਹੜੀਆਂ ਸਮੱਸਿਆਵਾਂ ਆ ਜਾਂਦੀਆਂ ਸਾਨੂੰ ਜੇ ਅਸੀਂ ਆਪਣੇ weight ਨੂੰ ਨਹੀਂ ਚੈੱਕ ਦੇ ਵਿੱਚ ਰੱਖਦੇ ਜਾਂ ਓਵਰਵੇਟ ਹੋ ਜਾਂਦੇ ਆ ਜਾਂ ਓਬੀਜ਼ ਹੋ ਜਾਂਦੇ ਆ, ਤੇ ਕਿਸ ਤਰੀਕੇ ਦੀਆਂ ਸਮੱਸਿਆਵਾਂ ਸਾਨੂੰ ਆ ਸਕਦੀਆਂ। ਮਨਜੀਤ ਜੀ ਤਾਂ ਤੁਸੀਂ ਆਲਰੇਡੀ ਕੁਛ ਕਹਿ ਹੀ ਦਿੱਤੀਆਂ ਹੈਗੀਆਂ ਆ। ਸਾਨੂੰ ਹਾਰਟ ਦੀਆਂ ਡਿਜ਼ੀਜ਼ ਆਉਂਦੀਆਂ, ਹਾਈ ਬਲੱਡ ਪ੍ਰੈਸ਼ਰ ਹੋ ਗਿਆ, ਕੋਲੇਸਟਰੋਲ ਜਿਹੜੀ ਆ ਵੱਧ ਜਾਂਦੀ ਆ, ਡਾਇਬਟੀਜ਼ ਦੀ ਸਾਨੂੰ ਖਤਰੇ ਤੇ ਅਸੀਂ ਆ ਜਾਂਦੇ ਆ। ਬਹੁਤ ਜ਼ਿਆਦਾ weight ਨਾਲ ਸਾਡੇ ਜੁਆਇੰਟਸ ਤੇ ਐਕਸਟਰਾ ਪ੍ਰੈਸ਼ਰ ਪੈਂਦਾ, ਸਾਨੂੰ ਜੁਆਇੰਟਸ ਦੀ ਪ੍ਰੋਬਲਮ ਆ ਜਾਂਦੀ ਆ। ਦੈਨ ਸਲੀਪਿੰਗ ਡਿਸਆਰਡਰ ਆ ਜਾਂਦੇ ਆ, ਜਿੱਦਾਂ ਕਈਆਂ ਦਾ ਮਤਲਬ ਭਾਰ ਵਧਣ ਦੇ ਨਾਲ ਉਹਨਾਂ ਨੂੰ ਜਦੋਂ ਰਾਤ ਨੂੰ ਸੌਂਦੇ ਆ ਸਮ ਟਾਈਮ ਉਹਨਾਂ ਨੂੰ ਫੀਲ ਹੁੰਦਾ ਕਿ ਉਹਨਾਂ ਨੂੰ ਇੱਕਦਮ ਬਰੀਦਿੰਗ ਸਟਾਪ ਹੋਣ ਦੀ ਪਈ ਆ। ਸੋ ਮਤਲਬ ਇੱਦਾਂ ਦੀਆਂ ਸਲੀਪਿੰਗ ਡਿਸਆਰਡਰ ਵੀ ਹੋ ਜਾਂਦੇ ਆ। ਫਿਰ ਇਹਦੇ ਵਿੱਚ ਹਾਈਪਰ ਟੈਨਸ਼ਨ ਤੁਸੀਂ ਰਹਿਣ ਲੱਗ ਪੈਂਦੇ ਆ, ਡਿਪਰੈਸ਼ਨ ਆ ਜਾਂਦਾ ਆ ਜਦੋਂ ਤੁਸੀਂ ਓਬੀਜ਼ ਹੁੰਦੇ ਆ। ਸੋ ਦੇਰ ਆਰ ਸੋ ਮੈਨੀ ਅਦਰ
ਜਿਹੜੀਆਂ ਬਿਮਾਰੀਆਂ ਹੈਗੀਆਂ ਸਾਡੀ ਮੋਟਾਪੇ ਨਾਲ ਹੀ ਰਿਲੇਟਡ ਹੈਗੀਆਂ ਆ। ਸੋ ਸਮ ਟਾਈਮ ਸਾਨੂੰ ਕੁਛ ਇੱਕ ਦਾ ਗਿਆਨ ਹੁੰਦਾ ਹੈ ਕਿ ਆਪਾਂ ਨੂੰ ਲੱਗਦਾ ਕਿ ਹਾਂ ਮੇਰੇ ਜੋੜ ਜ਼ਿਆਦਾ ਦੁਖਣ ਲੱਗ ਪਏ ਕਿਉਂਕਿ ਮੇਰੇ ਭਾਰ ਵਧਣ ਲੱਗ ਪਿਆ ਹੈ ਜਾਂ ਮੇਰਾ ਕੋਲੇਸਟ੍ਰੋਲ ਹਾਈ ਹੋਣ ਲੱਗ ਪਿਆ। ਪਰ ਉਸ ਤੋਂ ਬਿਨਾਂ ਵੀ ਜਿੱਦਾਂ ਡਿਪਰੈਸ਼ਨ ਤੱਕ ਵੀ ਤੁਹਾਡਾ ਮੋਟਾਪਾ ਸਾਨੂੰ ਲਿਆ ਕੇ ਦੇ ਸਕਦਾ ਆ। ਸੋ ਇਹ ਆਪਣੇ ਆਪ 'ਚ ਹੀ ਬਹੁਤ ਸਾਰੀਆਂ ਬਿਮਾਰੀਆਂ ਦਾ ਘਰ ਵੱਡੀ ਬਿਮਾਰੀ ਆਪਣੇ ਆਪ ਦੇ ਵਿੱਚ ਹੀ ਹੈਗੀ ਆ ਜੇ ਅਸੀਂ ਆਪਣੇ weight ਨੂੰ ਨਹੀਂ ਚੈੱਕ ਵਿੱਚ ਰੱਖਦੇ ਜਾਂ ਨਹੀਂ ਇਹਦੇ ਵੱਲ ਧਿਆਨ ਦਿੰਦੇ। ਮਤਲਬ ਤੁਸੀਂ ਦੇਖੋ weight ਨੂੰ ਮੈਨੇਜ ਕਰਨ ਦੇ ਲਈ ਜਾਂ weight ਨੂੰ ਘਟਾਉਣ ਲਈ ਹੀ ਸਾਨੂੰ ਐਫਰਟਸ ਪਾਉਣੇ ਪੈਂਦੇ ਆ। ਜੇ ਅਸੀਂ ਕੋਈ ਐਫਰਟਸ ਨਹੀਂ ਪਾ ਰਹੇ ਇਹਦਾ ਮਤਲਬ ਅਸੀਂ ਆਟੋਮੈਟਿਕਲੀ ਜਿਹੜਾ weight ਆ ਉਹ ਗੇਨ ਕਰ ਰਹੇ। ਬਿਲਕੁਲ, ਜਿੱਦਾਂ ਮਨਜੀਤ ਜੀ ਜੋ ਅਸੀਂ ਕੈਲੋਰੀਜ਼ ਇਨਟੇਕ ਕਰ ਰਹੇ ਹੈਗੇ ਆ ਔਰ ਜਿੰਨੀਆਂ ਕਿ ਅਸੀਂ ਫਿਜ਼ੀਕਲ ਐਕਟੀਵਿਟੀ ਕਰਕੇ ਬਰਨ ਕਰ ਰਹੇ ਹੈਗੇ ਆ ਉਹ ਉਨੀਆਂ ਕੁ ਬਰਨ ਹੋ ਗਿਆ। ਜਿਹੜੀਆਂ ਐਕਸਟਰਾ ਹੈਗੀਆਂ ਆ ਉਹ ਤੁਹਾਡੀ ਫੈਟ ਹੈਗੀ ਆ, ਉਹ ਤੁਹਾਡਾ ਜਿਹੜਾ ਮੋਟਾਪਾ ਬਣਨਾ ਆ। ਸੋ ਇਹ ਮਤਲਬ ਇੱਕ ਬੈਲੈਂਸ ਰੱਖਣਾ ਬਹੁਤ ਜ਼ਰੂਰੀ ਆ। ਜਿੱਦਾਂ ਸਟਾਰਟਿੰਗ ਦੇ ਵਿੱਚ ਤੁਸੀਂ ਕਿਹਾ ਹੈਗਾ ਆ ਕਿ ਆਪਣੇ ਆਪ ਨੂੰ ਫਿਜ਼ੀਕਲੀ ਐਕਟਿਵ ਰੱਖਣਾ। ਜਿਹੜੀ ਇਹ weight ਦੀ ਪ੍ਰੋਬਲਮ ਹੈਗੀ ਆ ਇਹ ਕੋਈ ਬਹੁਤ ਜ਼ਿਆਦਾ ਜੈਨੇਟਿਕ ਨਹੀਂ ਹੈਗੀ। ਬਹੁਤ ਘੱਟ ਲੋਕ ਆ ਜਿਨ੍ਹਾਂ ਨੂੰ ਕੋਈ ਮੈਡੀਕਲ ਕੰਡੀਸ਼ਨ ਕਰਕੇ ਇਹ ਪ੍ਰੋਬਲਮ ਆਉਂਦੀ ਹੈ weight ਦੀ। ਬਟ ਮੋਸਟ ਆਫ ਦਾ ਟਾਈਮ ਕੀ ਹੁੰਦਾ ਆ ਕਿ ਇਹ ਸਾਡੇ ਇੱਕ ਲਾਈਫ ਸਟਾਈਲ ਦੀ ਪ੍ਰੋਬਲਮ ਹੈਗੀ ਆ। ਜਿੱਦਾਂ ਹੁਣ ਕਰੋਨਾ ਦੇ ਵਿੱਚ ਆਪਾਂ ਮੋਸਟਲੀ ਪੀਪਲ ਘਰ ਹੈਗੇ ਆ, ਚਾਹੇ ਬਾਹਰਲਾ ਛੱਡ ਦਿੱਤਾ, ਹੁਣ ਊਬਰ ਈਟ, ਸਕਿਪ ਦਾ ਡਿਸ਼ਜ਼, ਅਸੀਂ ਘਰ ਬੈਠੇ ਵੀ ਬਾਹਰਲਾ ਹੀ ਖਾ ਰਹੇ ਹੈਗੇ ਆ। ਸੋ ਔਨ ਦਾ ਟੌਪ ਆਫ ਦੈਟ ਫਿਜ਼ੀਕਲ ਐਕਟੀਵਿਟੀ ਨਹੀਂ ਸਾਡੀ ਰਹੀ ਉਨੀ ਜਿੰਨੀ ਸਾਡੀ ਹੁੰਦੀ ਸੀ ਜਾਂ ਜਿੰਨੀ ਸਾਡੀ ਹੋਣੀ ਚਾਹੀਦੀ ਹੈਗੀ ਆ। ਔਰ ਅਸੀਂ ਐਕਟਿਵਲੀ ਐਫਰਟਸ ਵੀ ਨਹੀਂ ਪਾ ਰਹੇ ਆਪਣੀ ਫਿਜ਼ੀਕਲ ਐਕਟੀਵਿਟੀ ਨੂੰ ਇਨਕਰੀਜ਼ ਕਰਨ ਲਈ, ਕਿਉਂਕਿ ਜਦੋਂ ਸਾਡੀ ਫਿਜ਼ੀਕਲ ਐਕਟੀਵਿਟੀ ਡਿਕਰੀਜ਼ ਹੁੰਦੀ ਆ ਸਾਡਾ ਮੈਟਾਬੋਲਿਜ਼ਮ ਵੀ ਡਿਕਰੀਜ਼ ਹੁੰਦਾ। ਸੋ ਜਦੋਂ ਅਸੀਂ ਮੈਟਾਬੋਲਿਜ਼ਮ ਸਾਡਾ ਸਟਰੋਂਗ ਨਹੀਂ ਹੈਗਾ ਉਹਦੇ ਨਾਲ ਵੀ ਸਾਡਾ ਭਾਰ ਵਧਣਾ ਹੀ ਵਧਣਾ ਆ। ਸੋ ਮਤਲਬ ਜੇ ਤੁਸੀਂ ਇਨਪੁਟ ਜ਼ਿਆਦਾ ਹੈਗੀ ਆ ਉਹ ਉਨੀ ਬਰਨ ਹੋ ਨਹੀਂ ਰਹੀ ਤੁਹਾਡੇ ਫੂਡ ਦੀ ਤੇ ਉਹਨੇ ਜਿਹੜੀ ਆ ਫੈਟ ਦੇ ਵਿੱਚ ਹੀ ਤੁਹਾਡੀ ਬੋਡੀ 'ਚ ਸਟੋਰ ਹੋਣਾ ਹੈਗਾ। ਸੋ ਇਹ ਲਾਈਫ ਸਟਾਈਲ ਪ੍ਰੋਬਲਮ ਆ ਤੇ ਇਹਨੂੰ ਅਸੀਂ ਬਹੁਤ ਹੱਦ ਤੱਕ ਆਪਣੇ ਲਾਈਫ ਸਟਾਈਲ ਨੂੰ ਸਹੀ ਰੱਖ ਕੇ ਹੈਲਪ ਲੈ ਕੇ ਇਹਨੂੰ ਆਪਾਂ ਕੰਟਰੋਲ ਕਰ ਸਕਦੇ ਹੈਗੇ ਆ। ਮੀਨਸ ਕਿ ਇਹ ਇੱਕ ਲਾਈਫ ਸਟਾਈਲ ਪ੍ਰੋਬਲਮ ਆ। ਜੇ ਅਸੀਂ ਆਪਣੇ ਲਾਈਫ ਸਟਾਈਲ ਨੂੰ ਨਹੀਂ ਚੈੱਕ ਕਰ ਰਹੇ, ਲਾਈਫ ਸਟਾਈਲ ਨੂੰ ਨਹੀਂ ਵਾਚ ਕਰ ਰਹੇ ਕਿ ਸਾਡੀਆਂ ਆਦਤਾਂ ਕਿਸ ਤਰੀਕੇ ਦੀਆਂ ਹੈਗੀਆਂ, ਸੋ ਅਸੀਂ ਕਿੰਨਾ ਡਿਸਪਲਿਨ ਹੈਗੇ ਆ ਤੇ ਅਸੀਂ ਆਟੋਮੈਟਿਕਲੀ ਜਿਹੜਾ weight gain ਵੱਲੋਂ ਚਲੇ ਜਾਂਦੇ ਹਾਂ। ਜਿਵੇਂ ਆਪਾਂ ਨਾਰਮਲੀ ਕਹਿੰਦੇ ਆ ਕਿ ਐਵਰੇਜ ਪਰਸਨ ਨੂੰ ਅਕੋਰਡਿੰਗ ਟੂ ਉਹਨਾਂ ਦਾ ਜੈਂਡਰ ਕੀ ਹੈਗਾ ਆ, ਅਕੋਰਡਿੰਗ ਟੂ ਉਹਨਾਂ ਦੀ ਹਾਈਟ ਕਿੰਨੀ ਕੁ ਹੈਗੀ ਆ, ਅਕੋਰਡਿੰਗ ਟੂ ਉਹਨਾਂ ਦੀ ਏਜ ਕਿੰਨੀ ਕੁ ਹੈਗੀ ਆ, ਉਹਦੇ ਅਕੋਰਡਿੰਗਲੀ ਜਿਹੜੀਆਂ ਕੈਲੋਰੀਜ਼ ਆ 1800 ਤੋਂ 2500 ਕੈਲੋਰੀ ਜਿਹੜੀਆਂ ਇਨ ਬਿਟਵੀਨ ਇੰਨੀਆਂ ਕੁ ਕੈਲੋਰੀਜ਼ ਇੱਕ ਐਵਰੇਜ ਪਰਸਨ ਨੂੰ ਚਾਹੀਦੀਆਂ। ਪਰ ਜਿਹੜੀਆਂ ਅਸੀਂ ਡੇ ਦੇ ਵਿੱਚ ਲੈ ਰਹੇ ਆ ਐਵਰੇਜ ਪਰਸਨ 3100 ਤੋਂ ਲੈ ਕੇ 3700 ਤੱਕ ਜਿਹੜੀਆਂ ਕੈਲੋਰੀਜ਼ ਉਹ ਕੰਜ਼ਿਊਮ ਕਰ ਰਹੇ ਆ। ਬਿਲਕੁਲ। ਸੋ ਜਿਹੜੀਆਂ ਐਕਸਟਰਾ ਕੈਲੋਰੀਜ਼ ਸੇਮ ਲਾਈਕ ਬੈਂਕ ਅਕਾਊਂਟ, ਜਿਵੇਂ ਆਪਾਂ ਬੈਂਕ ਅਕਾਊਂਟ ਨੂੰ ਲਾਸਟ ਟਾਈਮ ਦੀ ਤਰ੍ਹਾਂ ਦੱਸਿਆ ਸੀ ਕਿ ਮਨੀ ਨੂੰ ਅਸੀਂ ਦੇਖਦੇ ਹਾਂ ਕਿੰਨੀ ਬਣਾਈ, ਕਿੰਨੀ ਅਸੀਂ ਸਪੈਂਡ ਕੀਤੀ, ਕਿੰਨੀ ਅਸੀਂ ਸੇਵ ਕਰ ਲਈ। ਸੋ ਸੇਮ ਵੇ ਸਾਡੀਆਂ ਕੈਲੋਰੀਜ਼ ਦੇ ਵਿੱਚ ਹੈਗਾ ਕਿ ਕਿੰਨੀਆਂ ਕੈਲੋਰੀਜ਼ ਅਸੀਂ ਇਨਟੇਕ ਕੀਤੀਆਂ, ਕਿੰਨੀਆਂ ਲਈਆਂ, ਕਿੰਨੀਆਂ ਅਸੀਂ ਬਰਨ ਕੀਤੀਆਂ, ਕਿੰਨੀਆਂ ਸਾਡੀ ਬੋਡੀ ਨੇ ਸਟੋਰ ਕਰ ਲਈਆਂ। ਜੇ ਸਾਡੀ ਬੋਡੀ ਜਿਹੜੀ ਆ ਐਕਸਟਰਾ ਕੈਲੋਰੀਜ਼ ਸਟੋਰ ਕਰ ਰਹੀ ਆ ਆਟੋਮੈਟਿਕਲੀ ਅਸੀਂ ਸਾਲ ਦਾ ਜਿਹੜਾ ਆ 10 ਪਾਉਂਡ ਤੱਕ ਆਟੋਮੈਟਿਕਲੀ weight gain ਕਰ ਲੈਣਾ ਹੈ। ਬਿਲਕੁਲ। ਤੇ ਇਸ ਕਰਕੇ ਸਾਨੂੰ ਇਹਨਾਂ ਨੂੰ ਚੈੱਕ ਕਰਨਾ, ਬਹੁਤ ਹੈਬਿਟਸ ਨੂੰ ਚੈੱਕ ਕਰਨਾ, ਆਪਣੇ ਆਪ ਨੂੰ ਡਿਸਪਲਿਨ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗਾ। ਹੁਣ ਜਦੋਂ ਅਸੀਂ ਫੂਡ ਖਾਂਦੇ ਆ, ਫੂਡ ਦੇ ਵਿੱਚ ਅਸੀਂ ਕਾਰਬਸ ਲੈਂਦੇ ਆ, ਫੈਟ ਲੈਂਦੇ ਆ, ਪ੍ਰੋਟੀਨ ਲੈਂਦੇ ਆ, ਫਾਈਬਰ ਲੈਂਦੇ ਆ। ਇਹਦੇ ਵਿੱਚ ਗੁੱਡ ਫੈਟ ਵੀ ਹੈਗੀ ਆ, ਬੈਡ ਫੈਟ ਵੀ ਹੈਗੀ ਆ, ਗੁੱਡ ਪ੍ਰੋਟੀਨ ਵੀ ਆ, ਬੈਡ ਪ੍ਰੋਟੀਨ ਵੀ ਆ, ਗੁੱਡ ਕਾਰਬਸ ਵੀ ਆ, ਬੈਡ ਕਾਰਬਸ ਵੀ ਆ। ਸੋਰਸ ਕੀ ਹੈਗਾ ਇਹਨਾਂ ਦਾ ਜਿਹੜੇ ਅਸੀਂ ਲੈ ਰਹੇ ਆ ਆਪਣੀ ਡਾਈਟ ਦੇ ਵਿੱਚ, ਸੋ ਉਹਦੇ ਬਾਰੇ ਵੀ ਥੋੜਾ ਜਿਹਾ ਗੱਲਬਾਤ ਕਰਦੇ ਆ। ਜਿਵੇਂ ਅਸੀਂ ਗੱਲਬਾਤ ਕਰਦੇ ਆ ਕਿ ਕੈਲੋਰੀਜ਼, ਹੁਣ ਕੈਲੋਰੀਜ਼ ਲੈਣੀਆਂ ਉਹਦੇ ਵਿੱਚ ਜੰਕ ਫੂਡ ਤੋਂ ਵੀ ਆਪਾਂ ਨੂੰ ਕੈਲੋਰੀਜ਼ ਮਿਲ ਜਾਣੀਆਂ, ਰਾਈਟ। ਸੋ ਉਹਦੇ ਵਿੱਚ ਫਰੂਟਸ ਐਂਡ ਵੈਜੀਟੇਬਲਸ ਤੋਂ ਵੀ ਸਾਨੂੰ ਕੈਲੋਰੀਜ਼ ਮਿਲ ਜਾਣੀਆਂ। ਸੋ ਸਾਡਾ ਸੋਰਸ ਕੀ ਹੈਗਾ ਆ ਉਹ 'ਤੇ ਬਹੁਤ ਜ਼ਿਆਦਾ ਡਿਪੈਂਡ ਕਰਦਾ। ਬਿਲਕੁਲ। ਜੇ ਹੁਣ ਤੁਸੀਂ ਜੰਕ ਫੂਡ ਖਾ ਰਹੇ ਆ ਦੇ ਆ ਆਪਾਂ ਕਹਿ ਸਕਦੇ ਕਿ ਉਹ ਫੇਕ ਕੈਲੋਰੀਜ਼, ਐਮਟੀ ਕੈਲੋਰੀਜ਼ ਤੁਹਾਡੀ ਬੋਡੀ ਨੂੰ ਜਾ ਰਹੀਆਂ ਹੈਗੀਆਂ। ਸੋ ਜਦੋਂ ਆਪਾਂ ਜੰਕ ਫੂਡ ਖਾਂਦੇ ਆ ਆਪਾਂ ਕਈ ਵਾਰ ਫੀਲ ਕਰਦੇ ਆ ਕਿ ਆਪਾਂ ਖਾ ਕੇ ਹਟੇ ਆ ਪਰ ਸਾਨੂੰ ਜਲਦੀ ਫੇਰ ਅਸੀਂ ਹੰਗਰ ਜੀ ਫੀਲ ਕਰਨਾ ਸ਼ੁਰੂ ਕਰ ਦਿੰਦੇ ਆ, ਕਿਉਂਕਿ ਬੋਡੀ ਨੂੰ ਜੋ ਬੋਡੀ ਦੇ ਫੰਕਸ਼ਨਸ ਹੈਗੇ ਆ ਉਹਨੂੰ ਨਿਊਟ੍ਰੀਸ਼ਨ ਚਾਹੀਦਾ ਉਹਦੇ ਲਈ, ਮਾਈਕਰੋ ਨਿਊਟ੍ਰੀਐਂਟਸ ਐਂਡ ਮੈਕਰੋ ਨਿਊਟ੍ਰੀਐਂਟਸ।
ਜੇ ਹੁਣ ਤੁਸੀਂ ਸਵੇਰੇ ਉੱਠੇ ਹੈਗੇ ਆ, ਚਾਹ ਦੇ ਨਾਲ ਤੁਸੀਂ ਪੀਪੇ ਵਾਲੇ ਬਿਸਕੁਟ ਖਾ ਲਏ ਆ, ਜਾਂ ਫਿਰ ਤੁਸੀਂ ਉਹਦੇ ਨਾਲ ਇੱਕ ਡੋਨਟ ਖਾ ਲਿਆ ਹੈਗਾ ਆ, ਸੋ ਤੁਹਾਨੂੰ ਫੇਕ ਕੈਲਰੀਜ਼ ਤਾਂ ਮਿਲ ਗਈਆਂ, ਪਰ ਤੁਹਾਡੀ ਬਾਡੀ ਨੂੰ ਸ਼ੂਗਰ ਵੀ ਮਿਲ ਗਈ, ਪਰ ਜਿਹੜੀ ਬਾਕੀ ਨਿਊਟ੍ਰੀਸ਼ਨ ਜਿਹੜੇ ਉਹਨੂੰ ਚਾਹੀਦੇ ਸੀਗੇ, ਮਾਈਕਰੋ ਨਿਊਟ੍ਰੀਸ਼ਨ ਚਾਹੀਦੇ ਸੀ, ਮੈਕਰੋ ਨਿਊਟ੍ਰੀਸ਼ਨ ਜਿਹੜੀ ਉਹਨੂੰ ਚਾਹੀਦੀ ਸੀ, ਉਹ ਨਹੀਂ ਉਹਨੂੰ ਮਿਲੀ ਜੀ। ਬਿਲਕੁਲ। ਸੋ ਉਸ ਤੋਂ ਬਾਅਦ ਕੀ ਹੈ ਕਿ ਤੁਸੀਂ ਜਲਦੀ ਫੇਰ ਹੰਗਰੀ ਹੁੰਨੇ ਆ, ਫਿਰ ਆਪਾਂ ਫਿਰ ਜਲਦੀ ਫੂਡ ਖਾਂਦੇ ਆ। ਸੋ ਉਹਦੇ ਵਿੱਚ ਕੀ ਆ ਕਿ ਜਿਹੜੀਆਂ ਐਮਟੀ ਕੈਲਰੀਜ਼ ਸਾਡੇ ਅੰਦਰ ਤਾਂ ਜਾਈ ਜਾ ਰਹੀਆਂ, ਬਟ ਸਾਡੀ ਬਾਡੀ ਨੂੰ ਜੋ ਫੰਕਸ਼ਨ ਕਰਨ ਲਈ ਚਾਹੀਦਾ, ਸਾਡੀ ਬਾਡੀ ਸਾਨੂੰ ਉਹਦੇ ਲਈ ਸਿਗਨਲ ਭੇਜਦੀ ਆ ਕਿ ਮੈਂ ਹੁਣ ਹੰਗਰੀ ਆ, ਮੈਨੂੰ ਮਤਲਬ ਮੇਰੇ ਫੰਕਸ਼ਨ ਕਰਨ ਲਈ ਮੈਨੂੰ ਨਿਊਟ੍ਰੀਸ਼ਨਸ ਚਾਹੀਦਾ, ਬਟ ਅਸੀਂ ਉਹਨੂੰ ਫੇਰ ਕੀ ਆ ਐਮਟੀ ਕੈਲਰੀਜ਼ ਨਾਲ ਫੇਰ ਭਰੀ ਜਾਂਦੇ ਆ। ਸੋ ਉਹ ਜਿਹੜੀਆਂ ਐਮਟੀ ਕੈਲੋਰੀਜ਼ ਅਸੀਂ ਲਈ ਜਾਂਦੇ, ਉਹ ਸਾਡੇ ਮੋਟਾਪੇ ਦਾ ਵੱਡਾ ਇੱਕ ਕਾਰਨ ਹੈਗਾ। ਜਿੱਦਾਂ ਤੁਸੀਂ ਬਹੁਤ ਸੋਹਣੀ ਐਗਜ਼ਾਮਪਲ ਦਿੱਤੀ ਹੈ ਕਿ ਜੇ ਅਸੀਂ ਮਨੀ ਦਾ ਇੱਕ ਪੂਰੇ ਟਰੈਕ ਕਰਦੇ ਆ, ਆਪਣਾ ਗੋਲ ਰੱਖਦੇ ਆ, ਸੇਮ ਜੇ ਤੁਸੀਂ weight ਮੈਨੇਜਮੈਂਟ ਵਿੱਚ ਵੀ ਆਪਣਾ ਹੈਲਦੀ weight ਦਾ ਇੱਕ ਗੋਲ ਰੱਖਿਆ ਹੋਇਆ ਕਿ ਮੈਂ ਮੇਰੀ ਏਜ ਦੇ ਹਿਸਾਬ ਨਾਲ, ਮੇਰੀ ਹਾਈਟ ਦੇ ਹਿਸਾਬ ਨਾਲ ਮੈਨੂੰ 50 ਜਾਂ 60 kg ਮੈਨੂੰ weight ਚਾਹੀਦਾ ਆ, ਰਾਈਟ, ਜਾਂ 120 ਪਾਊਂਡ ਮੈਨੂੰ ਚਾਹੀਦਾ, ਜਾਂ 125 ਪਾਊਂਡ ਚਾਹੀਦਾ, ਤੁਸੀਂ ਉਹ ਗੋਲ ਲਿਖ ਲਓ ਜੀ। ਬਿਲਕੁਲ। ਦੈਨ ਆਪਣੀ ਇੱਕ ਡਾਈਟ ਡਾਇਰੀ ਲਾਓ। ਡਾਈਟ ਡਾਇਰੀ ਜਿੱਦਾਂ ਤੁਹਾਡੀ ਇੱਕ ਬੈਂਕ ਬੁੱਕ ਹੈਗੀ ਆ, ਉਹਦੇ ਵਿੱਚ ਜੋ ਮਨੀ ਆਈ ਤੇ ਜੋ ਤੁਸੀਂ ਖਰਚੀ, ਉਹ ਸਾਰਾ ਇੱਕ ਸੈਂਟ ਉਹਦੇ ਵਿੱਚ ਤੁਹਾਡਾ ਹਿਸਾਬ ਕਿਤਾਬ ਆ ਰਿਹਾ। ਤੇ ਸੇਮ ਥਿੰਗ ਜਿਹੜੀ ਤੁਹਾਡੀ ਉਹ ਡਾਈਟ ਡਾਇਰੀ ਹੈਗੀ ਆ, ਉਹਦੇ ਵਿੱਚ ਐਵਰੀਥਿੰਗ ਤੁਸੀਂ ਮੈਂਸ਼ਨ ਕਰੋ ਤੁਸੀਂ ਕੀ ਖਾਂਦੇ ਆ। ਈਵਨ ਮੈਂ ਖੁਦ ਫੀਲ ਕੀਤਾ ਮਨਜੀਤ ਜੀ, ਹੁਣ ਘਰ ਸੀਗੇ, ਬੱਚਿਆਂ ਨੇ ਕੁਝ ਖਾਧਾ, ਉਹਨਾਂ ਦੇ ਨਾਲ ਵੀ ਕੁਝ ਮੂੰਹ 'ਚ ਪਾ ਲਿਆ, ਹਸਬੈਂਡ ਘਰ ਆ, ਉਹਨਾਂ ਨੂੰ ਕੁਝ ਦਿੱਤਾ ਖਾਣ ਨੂੰ, ਉਹਨਾਂ ਦੇ ਨਾਲ ਵੀ ਕੁਝ ਖਾ ਲਿਆ। ਫਿਰ ਜੇ ਆਪਣਾ ਜਦੋਂ ਹੁਣ ਰੋਟੀ ਪਾਣੀ ਦਾ ਟਾਈਮ ਹੋ ਗਿਆ, ਉਦੋਂ ਫਿਰ ਬੈਠ ਕੇ ਆਪਣਾ ਸਾਰਾ ਮਤਲਬ ਲੰਚ ਡਿਨਰ ਸਾਰਾ ਕਰ ਲਿਆ। ਸੋ ਉਹਦੇ ਜਿਹੜੇ ਇਨ ਬਿਟਵੀਨ ਸਨੈਕਿੰਗ ਕਰੀ ਜਾਂਦੇ ਆ, ਉਹਨੂੰ ਆਪਾਂ ਟਰੈਕ ਕਰਦੇ ਨਹੀਂ, ਉਹ ਲੱਗਦੀ ਵੀ ਬਹੁਤ ਥੋੜੀ ਆ, ਬਟ ਉਹ ਕੀ ਆ, ਉਹ ਸਾਡੇ ਬਿਲਡ ਅਪ ਹੋਈ ਜਾਂਦੀ ਹੈ ਅੰਦਰ ਫੈਟ ਦੇ ਵਿੱਚ, ਉਹ ਸਟੋਰ ਹੋਈ ਜਾਂਦੀ ਹੈ, ਫੈਟ ਨੂੰ ਉਹ ਵੱਡਾ ਕਰੀ ਜਾਂਦੀ ਹੈ, ਬਟ ਉਹਦੇ ਵਿੱਚ ਤੁਹਾਨੂੰ ਬੈਨੀਫਿਟ ਕੋਈ ਨਹੀਂ ਹੈਗਾ। ਸੋ ਜੇ ਅਸੀਂ ਇਹੀ ਆਪਣੀ ਡਾਈਟ ਡਾਇਰੀ ਲਾਈ ਹੋਊਗੀ, ਸਾਨੂੰ ਆਪਣੀ ਬੈਂਕ ਦੇ ਵਾਂਗੂ ਈਵਨ ਇੱਕ ਸਿੰਗਲ ਸੈਂਟ ਵੀ ਸਾਡੇ ਡਿਪੋਜ਼ਿਟ ਹੋ ਰਿਹਾ ਜਾਂ ਖਰਚ ਹੋ ਰਿਹਾ ਸਾਨੂੰ ਪਤਾ ਲੱਗਦਾ। ਸੋ ਸੇਮ ਜੇ ਅਸੀਂ ਉਹ ਡਾਈਟ ਡਾਇਰੀ ਲਾਈ ਹੋਈ ਆ, ਸੋ ਵਟ ਐਵਰ ਵੀ ਆਰ ਈਟਿੰਗ ਤੇ ਉਹਦਾ ਟਾਈਮ, ਦੋਨੇ ਚੀਜ਼ਾਂ ਨੋਟ ਕਰੋ, ਤੁਸੀਂ ਕੀ ਖਾਦਾ ਤੇ ਕਿਸ ਟਾਈਮ ਤੇ ਖਾਦਾ। ਜਿਹੜੀ ਆਪਾਂ ਨਾ ਇੱਕ ਇਨ ਬਿਟਵੀਨ ਸਨੈਕਿੰਗ ਦੀ ਆਦਤ ਪਈ ਹੋਈ ਆ ਕਿ ਚਿਪਸ ਦਿਖ ਗਏ ਉਹ ਮੂੰਹ 'ਚ ਪਾ ਲੈ, ਕੁੱਕੀ ਦਿਖ ਗਈ ਉਹ ਮੂੰਹ 'ਚ ਪਾ ਲਈ, ਬੱਚੇ ਫਰਾਈਆਂ ਖਾਣ ਲੱਗੇ ਆ ਉਹ 2-3 ਖਾ ਲਈਆਂ। ਇਹ ਜਿਹੜੀ ਛੋਟੀ ਛੋਟੀ ਸਨੈਕਿੰਗ ਹੈਗੀ ਆ, ਇਹ ਵਰਸਟ ਹੈਗੀ ਆ, ਇਹ ਸਾਡੀ weight ਮੈਨੇਜਮੈਂਟ ਨੂੰ, ਆਪਾਂ ਇਹਨਾਂ ਨੂੰ ਕਿਸੇ ਕਾਊਂਟ ਦੇ ਵਿੱਚ ਨਹੀਂ ਲੈਂਦੇ। ਆਪਾਂ ਕਹਿੰਦੇ ਕਿ ਹਾਲੇ ਮੈਂ ਬ੍ਰੇਕਫਾਸਟ ਕਰਨਾ ਆ, ਹਾਲੇ ਮੈਂ ਲੰਚ ਤਾਂ ਖਾਣਾ ਆ। ਸੋ ਇਨ ਬਿਟਵੀਨ ਜਿਹੜੀ ਸਨੈਕਿੰਗ ਕਰ ਲੈਂਦੇ ਆ, ਉਹ ਕਿਸੇ ਮਤਲਬ ਕਿਸੇ ਕਾਊਂਟ ਦੇ ਵਿੱਚ ਨਹੀਂ ਆਉਂਦੀ, ਉਹੀ ਐਕਸਟਰਾ ਜਿਹੜੀ ਆ ਆਪਣੀ ਫੈਟ ਦਾ ਕਾਰਨ ਬਣ ਜਾਂਦੀ ਆ। ਤੁਸੀਂ ਮਤਲਬ ਦੇਖ ਲਓ, ਜੇ ਤੁਸੀਂ ਦਿਨ ਦੇ ਵਿੱਚ ਜ਼ਿਆਦਾ ਨਹੀਂ 4 ਵਾਰ ਸਨੈਕਿੰਗ ਕੀਤੀ, ਤੁਸੀਂ ਜ਼ਿਆਦਾ ਨਹੀਂ ਕੈਲੋਰੀਜ਼ ਲੈ ਲਏ, ਜਸਟ 25 ਔਰ 30 ਕੈਲੋਰੀਜ਼ ਲੈ ਰਹੇ ਆ, ਤਾਂ ਵੀ ਤੁਸੀਂ 100 ਕੈਲੋਰੀਜ਼ ਐਕਸਟਰਾ ਐਵਰੀ ਡੇ, ਮਤਲਬ ਵਿਦਆਊਟ ਪੇਇੰਗ ਅਟੈਂਸ਼ਨ, ਵਿਦਆਊਟ ਨੋਇੰਗ ਐਨੀਥਿੰਗ ਤੁਸੀਂ ਐਡ ਕਰ ਰਹੇ ਹੋ। ਜਸਟ ਬਾਈ ਟੇਕਿੰਗ 100 ਕੈਲੋਰੀਜ਼ ਐਵਰੀ ਸਿੰਗਲ ਡੇ ਐਕਸਟਰਾ, ਮੰਥ ਦੇ ਬਾਅਦ ਤੁਸੀਂ 1 ਪਾਊਂਡ ਗੇਨ ਕਰ ਲੈਣਾ। ਮੇ ਬੀ 1 ਮਹੀਨੇ 'ਚ ਤੁਹਾਨੂੰ ਉਹ ਨਾ ਪਤਾ ਲੱਗੇ, ਪਰ ਆਫਟਰ ਅ ਈਅਰ ਤੁਸੀਂ 10-12 ਪਾਊਂਡ ਜਿਹੜਾ ਆ ਉਹ ਐਕਸਟਰਾ ਆਪਣੀ ਬੋਡੀ ਤੇ ਕੈਰੀ ਕਰ ਰਹੇ ਹੈਗੇ ਆ। ਫਿਰ ਤੁਸੀਂ ਨੋਟਿਸ ਕਰਦੇ ਆ ਕਿ ਹਾਂਜੀ ਹੁਣ ਮੇਰੇ ਲਵ ਹੈਂਡਲਸ ਨਿਕਲੇ ਆਏ ਆ, ਮੇਰਾ ਟੰਮੀ ਬਣ ਗਿਆ ਆ, ਜਾਂ ਕੁਛ ਵੀ ਹੈਗਾ ਆ। ਸੋ ਆਪਾਂ ਨੂੰ ਉਹ ਜਿਹੜੀ ਛੋਟੀ ਆਦਤ ਆ ਨਾ, ਉਹਦੇ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਆ। ਆਪਣੇ ਆਪ ਨੂੰ ਡਿਸਪਲਿਨ ਕਰਨਾ ਜਿਹੜਾ ਉਹ ਬਹੁਤ ਜ਼ਿਆਦਾ ਜ਼ਰੂਰੀ ਆ। ਆਪਾਂ ਕਈ ਵਾਰ ਡਿਸਪਲਿਨ ਕਰ ਲੈਂਦੇ ਆ, ਪਰ ਲੌਂਗਰ ਟਾਈਮ ਲਈ ਡਿਸਪਲਿਨ ਨਹੀਂ ਕਰਦੇ। ਕਈ ਵਾਰ 1 ਵੀਕ 2 ਵੀਕ ਜਾਂ ਕੋਈ ਮਹੀਨੇ ਦੇ ਲਈ 2 ਮਹੀਨੇ ਲਈ ਡਿਸਪਲਿਨ ਕਰ ਲੈਂਦੇ, ਪਰ ਸਾਨੂੰ ਸਾਡੇ ਲਾਈਫਸਟਾਈਲ ਦੇ ਵਿੱਚ ਹੀ ਚੇਂਜ ਕਰਨ ਦੀ ਲੋੜ ਆ ਜੇ ਅਸੀਂ ਆਈਡਲ weight ਆਪਣਾ ਰੱਖਣਾ ਹੈ। ਜਿਵੇਂ ਹੁਣ ਅਸੀਂ ਆਪਣੀ ਪਰਸਨਲ ਐਗਜ਼ਾਮਪਲ ਦਿੰਨੇ ਆ, ਜਿਵੇਂ ਹੁਣ ਤੁਸੀਂ ਆਨਲਾਈਨ ਜੇ ਦੇਖੋ, ਉੱਥੇ ਚਾਰਟ ਮਿਲ ਜਾਂਦੇ ਆ ਜਿਹਦੇ ਵਿੱਚ ਤੁਹਾਨੂੰ ਦੱਸਿਆ ਕਿ ਤੁਹਾਡੀ ਹਾਈਟ ਦੇ ਹਿਸਾਬ ਦੇ ਨਾਲ ਤੁਹਾਡਾ ਆਈਡਲ weight ਕਿੰਨਾ ਹੋਣਾ ਚਾਹੀਦਾ। ਜੇਕਰ ਤੁਹਾਡੀ ਹਾਈਟ ਜਿਹੜੀ ਆ ਉਹ 5 ਫੁੱਟ 1 ਇੰਚ ਹੈਗੀ ਆ, ਤੁਹਾਡਾ ਜਿਹੜਾ ਆਈਡਲ weight ਆ 103 ਪਾਉਂਡਸ ਤੋਂ ਲੈ ਕੇ 130 ਤੱਕ ਹੋ ਸਕਦਾ ਆ। ਤੇ ਜੇ ਤੁਹਾਡੀ ਹਾਈਟ ਜਿਹੜੀ ਆ 5 ਫੁੱਟ 3 ਇੰਚ ਹੈਗੀ ਆ, 112 ਤੋਂ ਲੈ ਕੇ 141 ਤੱਕ ਹੋ ਸਕਦਾ ਆ। ਜੇ ਤੁਹਾਡੀ ਹਾਈਟ 5 ਫੀਟ 4 ਇੰਚ ਹੈਗੀ ਆ, 114 ਤੋਂ ਲੈ ਕੇ 145 ਤੱਕ। ਜੇ 145 ਤੋਂ ਵੀ ਜ਼ਿਆਦਾ weight ਆ ਪਰ ਹਾਈਟ ਜਿਹੜੀ ਆ 5 ਫੁੱਟ 4 ਇੰਚ ਆ, ਇਹਦਾ ਮਤਲਬ ਤੁਸੀਂ ਹੁਣ ਓਵਰਵੇਟ ਦੇ ਵਿੱਚ ਆਉਣਾ ਸ਼ੁਰੂ ਹੋ ਗਏ। ਸੋ ਕਈ ਵਾਰ ਆਪਾਂ ਕਹਿੰਦੇ ਆ ਵੀ
ਤੁਸੀਂ ਬਹੁਤ ਲੱਕੀ ਆ, ਤੁਹਾਡਾ weight ਨਹੀਂ ਗੇਨ ਹੁੰਦਾ, ਮਤਲਬ ਤੁਹਾਨੂੰ ਆਲਵੇਜ਼ ਅਸੀਂ ਇਦਾਂ ਦਾ ਹੀ ਦੇਖਿਆ। ਮਤਲਬ ਕੋਈ ਵੀ ਮੇਰੇ ਮੁਤਾਬਕ ਕਿ 99% ਲੋਕ ਆ ਜਿਹੜੇ ਉਹ ਐਫਰਟਸ ਪਾਉਂਦੇ ਆ, ਤਾਂ ਹੀ ਕਰਕੇ ਉਹਨਾਂ ਨੇ ਆਪਣੇ weight ਨੂੰ ਮੈਨੇਜ ਕੀਤਾ ਆ, weight ਨੂੰ ਮੇਨਟੇਨ ਕੀਤਾ ਆ, ਬਿਕਾਜ਼ ਉਹਨਾਂ ਨੇ ਇੱਕ ਲਾਈਫ ਸਟਾਈਲ ਹੀ ਇਸ ਤਰੀਕੇ ਦਾ ਅਡਾਪਟ ਕੀਤਾ ਆ। ਬਿਲਕੁਲ, ਇਸ ਕਰਕੇ ਉਹ weight gain ਨਹੀਂ ਕਰ ਰਹੇ। ਪਰ ਜਿਹੜਾ ਦੂਜਾ ਪਰਸਨ ਆ ਉਹਨੂੰ ਲੱਗਦਾ ਕਿ ਇਹ ਬਹੁਤ ਲੱਕੀ, ਇਹ ਸਾਰਾ ਕੁਝ ਖਾਈ ਜਾਂਦੇ ਆ ਪਰ ਇਹ weight gain ਨਹੀਂ ਕਰ ਰਹੇ। ਸੋ ਇਹਦੇ ਬਾਰੇ ਥੋੜਾ ਜਿਹਾ ਕਿ ਆਟੋਮੈਟਿਕਲੀ ਸਾਰਿਆਂ ਦੇ weight ਇਨ ਚੈੱਕ ਹੈਗੇ ਆ, ਜਿਹੜੇ ਮਤਲਬ ਖਾਈ ਤੁਸੀਂ ਲੈਸੇ ਤੁਹਾਡਾ ਲਾਈਫ ਸਟਾਈਲ ਕਿੱਦਾਂ ਦਾ, ਜੰਕ ਫੂਡ ਖਾਂਦੇ ਆ, ਤੁਹਾਡੀਆਂ ਹੈਬਿਟਸ ਬਹੁਤ ਜ਼ਿਆਦਾ ਬੈਡ ਹੈਗੀਆਂ, ਕੋਈ ਗੁੱਡ ਨਿਊਟ੍ਰੀਸ਼ਨ ਨਹੀਂ ਲੈ ਰਹੇ, ਕੋਈ ਵਾਈਟਮਿਨਸ ਨਹੀਂ ਲੈ ਰਹੇ, ਕੋਈ ਪ੍ਰੋਟੀਨ ਨਹੀਂ ਤੁਸੀਂ ਐਡ ਕੀਤਾ ਆ, ਬਟ ਕੋਈ ਫਾਈਬਰ ਨਹੀਂ ਤੁਸੀਂ ਲੈ ਰਹੇ, ਬਟ ਸਟਿਲ ਤੁਸੀਂ ਬਹੁਤ ਹੀ ਆਈਡਲ weight ਤੁਹਾਡਾ ਹੈਗਾ, ਬਹੁਤ ਹੀ ਹੈਲਥੀ ਬੋਡੀ ਤੁਹਾਡੀ ਹੈਗੀ ਆ। ਕੀ ਇਹ ਪੋਸੀਬਲ ਹੈਗਾ ਆ? ਮੇ ਬੀ ਕੋਈ ਮਿਰੇਕਲ ਹੋਵੇ 1 in million ਕਿ ਜਿਨ੍ਹਾਂ ਦਾ ਬਹੁਤ ਜ਼ਿਆਦਾ ਮਤਲਬ ਮੈਟਾਬੋਲਿਜ਼ਮ ਸੁਪਰ ਡੂਪਰ ਹੈਗਾ ਆ, ਤਾਂ ਮੇ ਬੀ ਉਹ ਹੋਵੇ। ਬਟ ਜਿੱਦਾਂ ਮੰਜੀ ਜੀ, ਜੇ ਹੁਣ ਅਸੀਂ ਘਰ ਵਿੱਚ ਕੋਈ ਕਿਆਰੀ ਛੱਡੀ ਹੋਈ ਆ ਜੀ, ਉਹ ਆਪਣੇ ਆਪ ਫੁੱਲ ਨਹੀਂ ਉੱਗਣੇ, ਆਪਣੇ ਆਪ ਉਹ ਚ ਕਿਆਰੀ ਦੇ ਵਿੱਚ ਉਹਨਾਂ ਫੁੱਲਾਂ ਦੀਆਂ ਕਤਾਰਾਂ ਨਹੀਂ ਬਣਨੀਆਂ, ਆਪਣੇ ਆਪ ਉਹ ਸੋਹਣੇ ਨਹੀਂ ਲੱਗਣੇ। ਉਹਨੂੰ ਸੋਹਣਾ ਬਣਾਉਣ ਲਈ ਕਿੱਦਾਂ ਹੋਊਗਾ ਕਿ ਜਿਹੜਾ ਉਹਦੇ ਵਿੱਚ ਜਾਂਦਾ ਹੋ, ਕਿਆਰੀ ਦੇ ਵਿੱਚ ਘਾਹ ਪੁੱਟਦਾ ਹੋਊਗਾ, ਜਿਹੜੇ ਐਕਸਟਰਾ ਬੀਡਸ ਉਹਨਾਂ ਨੂੰ ਪੁੱਟਦਾ ਹੋਊਗਾ, ਪਲੱਕ ਕਰਦਾ ਹੋਊਗਾ, ਪਾਣੀ ਟਾਈਮ ਨਾਲ ਦਿੰਦਾ ਹੋਊਗਾ। ਸੋ ਉਹਦਾ ਗਾਰਡਨ ਜਿਹੜਾ ਆ ਉਹ ਹਰਾ ਭਰਾ ਹੋਊਗਾ, ਸੋਹਣੇ ਫੁੱਲ ਹੋਊਗੇ, ਕਤਾਰਾਂ ਦੇ ਵਿੱਚ ਲੱਗੇ ਹੋਊਗੇ, ਰਾਈਟ, ਵੈਲ ਆਰਗੇਨਾਈਜ਼ ਹੋਊਗਾ। ਸੋ ਸੇਮ weight ਹੈਗਾ। ਇਦਾਂ ਕਿੱਦਾਂ ਹੋ ਜਾਊਗਾ ਕਿ ਤੁਸੀਂ ਜੰਕ ਵੀ ਖਾਈ ਜਾਂਦੇ ਆ, ਸੋਫੇ ਤੇ ਬੈਠੇ ਟੀਵੀ ਵੀ ਦੇਖੀ ਜਾਂਦੇ ਆ, ਕੋਈ ਫਿਜ਼ੀਕਲ ਐਕਟੀਵਿਟੀ ਹੈ ਨਹੀਂ, ਤੇ ਫਿਰ ਤੁਸੀਂ ਦੂਸਰਿਆਂ ਨਾਲ ਆਪਣੇ ਆਪ ਨੂੰ ਕੰਪੇਅਰ ਵੀ ਕਰੀ ਜਾਂਦੇ ਆ, ਤੇ ਕਿ ਉਹ ਤਾਂ ਦੇਖੋ ਜਾਂਦੇ ਇਦਾਂ ਹੀ ਆ, ਉਹਨਾਂ ਨੂੰ ਫਰਕ ਨਹੀਂ ਪੈਂਦਾ। ਕਿਉਂਕਿ ਫਰਕ ਇਹ ਹੈਗਾ ਕਿ ਇਹ ਲਾਈਫ ਸਟਾਈਲ ਪ੍ਰੋਬਲਮ ਆ। ਹੁਣ ਅਸੀਂ ਲੇਜ਼ੀ ਇੰਨਾ ਜੇ ਬਣੇ ਹੋਏ ਆ ਤਾਂ ਸਾਨੂੰ ਕੋਈ ਕੁਛ ਨਹੀਂ ਕਰ ਸਕਦਾ ਹੈਗਾ, ਕਿਉਂਕਿ ਲੋਕੀ ਇੰਨਾ ਲੇਜ਼ੀ ਆ। ਮਨਜੀਤ ਜੀ, ਇਹਦੇ ਵਿੱਚ ਮੈਂ ਇੱਕ ਚੀਜ਼ ਮੇਰੇ ਹੋਰ ਦਿਮਾਗ 'ਚ ਆ ਰਹੀ ਆ, ਕਿਉਂਕਿ ਤੁਸੀਂ ਲੋਕੀ ਕੁਛ ਨਾ ਐਕਟਿਵਲੀ ਐਫਰਟਸ ਪਾ ਕੇ ਕੁਛ ਅਚੀਵ ਨਹੀਂ ਕਰਨਾ ਚਾਹੁੰਦੇ, ਉਹ ਚਾਹੁੰਦੇ ਕਿ ਕੁਛ ਮਿਰੇਕਲ ਹੋ ਜਾਵੇ। ਦੈਟਸ ਵਾਈ ਤੁਸੀਂ ਆਊਟਸਾਈਡ ਐਡ ਵੀ, ਐਡਵਰਟਾਈਜ਼ਮੈਂਟ ਵੀ weight ਮੈਨੇਜਮੈਂਟ ਦੀ ਇਦਾਂ ਦੀ ਦੇਖ ਰਹੇ ਆ ਕਿ ਜਿਹਦੇ ਵਿੱਚ ਤੁਹਾਨੂੰ ਮਿਰੇਕਲ ਪ੍ਰੋਡਕਟਸ ਸ਼ੋ ਕਰ ਰਹੇ ਆ ਕਿ ਤੁਸੀਂ ਆ ਇੱਕ ਟੈਬਲੇਟ ਲੈ ਲਓ, ਤੁਹਾਨੂੰ ਜੋ ਮਰਜ਼ੀ ਖਾਈ ਜਾਓ, ਜਿੱਦਾਂ ਮਰਜ਼ੀ ਟੀਵੀ ਦੇਖੀ ਜਾਓ, ਬੈਠੇ ਰਹੋ ਸੋਫੇ ਤੇ, ਜਿੱਦਾਂ ਮਰਜ਼ੀ ਆਪਣੇ ਲੈਪਟਾਪ ਤੇ ਟਿਕੇ ਰਹੋ, ਜਿੱਦਾਂ ਮਰਜ਼ੀ ਆਪਣੇ ਫੋਨ ਤੇ ਬੈਠੇ ਰਹੋ, ਤੁਹਾਡਾ ਭਾਰ ਘਟ ਜਾਊਗਾ। ਤੁਹਾਨੂੰ ਪਰਫੈਕਟ ਜਿੱਦਾਂ ਉਹਨਾਂ ਨੇ ਇੱਕ ਮਾਡਲ ਖੜੀ ਕੀਤੀ ਹੁੰਦੀ ਹੈ ਕਿ ਤੁਹਾਨੂੰ ਇਦਾਂ ਦਾ ਤੁਹਾਡਾ weight ਹੋ ਜਾਊਗਾ, ਪਰ ਪੋਸੀਬਲ ਨਹੀਂ ਹੈਗਾ। ਮਤਲਬ ਮੈਂ ਡਰੂੰਗੀ ਇਦਾਂ ਦੀ ਚੀਜ਼ ਯੂਜ਼ ਕਰਨ ਲਈ। ਸੋ ਜਿਹੜੇ ਲੋਕ ਹੈਗੇ ਆ ਹੈਲਦੀ ਵੇ weight ਮੈਨੇਜਮੈਂਟ ਕਰਨਾ ਚਾਹੁੰਦੇ ਆ, ਆਪਾਂ ਉਹਨਾਂ ਨੂੰ ਹੈਲਦੀ ਵੇ ਹੈਲਪ ਕਰ ਸਕਦੇ ਆ। ਉਹਨਾਂ ਲਈ ਮੇਰਾ ਨੰਬਰ ਹੈਗਾ 4166027504। ਐਂਡ ਮਨਜੀਤ ਜੀ, ਤੁਸੀਂ ਵੀ ਆਪਣਾ ਸ਼ੇਅਰ ਕਰੋ। 6472193660। ਐਕਚੁਅਲੀ ਮੈਨੂੰ ਆਪਣਾ ਨੰਬਰ ਹੀ ਭੁੱਲਣ ਲੱਗਾ ਸੀਗਾ, ਇੱਕ ਮਿੰਟ 'ਚ ਮੇਰੇ ਦਿਮਾਗ 'ਚ ਬਿਲਕੁਲ ਬਲੈਂਕ ਹੋ ਗਿਆ ਸੀ। ਸੋ 6472193660, ਕਿਉਂਕਿ ਆਪਾਂ ਆਪਣਾ ਨੰਬਰ ਖੁਦ ਡਾਇਲ ਨਹੀਂ ਕਰਦੇ। ਸੋ ਇਸ ਕਰਕੇ ਸੋ ਇਹਦੇ ਵਿੱਚ ਕੀ ਹੈਗਾ ਕਿ ਜੇ ਤੁਸੀਂ ਮਤਲਬ ਹੈਲਦੀ ਵੇ, ਆਪਣਾ ਇੱਕ ਹੈਲਦੀ ਲਾਈਫ ਸਟਾਈਲ ਦੇ ਨਾਲ ਹੈਲਦੀ ਵੇ ਤੁਸੀਂ ਆਪਣਾ weight ਮੈਨੇਜ ਕਰਨਾ ਚਾਹੁੰਦੇ, ਦੈਨ ਵੀ ਕੈਨ ਹੈਲਪ ਯੂ। ਪਰ ਜੇ ਤੁਸੀਂ ਮਤਲਬ ਮੈਂ ਕਹਿੰਦੀ ਹੁੰਦੀ ਥੋੜਾ ਜਿਹਾ ਥਿੰਕ ਕਰਕੇ ਦੇਖੋ ਕਿ ਇਦਾਂ ਦੀ ਕੀ ਉਸ ਪਿਲ ਦੇ ਵਿੱਚ ਹੋਊਗਾ ਜਿਹੜਾ ਕਹਿੰਦਾ ਕਿ ਜੋ ਮਰਜ਼ੀ ਖਾਓ, ਕੋਈ ਐਕਸਰਸਾਈਜ਼ ਕਰਨ ਦੀ ਲੋੜ ਨਹੀਂ, ਕੁਛ ਕਰਨ ਦੀ ਲੋੜ ਨਹੀਂ, ਕੁਛ ਚੇਂਜ ਕਰਨ ਦੀ ਤੁਹਾਨੂੰ ਲੋੜ ਨਹੀਂ, ਪਰ ਤੁਹਾਨੂੰ ਆਪਣੀ ਡਿਜ਼ਾਇਰਡ ਜਿਹੜੀ ਆ ਉਹ ਮਿਲ ਜਾਊਗੇ, ਤੁਹਾਨੂੰ ਮਤਲਬ ਬੋਡੀ ਡਿਜ਼ਾਇਰਡ ਬੋਡੀ ਸ਼ੇਪ ਮਿਲ ਜਾਊਗੀ। ਸੋ ਤੁਹਾਨੂੰ ਥੋੜਾ ਜਿਹਾ ਆਪਣੀ ਰਿਸਰਚ ਕਰਨੀ ਚਾਹੀਦੀ ਹੈ ਕਿ ਮੈਂ ਇਦਾਂ ਕਿੱਦਾਂ ਲੈ ਸਕਦਾ। ਇਹ ਤਾਂ ਉਹੀ ਗੱਲ ਹੋ ਗਈ, ਤੁਹਾਨੂੰ ਨਾ ਸਕੂਲ ਆਉਣ ਦੀ ਲੋੜ ਆ, ਨਾ ਪੜ੍ਹਨ ਦੀ ਲੋੜ ਆ, ਪਰ ਤੁਹਾਨੂੰ ਫਰਸਟ ਕਲਾਸ 'ਚ ਅਸੀਂ ਮਤਲਬ ਪਾਸ ਕਰਾ ਦਾਂਗੇ। ਸੋ ਇਹ ਉਦਾਂ ਦੀਆਂ ਐਡ ਵਾਲੀ ਗੱਲ ਹੋ ਗਈ, ਰਾਈਟ, ਕਿ 10ਵੀਂ ਫੇਲ 12ਵੀਂ ਕਰ ਲਓ ਤੇ 8ਵੀਂ ਫੇਲ 10ਵੀਂ ਕਰ ਲਓ। ਸੋ ਉਹ ਬੇਸ ਕੀ ਹੋਊਗਾ ਉਸ ਬੱਚੇ ਦਾ, ਰਾਈਟ। ਸੋ ਇੱਦਾਂ ਸਾਡੀ ਹੈਲਥ ਦਾ ਕੀ ਬੇਸ ਰਹਿ ਜਾਊਗਾ ਕਿ ਜੇ ਅਸੀਂ ਉਸ ਬੇਸ ਤੇ ਕੰਮ ਨਹੀਂ ਕਰਾਂਗੇ, ਜੇ ਅਸੀਂ ਆਪਣੀ ਫਿਜ਼ੀਕਲ ਐਕਟੀਵਿਟੀ ਨਹੀਂ ਕਰਨੀ, ਅਸੀਂ ਆਪਣੀ ਡਾਈਟ ਪਲਾਨ ਨਹੀਂ ਕਰਨੀ, ਆਪਣਾ ਕੋਈ ਗੋਲ ਨਹੀਂ ਰੱਖਣਾ ਹੈਗਾ, ਸੋ ਅਸੀਂ ਉਹ ਜਿਹੜਾ ਆ ਇੱਕ ਹੈਲਦੀ ਜਿਹੜਾ weight ਆ ਉਹ ਮੈਨੇਜ ਨਹੀਂ ਕਰ ਸਕਦੇ, ਆਪਣਾ ਉਹ ਗੋਲ ਹੈਲਥ ਦਾ ਅਚੀਵ ਨਹੀਂ ਕਰ ਸਕਦੇ। ਸੋ ਇਹ ਸਾਨੂੰ ਥੋੜਾ ਅਵੇਅਰ ਹੋ ਕੇ ਇਹਨਾਂ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ। ਸੋ ਫਰਸਟ ਸਟੈਪ ਕੀ ਹੈਗਾ ਕਿ ਸਭ ਤੋਂ ਪਹਿਲਾਂ ਤਾਂ ਆਪਣੀ ਬਾਡੀ ਨੂੰ ਐਨਾਲਾਈਜ਼ ਕਰਾਓ, ਜਾਣੋ ਕਿ ਤੁਹਾਡੇ ਇੰਟਰਨਲੀ ਹੋ ਕੀ ਰਿਹਾ ਆ, ਤੁਹਾਡੀ ਬਾਡੀ ਦਾ ਜਿਹੜਾ BMI ਆ, ਬਾਡੀ ਮਾਸ ਇੰਡੈਕਸ ਆ, ਸਾਨੂੰ ਹਾਈਟ ਦੇ ਹਿਸਾਬ ਦੇ ਨਾਲ ਸਾਨੂੰ weight ਕਿੰਨਾ ਚਾਹੀਦਾ, ਆਈਡਲ weight ਮੇਰਾ ਕੀ ਆ, ਸਭ ਤੋਂ ਪਹਿਲਾਂ ਉਹ ਦੇਖੋ। ਦੈਨ ਫਿਰ ਤੁਸੀਂ ਚੈੱਕ ਕਰਾਓ ਕਿ ਤੁਹਾਡੀ ਜਿਹੜੀ ਬਾਡੀ ਫੈਟ ਆ ਉਹ
ਕਿੰਨੀ ਹੈਗੀ ਆ, ਵਿਸਰਲ ਫੈਟ ਕਿੰਨੀ ਵਿਸਲ ਫੈਟ ਕਿੰਨੀ ਹੈਗੀ ਆ, ਤੁਹਾਡੇ ਜਿਹੜੇ ਮਸਲਸ ਆ ਉਹ ਕਿੰਨੇ ਕੁ ਸਟਰੋਂਗ ਆ, ਜਿਹੜਾ ਰੈਸਟਿੰਗ ਮੈਟਾਬੋਲਿਜ਼ਮ ਆ ਉਹ ਕਿੰਨਾ ਕੁ ਵਧੀਆ ਕੰਮ ਕਰ ਰਿਹਾ। ਜਦੋਂ ਸਾਡੀ ਬਾਡੀ ਰੈਸਟ ਕਰ ਰਹੀ ਆ ਜਾਂ ਆਪਣੇ ਨਾਰਮਲ ਫੰਕਸ਼ਨ ਕਰ ਰਹੀ ਆ, ਉਦੋਂ ਤੁਸੀਂ ਕਿੰਨੀ ਕੁ ਫੈਟ ਤੁਹਾਡੀ ਬਾਡੀ ਬਰਨ ਕਰ ਰਹੀ ਆ। ਸੋ ਜੇ ਤੁਸੀਂ ਬਾਡੀ ਦੀ ਏਜ ਕਿੰਨੀ ਹੈਗੀ, ਜੇ ਤੁਸੀਂ ਇਹ ਪਹਿਲਾਂ ਸਾਰੀਆਂ ਚੀਜ਼ਾਂ ਤੁਸੀਂ ਚੈੱਕ ਕਰਵਾ ਲੈਂਦੇ ਆ, ਦੈਨ ਤੁਹਾਨੂੰ ਪਤਾ ਲੱਗਦਾ ਕਿ ਮੈਨੂੰ ਇੰਨੀ ਬਾਡੀ ਫੈਟ ਲੂਜ਼ ਕਰਨ ਦੀ ਲੋੜ ਆ, ਇੰਨਾ weight ਜਿਹੜਾ ਮੇਰਾ ਉਹ ਐਕਸਟਰਾ weight ਮੇਰੇ ਕੋਲ ਆ। ਫਿਰ ਉਸ ਹਿਸਾਬ ਦੇ ਨਾਲ ਤੁਸੀਂ ਆਪਣੀ ਡਾਈਟ ਨੂੰ, ਆਪਣੀ ਐਕਸਰਸਾਈਜ਼ ਨੂੰ, ਆਪਣੀਆਂ ਹੈਬਿਟਸ ਨੂੰ, ਆਪਣੇ ਆਪ ਨੂੰ ਥੋੜਾ ਜਿਹਾ ਡਿਸਿਪਲਿਨ ਕਰਕੇ ਥੋੜੀ ਜਿਹੀ ਜੋ ਤੁਹਾਨੂੰ ਇੱਕ ਬੈਲੈਂਸ ਡਾਈਟ ਦੀ ਜਾਂ ਇੱਕ ਪ੍ਰੋਗਰਾਮ ਦੀ ਲੋੜ ਆ ਫੋਲੋ ਕਰਨ ਦੇ ਲਈ, ਉਸ ਹਿਸਾਬ ਦੇ ਨਾਲ ਉਸ ਪ੍ਰੋਗਰਾਮ ਨੂੰ ਫੋਲੋ ਕਰ ਸਕਦੇ ਆ। ਸੋ ਜਿਵੇਂ weight gain ਕਰਨ ਨੂੰ ਟਾਈਮ ਲੱਗਦਾ ਆ, ਇਵੇਂ ਹੀ weight lose ਕਰਨ ਨੂੰ ਵੀ ਟਾਈਮ ਲੱਗਦਾ ਆ। ਸੋ ਇਹਦੇ ਵਿੱਚ ਕੋਈ ਇੱਕ ਮੈਜਿਕ ਪਿਲ ਨਹੀਂ ਹੈਗੀ ਕਿ ਤੁਸੀਂ ਉਹ ਮੈਜਿਕ ਪਿਲ ਲਈ ਤੇ ਵੀਕ ਦੇ ਅੰਦਰ ਜਾਂ ਮੰਥ ਦੇ ਅੰਦਰ ਤੁਸੀਂ 20 ਪਾਉਂਡਸ 10 ਪਾਉਂਡਸ ਲੂਜ਼ ਕਰ ਲਿਆ। ਸੋ ਆਪਣੇ ਲਾਈਫ ਸਟਾਈਲ ਨੂੰ ਹੈਲਥੀ ਰੱਖਣ ਦੇ ਲਈ, ਆਪਣੀ ਬਾਡੀ ਨੂੰ ਹੈਲਥੀ ਰੱਖਣ ਦੇ ਲਈ ਆ ਬੁੱਕ ਜਿਹੜੀ ਅਸੀਂ ਆਪਟੀਮਲ ਹੈਲਥ ਪੜ੍ਹ ਰਹੇ ਹਾਂ, ਇਹਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਆਪਾਂ ਨੂੰ ਕਾਫੀ ਜ਼ਿਆਦਾ ਮਤਲਬ ਸਾਰੇ ਡਿਜ਼ੀਜ਼ ਬਾਰੇ ਵੀ ਅਵੇਅਰ ਕੀਤਾ ਆ ਕਿ ਜਦੋਂ ਤੁਸੀਂ weight ਓਵਰ ਕਰ ਲੈਂਦੇ ਆ, ਕਿਹੜੇ ਹਾਈ ਰਿਸਕ ਜਿਹੜੇ ਡਿਜ਼ੀਜ਼ ਆ ਉਹਨਾਂ ਦੇ ਵਿੱਚ ਤੁਸੀਂ ਐਂਟਰ ਹੋ ਜਾਂਦੇ ਆ ਜਾਂ ਉਹਨਾਂ ਨੂੰ ਹਾਈ ਰਿਸਕ ਦੇ ਵਿੱਚ ਆ ਜਾਂਦੇ ਆ। ਸੋ ਇਸ ਕਰਕੇ ਆਪਣਾ ਆਈਡਲ weight ਰੱਖਣਾ ਜਾਂ ਆਪਣੇ ਆਪ ਨੂੰ ਹੈਲਥੀ ਰੱਖਣਾ ਸਾਡੀ ਸਾਰਿਆਂ ਦੀ ਪਰਸਨਲ ਜ਼ਿੰਮੇਵਾਰੀ ਆ। ਸੋ ਤਾਂ ਕਿ ਅਸੀਂ weight ਨੂੰ ਮੇਨਟੇਨ ਕਰਕੇ ਰੱਖੀਏ, ਤਾਂ ਕਿ ਅਸੀਂ ਆਪਣੇ ਆਪ ਨੂੰ ਬਿਮਾਰੀਆਂ ਤੋਂ ਬਚਾ ਕੇ ਰੱਖੀਏ। ਬਿਲਕੁਲ, ਜਿੱਦਾਂ ਮਨਜੀਤ ਜੀ ਤੁਸੀਂ ਗੱਲ ਕੀਤੀ ਆ ਕਿ ਅਸੀਂ weight ਕਿੰਨਾ ਲੂਜ਼ ਕਰਨਾ ਹੈਗਾ। ਸੋ ਦੇਖੋ ਹਰੇਕ ਬੰਦੇ ਦੀ ਬਾਡੀ ਡਿਫਰੈਂਟ ਹੈਗੀ ਆ, ਹਰੇਕ ਬੰਦਾ ਡਿਫਰੈਂਟ ਏਜ ਗਰੁੱਪ ਦੇ ਵਿੱਚ ਹੁੰਦਾ ਆ। ਸੋ ਸਾਡਾ ਕਿਸੇ ਦੇ ਨਾਲ ਕੋਈ ਕੰਪੀਟੀਸ਼ਨ ਨਹੀਂ ਹੈਗਾ ਜਦੋਂ ਅਸੀਂ weight ਮੈਨੇਜ ਕਰਨਾ ਆ, ਲੂਜ਼ ਕਰਨਾ, ਕਿਉਂਕਿ ਸਾਡਾ ਕੰਪੀਟੀਸ਼ਨ ਸਾਡੇ ਨਾਲ ਹੈਗਾ। ਸੋ ਉਹਦੇ ਵਿੱਚ ਕੀ ਹੈਗਾ ਕਿ ਤੁਹਾਡਾ ਜਿਹੜਾ ਇੱਕ ਆਈਡਲ weight ਹੈਗਾ, ਜੇ ਤੁਸੀਂ ਯੰਗ ਹੈਗੇ ਆ, ਪ੍ਰੋਪਰ ਐਕਸਰਸਾਈਜ਼ ਕਰ ਰਹੇ ਹੈਗੇ, ਪ੍ਰੋਪਰ ਡਾਈਟ ਲੈ ਰਹੇ ਆ, ਇੱਕ ਪ੍ਰੋਪਰ ਪਲਾਨ ਫੋਲੋ ਕਰ ਰਹੇ ਆ, ਤਾਂ ਦਿਨ ਤੁਸੀਂ ਇੱਕ ਵੀਕ ਦੇ ਵਿੱਚ 2 ਪਾਉਂਡ ਤੱਕ ਲੂਜ਼ ਕਰ ਲਓ, ਇਟਸ ਓਕੇ। ਪਰ ਇਦਾਂ ਨਹੀਂ ਹੈਗਾ ਕਿ ਤੁਸੀਂ ਕਹੋ ਕਿ ਮੈਂ ਮਹੀਨੇ ਦੇ ਵਿੱਚ 20 ਪਾਉਂਡ ਲੂਜ਼ ਕਰਨਾ ਹੈਗਾ ਆ। ਸੋ ਉਹ ਜਿਹੜਾ ਇੱਕ ਅਨਹੈਲਦੀ ਵੇ ਨਾ ਕਰੋ, ਇਹ ਕੋਈ ਸ਼ਾਰਟਕਟ ਨਹੀਂ ਹੈਗਾ। ਸੋ ਇਹਦੇ ਵਿੱਚ ਆਪਾਂ ਕੋਈ ਕੁਇਕ ਫਿਕਸ ਨਹੀਂ ਕਰਨੇ ਚਾਹੀਦੇ। ਸੋ ਤੁਸੀਂ ਜੇ ਹੁਣ weight gain ਕਰਨ ਨੂੰ ਟਾਈਮ ਲੱਗਾ, weight lose ਕਰਨ ਨੂੰ ਵੀ ਟਾਈਮ ਲੱਗ ਸਕਦਾ। ਸੋ ਬੀ ਪੇਸ਼ੈਂਟ ਵਿਦ ਦੈਟ। ਆਪਣਾ ਗੋਲ ਲਿਖੋ ਕਿ ਤੁਸੀਂ ਟੋਟਲ ਕਿੰਨਾ ਲੂਜ਼ ਕਰਨਾ ਚਾਹੁੰਦੇ। ਜਿੱਦਾਂ ਮੈਂ 30 ਪਾਉਂਡ ਲੂਜ਼ ਕਰਨਾ ਚਾਹੁੰਦੀ ਹਾਂ, ਸੋ ਫਰਸਟ ਮੰਥ ਮੇਰਾ ਕੀ ਗੋਲ ਹੋਊਗਾ ਕਿ ਮੈਂ 7-8 ਪਾਉਂਡ ਜਿਹੜਾ ਲੂਜ਼ ਕਰ ਲਵਾਂ। ਸੋ ਉਹਦੇ ਵਿੱਚ ਤੁਸੀਂ ਜਿਹੜਾ ਚੀਜ਼ ਹੈਗੀ ਉਹ ਫੋਲੋ ਕਰਨੀ ਕਿ ਆਪਣਾ ਲਾਈਫ ਸਟਾਈਲ ਤੇ ਜ਼ਿਆਦਾ ਫੋਕਸ ਕਰੋ, ਕਿ ਨਾ ਕਿ ਤੁਸੀਂ ਕੋਈ ਕੁਇਕ ਫਿਕਸ ਕਰਨ ਦੀ ਕੋਸ਼ਿਸ਼ ਕਰੀਏ। ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ, ਕੋਈ ਕਹਿੰਦੇ ਕਿ ਬਸ ਆ ਪਾਊਡਰ ਪੀ ਲਓ ਜਾਂ ਟੀ ਪੀ ਲਓ ਜਾਂ ਆਹ ਪਿਲ ਖਾ ਲਓ ਜਾਂ ਫਿਰ ਭੁੱਖੇ ਰਹਿ ਕੇ ਕ੍ਰੈਸ਼ ਡਾਈਟਿੰਗ ਕਰਕੇ। ਸੋ ਦੇਖੋ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਆ, ਮੇਰੀ ਹਰੇਕ ਬਾਡੀ ਨੂੰ ਉਹਦੇ ਫੰਕਸ਼ਨ ਕਰਨ ਲਈ ਬਹੁਤ ਸਾਰੇ ਨਿਊਟ੍ਰੀਸ਼ਨਸ ਦੀ ਲੋੜ ਆ। ਜੇ ਅਸੀਂ ਕ੍ਰੈਸ਼ ਡਾਈਟਿੰਗ ਕਰਾਂਗੇ, ਅਸੀਂ ਆਪਣੇ ਸਿਸਟਮ ਨੂੰ ਪੂਰਾ ਡਿਸਟਰਬ ਕਰ ਰਹੇ ਹੈਗੇ ਆ। ਸੋ ਉਹ ਜਿਹੜੇ ਤੁਸੀਂ ਇੱਕ ਆਪਣੇ ਬਾਡੀ ਦਾ ਇੱਕ ਸਿਸਟਮ ਆ, ਇੱਕ ਨੈਚੁਰਲ ਗੋਡ ਨੇ ਇੱਕ ਸਿਸਟਮ, ਸਟਰੋਂਗ ਸਿਸਟਮ ਸਾਡੇ ਵਿੱਚ ਪਾਇਆ ਹੋਇਆ ਆ। ਸੋ ਉਹਨੂੰ ਤੁਸੀਂ ਪੂਰਾ ਡਿਸਟਰਬ ਕਰਦੇ। ਜਦੋਂ ਭੁੱਖੇ ਰਹਿੰਦੇ ਆ, ਸਾਡੀ ਬਾਡੀ ਨੇ ਆਲਰੇਡੀ ਫੂਡ ਸਟੋਰ ਕੀਤਾ ਹੁੰਦਾ ਐਮਰਜੈਂਸੀ ਲਈ। ਸੋ ਕੀ ਹੈਗਾ, ਜਦੋਂ ਤੁਸੀਂ ਆਪਣੀ ਜਿਹੜੇ ਆਪਣੀ ਫੈਟ ਸਟੋਰ ਕੀਤੀ ਹੁੰਦੀ ਆ, ਸੋ ਜਦੋਂ ਅਸੀਂ ਭੁੱਖੇ ਰਹਿੰਦੇ, ਸਾਡੀ ਬਾਡੀ ਉਹ ਰੂਮਸ ਦੇ ਵਿੱਚੋਂ ਪਹਿਲਾਂ ਉਹ ਫੈਟ ਕੰਜ਼ਿਊਮ ਕਰਕੇ ਸਾਨੂੰ ਜਿੰਦਾ ਰੱਖਦੀ ਆ। ਬਿਲਕੁਲ। ਸੋ ਜਿੱਦਾਂ ਅਸੀਂ ਕੋਈ ਵੀ ਹੈ, ਜੇ ਕੋਈ ਵਰਤ ਰੱਖਦਾ, ਉਹ ਇੱਕ ਦਿਨ ਚ ਭੁੱਖਾ ਰਹਿਣਾ ਮਰ ਨਹੀਂ ਜਾਂਦਾ, ਕਿਉਂਕਿ ਉਹਨੂੰ ਪਤਾ ਕਿ ਸਾਡੀ ਬਾਡੀ ਨੇ ਉਹ ਯੂਜ਼ ਕਰਨਾ। ਸੋ ਪਰ ਜੇ ਤੁਸੀਂ ਫੂਡ ਕ੍ਰੈਸ਼ ਡਾਈਟਿੰਗ ਕਰਦੇ ਹੈਗੇ ਆ, ਤੇ ਜਦੋਂ ਤੁਸੀਂ ਫਿਰ ਪ੍ਰੋਪਰ ਡਾਈਟ ਪਲਾਨ ਸ਼ੁਰੂ ਕਰ ਦੇਣਾ ਆਪਣਾ, ਸੋ ਤੁਹਾਡੀ ਜਿਹੜੀ ਬਾਡੀ ਆ, ਪਹਿਲਾਂ ਉਹਨਾਂ ਨੇ ਉਹ ਜਿਹੜੇ ਐਮਟੀ ਰੂਮਸ ਹੋਏ ਆ ਨਾ, ਉਹਨੂੰ ਫਿਲ ਕਰ ਦੇਣਾ, ਉਹ ਤੁਹਾਡੀ ਸਟੋਰੇਜ 'ਚ ਪਹਿਲਾਂ ਜਾਣਾ। ਸੋ ਤੁਸੀਂ ਜੋ ਲੂਜ਼ ਕੀਤਾ ਹੈਗਾ ਆ, ਉਹ ਕੰਪਨੀ ਕਹਿੰਦਾ ਆਪਣੀ ਬਾਡੀ ਦਾ ਸਿਸਟਮ ਇੰਨਾ ਸਟਰੋਂਗ ਹੈ, ਉਹਨੇ ਆਪਣੇ ਆਪ ਨੂੰ ਹਮੇਸ਼ਾ ਤਿਆਰ ਰੱਖਣਾ ਆ। ਤੁਸੀਂ ਦੇਖਿਆ ਹੋਗਾ ਸੰਦੀਪ ਜੀ, ਜਿਹੜੇ ਲੋਕ ਬਿਨਾਂ ਐਕਸਰਸਾਈਜ਼ ਤੋਂ ਮਤਲਬ ਡਾਈਟਿੰਗ ਕਰਕੇ weight ਨੂੰ ਲੂਜ਼ ਕਰਨਾ ਸ਼ੁਰੂ ਕਰ ਦਿੰਦੇ ਆ, ਪਹਿਲਾਂ ਉਹਨਾਂ ਦਾ ਜਿਹੜਾ ਵਾਟਰ weight ਆ ਉਹ ਤੁਹਾਨੂੰ ਰਿਡਕਸ਼ਨ ਜ਼ਰੂਰ ਦਿਸਦੀ ਆ, ਰਿਡਿਊਸ ਹੋਇਆ weight ਦਿਖਦਾ ਕਿ ਇਹਨੇ ਮੰਥ ਦੇ ਅੰਦਰ ਜਾਂ 2 ਮੰਥ ਦੇ ਅੰਦਰ ਕਿ ਮੈਂ ਸਿਰਫ ਆਪਣੀ ਡਾਈਟ ਤੇ ਕੰਟਰੋਲ ਕੀਤਾ, ਮਤਲਬ ਮੈਂ ਖਾਣਾ ਹੀ ਛੱਡ ਦਿੱਤਾ, ਰੋਟੀ ਖਾਣੀ ਛੱਡਤੀ। ਬੇਸਿਕਲੀ ਤੁਸੀਂ ਜ਼ਿਆਦਾ ਇਹ ਸੁਣਦੇ ਆ ਕਿ ਮੈਂ ਰੋਟੀ ਛੱਡ ਦਿੱਤੀ, ਮੈਂ ਸਿਰਫ ਦਾਲ ਸਬਜ਼ੀ ਫਰੂਟਸ ਇਹੀ ਚੀਜ਼ਾਂ ਖਾਣੀਆਂ ਸ਼ੁਰੂ ਕਰ ਦਿੱਤੀਆਂ।
ਜੇ ਤੁਸੀਂ ਉਹਨਾਂ ਨੂੰ ਪੁੱਛਦੇ ਆ ਕਿ ਫਿਜ਼ੀਕਲ ਐਕਟੀਵਿਟੀਜ਼ ਤੁਸੀਂ ਕੋਈ ਐਡ ਕੀਤੀ, ਨਹੀਂ ਮੈਂ ਕੋਈ ਐਕਸਰਸਾਈਜ਼ ਵਗੈਰਾ ਕੋਈ ਨਹੀਂ ਕੀਤੀ, ਪਰ ਮੈਂ ਜਿਹੜੀ ਆ ਰੋਟੀ ਬੰਦ ਕਰਕੇ ਭਾਰ ਘਟਾ ਲਿਆ ਆਪਣਾ। ਸੋ ਜਿਹੜਾ ਵਾਟਰ ਵੇਟ ਸੀ ਉਹ ਰਿਡਿਊਸ ਹੋ ਗਿਆ। ਸ਼ੁਰੂ ਦੇ ਵਿੱਚ ਤੁਹਾਨੂੰ ਦਿਖਣ ਲੱਗ ਜਾਂਦਾ ਕਿ ਹਾਂ ਬੰਦਾ ਸਲਿਮ ਹੋਣਾ ਸ਼ੁਰੂ ਹੋ ਗਿਆ ਜੀ, ਬਟ ਕੁਝ ਸਮ ਟਾਈਮ ਬਾਅਦ ਤੁਸੀਂ ਫਿਰ ਦੁਬਾਰਾ ਉਹਨਾਂ ਨੂੰ ਸਾਲ ਬਾਅਦ ਮਿਲਦੇ ਆ ਜਾਂ ਤੁਸੀਂ ਉਹਨਾਂ ਨੂੰ 6 ਮਹੀਨੇ ਬਾਅਦ ਦੁਬਾਰਾ ਮਿਲਦੇ ਆ, ਤੁਸੀਂ ਦੇਖੋਗੇ ਕਿ ਦੁਬਾਰਾ ਫਿਰ ਉਹਨਾਂ ਨੇ ਉਹ weight ਨੂੰ ਦੁਬਾਰਾ ਗੇਨ ਕੀਤਾ ਹੈ ਹੁੰਦਾ। ਬਿਲਕੁਲ ਮਨਜੀਤ ਜੀ, ਜਦੋਂ ਆਪਾਂ weight ਮੈਨੇਜਮੈਂਟ ਦਾ ਪ੍ਰੋਗਰਾਮ ਤੇ ਜਾਂਦੇ ਆ, ਆਪਾਂ ਕਾਰਬਸ ਕੱਟ ਡਾਊਨ ਕਰਨੇ ਹੁੰਦੇ ਆ, ਪਰ ਕਾਰਬਸ ਕੱਟ ਡਾਊਨ ਕਰਨ ਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਬਿਲਕੁਲ ਕਾਰਬਸ ਨਹੀਂ ਲੈਣੇ, ਕਿਉਂਕਿ ਸਾਡੀ ਬਾਡੀ ਨੂੰ ਫੰਕਸ਼ਨ ਕਰਨ ਲਈ ਕਾਰਬਸ ਵੀ ਚਾਹੀਦੇ ਹੈਗੇ ਆ। ਸੋ ਬਹੁਤ ਸਾਰੇ ਫੰਕਸ਼ਨ ਕਾਰਬਸ ਦੇ ਹੈਗੇ ਸਾਡੀ ਸਿਸਟਮ ਦੇ ਵਿੱਚ, ਬਾਡੀ ਦੇ ਵਿੱਚ, ਪਰ ਅਸੀਂ ਉਹਨਾਂ ਨੂੰ ਕੱਟ ਡਾਊਨ ਕਰਨਾ, ਨਾ ਕਿ ਉਹਨਾਂ ਨੂੰ ਬਿਲਕੁਲ ਐਲੀਮੀਨੇਟ ਕਰ ਦੇਣਾ। ਸੋ ਫਿਰ ਉਹੀ ਪ੍ਰੋਬਲਮ ਫਿਰ ਆਊਗੀ ਜੇ ਤੁਸੀਂ ਉਹਨੂੰ ਬਿਲਕੁਲ ਐਲੀਮੀਨੇਟ ਕਰ ਦਿੰਦੇ ਆ। ਜਦੋਂ ਫਿਰ ਤੁਸੀਂ ਇਵਨ ਬ੍ਰੇਨ ਫੰਕਸ਼ਨ ਕਰਨ ਲਈ ਵੀ ਗਲੂਕੋਜ਼ ਦੀ, ਉਹਨੂੰ ਸ਼ੂਗਰ ਦੀ ਜ਼ਰੂਰਤ ਆ। ਸੋ ਜਦੋਂ ਤੁਸੀਂ ਦੁਬਾਰਾ ਸਟਾਰਟ ਕਰਨੇ ਹੋ ਫਿਰ ਉਹ ਸਟੋਰੇਜ ਦੇ ਵਿੱਚ ਹੀ ਜਾਣਾ, ਕਿਉਂਕਿ ਸਾਡੀ ਬਾਡੀ ਨੇ ਪਹਿਲਾਂ ਸਟੋਰੇਜ ਜਿਹੜੀ ਐਮਰਜੈਂਸੀ ਲਈ ਉਹਨੇ ਕੀਤੀ ਆ ਉੱਥੋਂ ਯੂਜ਼ ਕਰ ਲੈਣਾ। ਜਦੋਂ ਤੁਸੀਂ ਦੁਬਾਰਾ ਸਟਾਰਟ ਕਰਨਾ ਆ ਆਪਣਾ ਕਾਰਬਸ ਲੈਣੇ, ਤੇ ਉਹਨੇ ਫਿਰ ਉੱਥੇ ਚਲ ਜਾਣਾ। ਸੋ ਇਹ ਜ਼ਰੂਰ ਹੈਗਾ ਕਿ ਤੁਹਾਨੂੰ ਡਾਈਟ ਪਲਾਨ ਕਰਨੀ ਪੈਣੀ ਆ, ਕਾਰਬਸ ਕੱਟ ਡਾਊਨ ਕਰਨੇ ਪੈਣੇ ਆ, ਗੁੱਡ ਪ੍ਰੋਟੀਨਸ ਵਧਾਉਣੇ ਪੈਣੇ ਆ ਜੀ। ਬਿਲਕੁਲ। ਸੋ ਉਹ ਆਪਾਂ ਚੀਜ਼ ਸਵਿਚ ਕਰਨੀ ਆ, ਆਪਣੀ ਲਾਈਫ ਸਟਾਈਲ ਦੇ ਵਿੱਚ ਚੇਂਜਸ ਕਰਨੀਆਂ, ਬਟ ਇਹ ਨਹੀਂ ਹੈਗਾ ਕਿ ਅਸੀਂ ਬੰਦ ਕਰਕੇ ਭੁੱਖੇ ਰਹਿ ਕੇ ਕ੍ਰੈਸ਼ ਡਾਈਟਿੰਗ ਕਰਕੇ ਆਪਣੇ ਆਪ ਨੂੰ ਸਲਿਮ ਕਰਨ ਦੀ ਕੋਸ਼ਿਸ਼ ਕਰਨਾ ਜਾਂ weight ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਨਾ। ਉਹ ਕੁਝ ਟਾਈਮ ਦੇ ਵਿੱਚ ਰਿਜ਼ਲਟ ਜ਼ਰੂਰ ਦਿਖਦੇ ਹੈਗੇ ਆ, ਪਰ ਉਹ ਲੌਂਗ ਰਨ ਦੇ ਵਿੱਚ ਤੁਹਾਡੇ ਲਈ ਉਹ ਬੁਰੇ ਅਸਰ ਲੈ ਕੇ ਆ ਸਕਦਾ ਹੈ। ਜੀ, ਜਿਵੇਂ ਆਪਾਂ ਆਲਵੇਜ਼ ਗੱਲ ਕਰਦੇ ਆ 8 ਤੋਂ 10 ਫਰੂਟ ਤੇ ਸਬਜ਼ੀਆਂ ਆਪਣੀ ਡਾਈਟ ਦੇ ਵਿੱਚ ਐਡ ਕਰਨੀਆਂ। ਈਵਨ ਪਿਊਰੀਫਾਈਂਗ ਵਾਟਰ, ਬਹੁਤ ਜ਼ਰੂਰੀ ਆ, ਬਹੁਤ ਪਾਣੀ ਬਾਡੀ ਨੂੰ ਕਲੀਨਸ ਕਰਨ ਦੇ ਲਈ ਪਾਣੀ ਦੀ ਬਹੁਤ ਜ਼ਿਆਦਾ ਬਾਡੀ ਨੂੰ ਜ਼ਰੂਰਤ ਹੈਗੀ ਆ। ਸੋ ਕਈ ਵਾਰ ਸਾਡੀ ਡਾਈਟ ਦੇ ਵਿੱਚ ਪਾਣੀ ਵੀ ਮਿਸਿੰਗ ਹੈਗਾ ਆ। ਬਿਲਕੁਲ। ਜਾਂ ਤੁਸੀਂ ਕਿਸ ਤਰੀਕੇ ਨਾਲ ਪਾਣੀ ਪੀ ਰਹੇ ਆ, ਕਿੰਨਾ ਪਾਣੀ ਪੀ ਰਹੇ ਆ, ਕਿਸ ਤਰੀਕੇ ਨਾਲ ਪਾਣੀ ਪੀ ਰਹੇ ਆ। ਐਂਡ ਫਾਈਬਰ, ਜਿਹੜਾ ਮੋਸਟ ਆਫ ਦਾ ਟਾਈਮ ਸਾਡੀ ਡਾਈਟ ਦੇ ਵਿੱਚ ਫਾਈਬਰ ਜਿਹੜਾ ਉਹ ਮਿਸਿੰਗ ਹੈਗਾ ਆ। ਬਿਲਕੁਲ, ਫਾਈਬਰ ਦੇ ਬਹੁਤ ਸਾਰੇ ਫੰਕਸ਼ਨ ਹੈਗੇ ਆ, ਬਾਡੀ ਨੂੰ ਕਲੀਨ ਕਰਨ ਤੋਂ ਲੈ ਕੇ ਆਪਣੇ ਜਿਹੜੇ ਬਾਡੀ ਦੇ ਵਿੱਚ ਜਿਹੜੀ ਆਪਾਂ ਕਹਿ ਦਿੰਦੇ ਆ ਆਰਮੀ ਹੈਗੀ ਆ, ਪ੍ਰੋਟੈਕਟਿੰਗ ਆਰਮੀ, ਜਿਹੜੀ ਸਾਨੂੰ ਫਾਈਟ ਕਰਨ ਨੂੰ ਸ਼ਕਤੀ ਦਿੰਦੀ ਆ, ਉਹਨਾਂ ਨੂੰ ਵੀ ਹੈਲਦੀ ਰੱਖਣ ਲਈ, ਸਾਡੇ ਗਟ ਸਿਸਟਮ ਨੂੰ ਹੈਲਦੀ ਰੱਖਣ ਲਈ ਸਾਡਾ ਫਾਈਬਰ ਦਾ ਬਹੁਤ ਵੱਡਾ ਰੋਲ ਹੈਗਾ। ਸੋ ਮਤਲਬ ਫਾਈਬਰ ਇਜ਼ ਰੀਅਲੀ ਇੰਪੋਰਟੈਂਟ ਜਦੋਂ ਅਸੀਂ ਹੈਲਦੀ ਲਾਈਫ ਸਟਾਈਲ ਦੀ ਗੱਲ ਕਰਦੇ ਹਾਂ। ਸੋ ਫਾਈਬਰ ਵਾਲੀਆਂ ਚੀਜ਼ਾਂ ਖਾਣੀਆਂ, ਫਾਈਬਰ ਖਾਣਾ ਬਹੁਤ ਜ਼ਿਆਦਾ ਇੰਪੋਰਟੈਂਟ ਆ, ਬਹੁਤ ਜ਼ਰੂਰੀ ਆ। ਈਵਨ ਤੁਸੀਂ ਦੇਖਿਆ ਹੋਵੇਗਾ ਕਿ ਇੱਕ ਕਲਚਰ ਟੂ ਕਲਚਰ ਜਿਹੜੀ ਡਾਈਟ ਆ ਉਹ ਡਿਫਰੈਂਟ ਤਰੀਕੇ ਦੀ ਹੈਗੀ ਆ। ਸੋ ਇਵੇਂ ਹੁਣ ਆਪਣੇ ਕਲਚਰ ਦੇ ਵਿੱਚ ਡਿਫਰੈਂਟ ਤਰੀਕੇ ਦਾ ਫੂਡ ਅਸੀਂ ਖਾਂਦੇ ਆ ਤੇ ਦੂਸਰੇ ਕਲਚਰ ਦੇ ਵਿੱਚ ਡਿਫਰੈਂਟ ਤਰੀਕੇ ਦਾ ਫੂਡ ਹੈਗਾ। ਸੋ ਜਿਹੜੀ ਕਨਸਟੀਪੇਸ਼ਨ ਦੀ ਪ੍ਰੋਬਲਮ ਆ, ਇਹ ਵੀ ਇੱਕ ਬਹੁਤ ਵੱਡੀ ਸਮੱਸਿਆ ਹੈਗੀ ਆ। ਸੋ ਇਹਦੇ ਨਾਲ ਵੀ ਬਹੁਤ ਸਾਰੀਆਂ ਹੋਰ ਬਿਮਾਰੀਆਂ ਜਿਵੇਂ ਭਾਰ ਦਾ ਵੱਧ ਜਾਣਾ, ਸਕਿਨ ਦੀਆਂ ਪ੍ਰੋਬਲਮਸ, ਮਾਈਗ੍ਰੇਨਸ ਦੀ ਪ੍ਰੋਬਲਮ, ਹੋਰ ਬਹੁਤ ਸਾਰੀਆਂ ਪ੍ਰੋਬਲਮਸ ਜਿਹੜੀਆਂ ਉਹ ਕਨਸਟੀਪੇਸ਼ਨ ਤੋਂ ਆਉਣੀਆਂ। ਐਂਡ ਆਪਾਂ ਇਹਦੇ ਬਾਰੇ ਮਤਲਬ ਗੱਲਬਾਤ ਵੀ ਨਹੀਂ ਕਰਦੇ, ਆਪਾਂ ਚੰਗਾ ਨਹੀਂ ਸਮਝਦੇ ਵੀ ਇਹਦੇ ਬਾਰੇ ਅਸੀਂ ਸ਼ੇਅਰ ਕਰੀਏ ਜਾਂ ਇਹਦੇ ਬਾਰੇ ਕੋਈ ਗੱਲਬਾਤ ਕਰੀਏ। ਸੋ ਜੇ ਤੁਸੀਂ ਫਾਈਬਰ ਦੀ ਮਾਤਰਾ ਆਪਣੀ ਡੇਲੀ ਫੂਡ ਦੇ ਵਿੱਚ ਵਧਾ ਦੋਗੇ ਤੇ ਤੁਸੀਂ ਇਸ ਸਮੱਸਿਆ ਤੋਂ ਵੀ ਛੁਟਕਾਰਾ ਪਾ ਸਕਦੇ। ਸੋ ਇਸ ਕਰਕੇ ਜਿਹੜਾ ਫਾਈਬਰ ਆ, ਜਿਹੜੇ ਇਹ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗਾ ਸਾਡੇ ਲਈ। ਬਿਲਕੁਲ, ਜਦੋਂ ਤੁਹਾਡਾ ਬਾਡੀ ਕਲੀਨ ਨਹੀਂ ਹੋ ਰਹੀ ਤਾਂ ਜਿਹੜੀ ਉਹ ਜਿੱਦਾਂ ਆਪਾਂ ਕਹਿੰਦੇ ਕਿ ਉਹ ਜਿਹੜਾ ਸਕਿਨ ਦੇ ਉੱਤੇ ਪਿੰਪਲਸ ਆਉਂਦੀਆਂ, ਉਹ ਇੱਕ ਤਰ੍ਹਾਂ ਨਾਲ ਬਾਡੀ ਉਹ ਅੰਦਰਲਾ ਗੰਦ ਬਾਹਰ ਕੱਢ ਰਹੀ ਆ। ਜੀ ਬਿਲਕੁਲ। ਉਹ ਦੈਟਸ ਵਾਈ ਉਹ ਤੁਹਾਨੂੰ ਪਿੰਪਲਸ, ਐਕਨੇ ਪ੍ਰੋਬਲਮ ਆਉਂਦੀਆਂ, ਜੋ ਤੁਹਾਡਾ ਸਟਮਕ ਜਾਂ ਕਲੀਨ ਨਹੀਂ ਹੁੰਦਾ ਹੈਗਾ, ਵੇਸਟ ਜਿਹੜਾ ਉਹ ਬਾਹਰ ਜਾਣਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਸੋ ਫਾਈਬਰ, ਜਿੱਦਾਂ ਹੁਣ ਆਪਾਂ ਤੁਸੀਂ ਕਿਹਾ ਕਿ ਅਸੀਂ ਕਈ ਵਾਰ ਆਪਣੀ ਡਾਈਟ ਛੱਡ ਕੇ ਦੂਸਰੇ ਕਲਚਰ ਦੀ ਡਾਈਟ ਫੋਲੋ ਸ਼ੁਰੂ ਕਰ ਦਿੰਦੇ ਆ, ਸਾਡੀ ਕਈ ਵਾਰ ਬਾਡੀ ਉਹਨੂੰ ਇੱਕਦਮ ਅਸੈਪਟ ਨਹੀਂ ਕਰਦੀ। ਸੋ ਜਿਹੜਾ ਅਸੀਂ ਜ਼ਿਆਦਾ ਵਾਈਟ ਚੀਜ਼ਾਂ ਖਾਈ ਜਾਂਦੇ ਆ, ਪਾਸਤਾ ਜਿਹੜੇ ਵਾਈਟ ਖਾਈ ਜਾਂਦੇ, ਬਲੀਚਡ ਚੀਜ਼ਾਂ ਖਾਈ ਜਾਂਦੇ ਆ, ਵਿਦਆਊਟ ਫਾਈਬਰ ਖਾਈ ਜਾਂਦੇ ਆ। ਸੋ ਐਟ ਦ ਐਂਡ ਆਫ ਡੇ ਸਾਡੀ ਬਾਡੀ ਨੂੰ ਪੇ ਕਰਨਾ ਪੈਂਦਾ ਹੈਗਾ। ਸੋ ਫਾਈਬਰ ਰਿਚ ਚੀਜ਼ਾਂ ਖਾਣੀਆਂ ਬਹੁਤ ਜ਼ਿਆਦਾ ਜ਼ਰੂਰੀ ਹੈਗੀਆਂ ਆ। ਸੋ ਸਾਡੀ ਹੈਲਥ ਲਈ ਬਹੁਤ ਵੱਡਾ ਰੋਲ ਪਲੇ ਕਰਦਾ। ਕਿਸੇ ਦਿਨ ਆਪਾਂ ਸਿਰਫ ਫਾਈਬਰ ਦੇ ਫੰਕਸ਼ਨਸ ਤੇ ਗੱਲ ਕਰਾਂਗੇ। ਸੋ ਵੀ ਵਿਲ ਟਾਕ ਇਨ ਡੀਟੇਲਸ ਕਿੰਨਾ ਇੰਪੋਰਟੈਂਟ ਹੈਲਥ ਜਿਹੜੀ ਆ, ਲਿਵਰ ਨੂੰ ਕਲੀਨ ਕਰਨਾ। ਸੋ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ। ਇਹ ਫਰਸਟ ਸਟੈਪ ਹੈਗਾ ਐਕਚੁਅਲੀ, ਜੇ ਤੁਸੀਂ ਆਪਣੇ weight ਨੂੰ ਮੈਨੇਜ ਕਰਨਾ ਆ, ਆਪਣੇ weight ਨੂੰ ਘਟਾਉਣਾ ਚਾਹੁੰਦੇ ਆ, ਦੈਨ ਫਰਸਟ ਸਟੈਪ ਆ ਜਿਹੜਾ ਉਹ ਲਿਵਰ ਤੋਂ ਸ਼ੁਰੂ ਹੁੰਦਾ ਕਿ ਲਿਵਰ ਨੂੰ ਕਲੀਨ ਕਰਨਾ ਜਿਹੜਾ ਉਹ ਬਹੁਤ ਹੀ ਜ਼ਿਆਦਾ ਜ਼ਰੂਰੀ ਆ। ਕਿਸ ਤਰੀਕੇ ਦੇ ਨਾਲ ਅਸੀਂ ਆਪਣੇ ਲਿਵਰ ਨੂੰ ਹੈਲਥੀ ਰੱਖ ਸਕਦੇ ਹਾਂ, ਕਿਸ ਤਰੀਕੇ ਨਾਲ ਇਹਨੂੰ ਕਲੀਨਸ ਕਰ ਸਕਦੇ ਹਾਂ, ਡਿਟੌਕਸੀਫਾਈ ਜਿਹਨੂੰ ਆਪਾਂ ਕਹਿੰਦੇ ਆ, ਕਿਸ ਤਰੀਕੇ ਨਾਲ ਕਰ ਸਕਦੇ ਆ। ਐਂਡ ਦੂਸਰਾ ਜਿਹੜਾ ਫਾਈਬਰ ਆ, ਉਹਨੂੰ ਗਰਮ ਪਾਣੀ ਦੇ ਵਿੱਚ ਲੈ ਕੇ
ਤੁਸੀਂ ਆਪਣੀ ਬਾਡੀ ਨੂੰ ਕਿੱਦਾਂ ਕਲੀਨਸ ਕਰ ਸਕਦੇ ਆ, ਕਿਸ ਤਰੀਕੇ ਦੇ ਨਾਲ ਆਪਣੇ ਬਾਡੀ ਨੂੰ ਮੋਰ ਫਾਈਬਰ ਦੇ ਕੇ ਉਹਨੂੰ ਕਿਸ ਤਰੀਕੇ ਨਾਲ ਕਲੀਨ ਕਰ ਸਕਦੇ। ਸੋ ਇਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਇੱਕ ਦਿਨ ਸਿਰਫ ਇਸੇ ਟੌਪਿਕ ਤੇ ਗੱਲਬਾਤ ਕਰਾਂਗੇ। ਤੁਸੀਂ ਆਹ ਲੀਵਰ ਹੈਲਥ ਦੀ ਬਹੁਤ ਵਧੀਆ ਗੱਲ ਕੀਤੀ ਆ ਕਿ ਇੱਕ ਜਦੋਂ ਅਸੀਂ weight ਮੈਨੇਜਮੈਂਟ ਦਾ ਪ੍ਰੋਗਰਾਮ ਸਟਾਰਟ ਕਰਨਾ ਹੈਗਾ, ਜਦੋਂ ਤੁਸੀਂ ਕਿਹਾ ਕਿ ਸਾਨੂੰ ਸਭ ਤੋਂ ਪਹਿਲਾਂ ਆਪਣੇ ਲੀਵਰ ਤੋਂ ਸਟਾਰਟ ਕਰਨਾ ਚਾਹੀਦਾ, ਕਿਉਂਕਿ ਜੇ ਹੁਣ ਜਿੱਦਾਂ ਹੁਣ ਲੀਵਰ ਕੀ ਹੈਗਾ, ਜਿੱਦਾਂ ਇੱਕ ਕਾਰ ਇੰਜਨ ਦੇ ਵਿੱਚ ਫਿਲਟਰ ਆ, ਜੇ ਉਹ ਫਿਲਟਰ ਕਲੀਨ ਨਹੀਂ ਹੈਗਾ, ਪੂਰਾ ਕਲੌਗਡ ਹੋਇਆ ਆ, ਆਪਾਂ ਉਹਨੂੰ ਕਲੀਨ ਨਹੀਂ ਕਦੇ ਕੀਤਾ, ਤੇ ਹੁਣ ਤੁਸੀਂ ਉਹਦੇ ਵਿੱਚ ਇੱਕ ਪ੍ਰੀਮੀਅਰ ਗੈਸ ਵੀ ਪਾਉਣ ਲੱਗ ਪਏ ਆ, ਤਾਂ ਫਿਲਟਰ ਤਾਂ ਆਲਰੇਡੀ ਕਲੌਗਡ ਹੈਗਾ, ਉਹਦੇ ਵਿੱਚ ਹੁਣ ਤੁਸੀਂ ਪ੍ਰੀਮੀਅਮ ਪਾਉਣੇ ਕਿ ਰੈਗੂਲਰ ਗੈਸ ਪਾਉਣੇ ਆ, ਉਹ ਕਾਰ ਨੂੰ ਜ਼ਿਆਦਾ ਫਰਕ ਨਹੀਂ ਕਰੂਗਾ। ਸੋ ਸੇਮ ਥਿੰਗ ਜੇ ਅਸੀਂ ਹੁਣ weight ਮੈਨੇਜਮੈਂਟ ਦੇ ਉੱਤੇ ਜਾਣਾ ਚਾਹੁੰਦੇ ਆ, ਅਸੀਂ ਆਪਣਾ ਲਾਈਫ ਸਟਾਈਲ ਹੈਲਦੀ ਕਰਨਾ ਚਾਹੁੰਦੇ ਆ, ਤਾਂ ਸਾਨੂੰ ਮਤਲਬ ਅਸੀਂ ਪ੍ਰੀਮੀਅਮ ਲਾਈਫ ਚਾਹੁੰਦੇ ਹੁਣ, ਸੋ ਉਹਦੇ ਲਈ ਪਹਿਲਾਂ ਸਾਨੂੰ ਆਪਣੇ ਫਿਲਟਰ ਤੇ ਕੰਮ ਕਰਨਾ ਪੈਣਾ, ਸਾਨੂੰ ਆਪਣੇ ਲੀਵਰ ਤੇ ਕੰਮ ਕਰਨਾ ਪੈਣਾ। ਸੋ ਉਹਦੇ ਲਈ ਜਿੱਦਾਂ ਮਿਲਕ ਥਿਸਲ ਜਾਂ ਇੱਦਾਂ ਹੋਰ ਆਪਣੇ ਕੋਲ ਬਹੁਤ ਸਾਰਾ ਕੁਝ ਹੈਗਾ ਆ। ਸੋ ਪਹਿਲਾਂ ਆਪਣੇ ਲੀਵਰ ਨੂੰ ਕਲੀਨ ਕਰਨਾ ਫਰਸਟ ਸਟੈਪ, ਜਦੋਂ ਤੁਸੀਂ ਕਿਹਾ ਕਿ ਫਰਸਟ ਸਟੈਪ ਬੇਸਿਕ ਸਟੈਪ ਹੋ ਜਾਂਦਾ, ਜਿੱਥੋਂ ਅਸੀਂ ਆਪਣੀ weight ਮੈਨੇਜਮੈਂਟ ਨੂੰ ਪਲਾਨ ਕਰਨਾ ਸ਼ੁਰੂ ਕਰ ਸਕਦੇ ਹਾਂ। ਸੋ ਇਹ ਲੀਵਰ ਜਿਹੜਾ ਬਹੁਤ ਫੰਕਸ਼ਨ ਪਰਫਾਰਮ ਕਰਦਾ ਆ, ਬਹੁਤ ਇੰਪੋਰਟੈਂਟ ਆਰਗਨ ਹੈਗਾ। ਸੋ ਇਹਦੇ ਲਈ ਸਾਨੂੰ ਕੁਛ ਈਵਨ ਮੈਂ ਤਾਂ ਕਹੂੰਗੀ ਸੰਦੀਪ ਜੀ, ਚਾਹੇ ਤੁਸੀਂ weight lose ਕਰਨਾ ਜਾਂ ਮੈਨੇਜ ਨਹੀਂ ਵੀ ਕਰਨਾ, ਮਤਲਬ ਲਿਵਰ ਜਿਹੜਾ ਕਲੀਨ ਕਰਨਾ, ਲਿਵਰ ਕਲੀਨਸ ਕਰਨਾ, ਡਿਟੌਕਸੀਫਾਈ ਕਰਨਾ, ਹਰ ਇੱਕ ਪਰਸਨ ਨੂੰ, ਚਾਹੇ ਫੀਮੇਲ ਆ ਚਾਹੇ ਮੇਲ ਆ, ਮਤਲਬ ਸਾਨੂੰ ਸਾਰਿਆਂ ਨੂੰ ਇਹਦੀ ਜ਼ਰੂਰਤ ਹੈਗੀ ਆ ਕਿ ਅਸੀਂ ਆਪਣੇ ਆਪ ਨੂੰ ਸਿਹਤਮੰਦ ਰੱਖਣ ਦੇ ਲਈ ਆਪਣੇ ਫਿਲਟਰ ਨੂੰ ਜ਼ਰੂਰ ਕਲੀਨ ਕਰੀਏ। ਬਿਲਕੁਲ। ਸੋ ਜਿੱਦਾਂ ਹੁਣ ਆਪਣਾ ਲਾਈਫ ਸਟਾਈਲ ਹੈਗਾ, ਇਹਦਾ ਆਪਾਂ ਖਾਣ ਪੀਣ ਦੀ ਗੱਲ ਕਰੀਏ, ਅਸੀਂ ਆਊਟਸਾਈਡ ਫੂਡ ਖਾ ਰਹੇ ਹਾਂ, ਫਰਾਈਡ ਫੂਡ ਖਾ ਰਹੇ ਹਾਂ, ਆਪਣੀ ਕਮਿਊਨਿਟੀ ਵਿੱਚ ਸ਼ਰਾਬ ਆਮ ਚੱਲਦੀ ਆ। ਸੋ ਇਹ ਚੀਜ਼ਾਂ ਸਾਰੀਆਂ ਸਾਡੇ ਲੀਵਰ ਤੇ ਜਾਂਦੀਆਂ, ਤੇ ਜੇ ਤੁਸੀਂ ਮਤਲਬ ਨਿੱਕੀ ਨਿੱਕੀ ਗੱਲ ਤੇ ਟੈਨਾਨੋਲ ਖਾਂਦੇ ਆ, ਐਡਵਿਲ ਖਾਂਦੇ ਆ, ਜਾਂ ਬਹੁਤ ਸਾਰੀ ਮੈਡੀਕੇਸ਼ਨ ਖਾਈ ਜਾ ਰਹੇ ਹੈਗੇ ਆ, ਸੋ ਮੈਡੀਕੇਸ਼ਨ ਵੀ ਤੁਹਾਡੀ ਸਭ ਤੋਂ ਪਹਿਲਾਂ ਲੀਵਰ ਦੇ ਕੋਲ ਜਾਂਦੀ ਆ। ਸੋ ਇਹ ਸਾਰੀਆਂ ਚੀਜ਼ਾਂ ਸਾਡੇ ਲੀਵਰ ਨੂੰ ਲੋਡ ਕਰਦੀਆਂ ਹੈਗੀਆਂ। ਜੀ ਬਿਲਕੁਲ। ਈਵਨ ਮੀਟ, ਹੁਣ ਇਸ ਕੰਟਰੀ ਦੇ ਵਿੱਚ ਆਪਾਂ ਚਿਕਨ ਆ ਜਾਂ ਮੀਟ ਆ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਯੂਜ਼ ਕਰਨਾ ਸ਼ੁਰੂ ਕਰ ਦਿੱਤਾ, ਡੇਅਰੀ ਪ੍ਰੋਡਕਟ ਆ, ਇਹ ਸਾਰਿਆਂ ਦੇ ਵਿੱਚ ਪੈਸਟੀਸਾਈਡਸ, ਹਰਬਿਸਾਈਡਸ, ਕਿੰਨੇ ਜ਼ਿਆਦਾ ਕੈਮੀਕਲਸ ਆ ਜਿਹੜੇ ਉਹ ਯੂਜ਼ ਹੋਏ ਆ। ਸੋ ਜੇ ਅਸੀਂ ਆਪਣੇ ਲਿਵਰ ਨੂੰ ਟਾਈਮ ਟੂ ਟਾਈਮ ਨਹੀਂ ਕਲੀਨ ਕਰਦੇ ਤੇ ਦੈਨ ਸਾਡੇ ਲਈ ਇਹ ਇੱਕ ਵੱਡਾ ਕਾਰਨ ਬਿਮਾਰੀਆਂ ਦਾ ਇਹ ਵੀ ਸਾਡੇ ਲਈ ਹੈਗਾ। ਬਿਲਕੁਲ ਸਹੀ ਗੱਲ ਹੈਗੀ। ਸੋ ਹੈਲਦੀ ਰਹਿਣਾ ਹੈਗਾ ਆ, ਹੈਲਦੀ ਲਾਈਫ ਸਟਾਈਲ ਰੱਖਣਾ, ਹੈਲਦੀ weight ਰੱਖਣਾ ਹੈਗਾ। ਸੋ ਯੂ ਕੈਨ ਸਟਾਰਟ ਬਾਈ ਟੇਕਿੰਗ ਕੇਅਰ ਆਫ ਯੋਰ ਲੀਵਰ ਫਰਸਟ। ਸੋ ਬਹੁਤ ਇੰਪੋਰਟੈਂਟ ਇਹ ਵੀ ਰੋਲ ਪਲੇ ਕਰਦਾ ਹੈ, ਤਾਂ ਆਪਾਂ ਇੱਥੋਂ ਸਟਾਰਟ ਕਰ ਸਕਦੇ। ਦੂਸਰਾ ਆਪਾਂ ਕਹਿੰਦੇ ਆ ਕਿ ਬੈਲੈਂਸ ਡਾਈਟ, ਜਿਹੜੀ ਬੈਲੈਂਸ ਡਾਈਟ ਦੀ ਪਰਿਭਾਸ਼ਾ ਆ ਉਹ ਕੀ ਹੈਗੀ ਆ, ਬੈਲੈਂਸ ਡਾਈਟ ਕੀ ਹੁੰਦੀ ਆ। ਸੋ ਇਹਦੇ ਲਈ ਸਾਨੂੰ ਥੋੜਾ ਜਿਹਾ ਦੱਸੋਗੇ। ਜਿਵੇਂ ਆਪਾਂ ਕਹਿੰਦੇ ਕਿ ਇੱਕ ਬੈਲੈਂਸ ਡਾਈਟ ਦੇ ਵਿੱਚ ਸਾਡੇ ਕੋਲ ਪ੍ਰੋਟੀਨ ਵੀ ਹੋਣੇ ਚਾਹੀਦੇ ਆ, ਸਾਡੇ ਕੋਲ ਕਾਰਬਸ ਵੀ ਹੋਣੇ ਚਾਹੀਦੇ ਆ, ਸਾਡੇ ਕੋਲ ਫੈਟ ਵੀ ਹੋਣੀ ਚਾਹੀਦੀ ਆ, ਨੈਚੁਰਲ ਫੈਟ, ਤੇ ਉਹਦੇ ਵਿੱਚ ਫਾਈਬਰ ਵੀ ਹੋਣਾ ਚਾਹੀਦਾ। ਸੋ ਇਹਦੀ ਕੀ ਪਰਿਭਾਸ਼ਾ ਹੈਗੀ ਆ? ਸੋ ਮੇਨ ਜਿਹੜੀ ਹੈਗੀ, ਜੇ ਅਸੀਂ ਆਪਣੀ ਪਲੇਟ ਵੱਲ ਦੇਖੀਏ ਤਾਂ ਪਲੇਟ ਦੇ ਵਿੱਚ ਜਿਹੜੀ ਹਾਫ ਆਫ ਦਾ ਪਲੇਟ ਹੈਗੀ ਆ, ਉਹ ਜਿਹੜੀ ਨੈਚੁਰਲ ਸੋਰਸ ਤੋਂ ਆਵੇ ਜੀ, ਕਿ ਜਿਹਦੇ ਵਿੱਚ ਅਸੀਂ ਕੋਈ ਪ੍ਰੋਸੈਸ ਚੀਜ਼ ਨਹੀਂ ਹੈਗੀ। ਮਤਲਬ ਜਿੰਨੀ ਸਾਡੀ ਡਾਈਟ ਦੇ ਵਿੱਚ ਲੀਫੀ ਵੈਜੀਟੇਬਲਸ ਹੋ ਗਈਆਂ, ਈਵਨ ਫਰੂਟ ਤੋਂ ਵੀ ਜ਼ਿਆਦਾ ਵੈਜੀਟੇਬਲਸ ਗੁੱਡ ਹੈਗੀਆਂ ਸਾਡੀ ਹੈਲਥ ਦੇ ਲਈ। ਸੋ ਫਰੂਟ ਐਂਡ ਵੈਜੀਟੇਬਲ, ਸਪੈਸ਼ਲੀ ਲੀਫੀ ਵੈਜੀਟੇਬਲਸ, ਜਿੱਦਾਂ ਆਪਾਂ ਜਿੰਨਾ ਸਾਡਾ ਜਿਹੜਾ ਲੀਫੀ ਵੈਜੀਟੇਬਲ ਸੀਗੇ, ਜਿੰਨੀਆਂ ਉਹ ਘੱਟ ਸਵੀਟ ਹੈਗੀਆਂ, ਉਹ ਉਨੀਆਂ ਜ਼ਿਆਦਾ ਸਾਡੇ ਲਈ ਹੈਲਦੀ ਹੈਗੀਆਂ ਆ। ਸੋ ਕਈ ਵਾਰ ਅਸੀਂ ਆਪਣੀ ਟੇਸਟ ਬਰਡਸ ਦੇ ਪਿੱਛੇ ਲੱਗ ਕੇ ਉਹਨਾਂ ਚੀਜ਼ਾਂ ਨੂੰ ਨਹੀਂ ਪ੍ਰੈਫਰੈਂਸ ਦਿੰਦੇ, ਬਟ ਜੇ ਅਸੀਂ ਹੈਲਦੀ ਰਹਿਣਾ ਹੈਗਾ ਤਾਂ ਸਾਨੂੰ ਆਪਣੀ ਉਹ ਪਲੇਟ ਵਾਚ ਕਰਨੀ ਬਹੁਤ ਜ਼ਰੂਰੀ ਆ ਕਿ ਅਸੀਂ ਉਹਦੇ ਵਿੱਚ ਕੀ ਰੱਖਿਆ ਹੈਗਾ ਆ। ਸੋ ਫਿਰ ਗ੍ਰੇਨਸ ਚਾਹੀਦੇ ਆ, ਫੈਟ ਚਾਹੀਦੀ ਆ, ਪ੍ਰੋਟੀਨ, ਸੋ 1/4 ਸਾਨੂੰ ਪ੍ਰੋਟੀਨ ਚਾਹੀਦਾ ਹੈਗਾ ਆ। ਜੀ ਬਿਲਕੁਲ। ਸੋ ਜਿਵੇਂ 45 ਤੋਂ ਲੈ ਕੇ 45 ਤੋਂ 65% ਜਿਹੜੇ ਆ ਆਪਾਂ ਨੂੰ ਕਾਰਬਸ ਚਾਹੀਦੇ ਆ, ਤੇ ਇਹਦੇ ਨਾਲ 20 ਤੋਂ 35% ਜਿਹੜੀ ਆ ਸਾਨੂੰ ਗੁੱਡ ਫੈਟ। ਜਿਵੇਂ ਸੰਦੀਪ ਜੀ ਬਹੁਤ ਵਧੀਆ ਐਗਜ਼ਾਮਪਲ ਦਿੱਤੀ ਕਿ ਗੁੱਡ ਫੈਟ ਕੀ ਹੈਗੀ ਆ, ਤੇ ਉਸ ਤੋਂ ਬਾਅਦ 10 ਤੋਂ 35% ਜਿਹੜਾ ਸਾਨੂੰ ਉਹ ਪ੍ਰੋਟੀਨ ਚਾਹੀਦਾ ਸਾਡੀ ਡਾਈਟ ਦੇ ਵਿੱਚ ਐਵਰੀ ਸਿੰਗਲ ਡੇ। ਸੋ ਜੇ ਅਸੀਂ ਬੈਲੈਂਸ ਡਾਈਟ ਲੈ ਰਹੇ ਆ, ਸਾਨੂੰ ਆਪਣੀ ਪਲੇਟ ਨੂੰ ਵਾਚ ਕਰਨ ਦੀ ਲੋੜ ਆ ਕਿ ਇਹਦੇ ਵਿੱਚ ਕਿਸ ਤਰੀਕੇ ਦਾ, ਮਤਲਬ ਸੋਰਸ ਕੀ ਸੀ ਇਹ ਮੇਰਾ ਫੂਡ, ਜਾਂ ਆਪਾਂ ਕਈ ਵਾਰ ਗੱਲਬਾਤ ਕਰਦੇ ਹਾਂ ਆਰਗੈਨਿਕ ਫੂਡ ਦੀ ਗੱਲ ਕਰਦੇ ਹਾਂ ਜਾਂ ਆਰਗੈਨਿਕ ਫਰੂਟ ਦੀ ਗੱਲ ਕਰਦੇ ਹਾਂ, ਕਿ ਜੇ ਅਸੀਂ ਕੁਆਲਿਟੀ ਦਾ ਫਰੂਟ ਸ਼ਾਪਿੰਗ ਕਰਕੇ ਲੈ ਕੇ ਆਈਏ,
ਥੋੜਾ ਜਿਹਾ ਵਾਚ ਕਰੀਏ ਕਿ ਜਦੋਂ ਅਸੀਂ ਸ਼ਾਪਿੰਗ ਕਰਨ ਗਰੋਸਰੀ ਸਟੋਰ ਦੇ ਵਿੱਚ ਗਏ ਆ, ਅਸੀਂ ਕਿੰਨਾ ਚੀਜ਼ਾਂ ਦੀ ਸ਼ਾਪਿੰਗ ਕੀਤੀ, ਕਿੰਨਾ ਕੁ ਕੁਆਲਿਟੀ ਦਾ ਪ੍ਰੋਡਕਟ ਆ, ਕਿੰਨਾ ਕੁ ਕੁਆਲਿਟੀ ਦਾ ਫਰੂਟ ਅਸੀਂ ਆਪਣੇ ਘਰ ਲੈ ਕੇ ਆਏ, ਜਾਂ ਅਸੀਂ ਕੀ ਬਾਏ ਕਰਕੇ ਲੈ ਕੇ ਆਏ ਆ। ਕਿ ਜਦੋਂ ਅਸੀਂ ਸ਼ਾਪਿੰਗ ਕਰਨ ਗਏ ਆ, ਜੇ ਤਾਂ ਅਸੀਂ ਉਹਦੇ ਵਿੱਚ ਸਾਰਾ ਜੰਕ ਫੂਡ ਮਤਲਬ ਚਿਪਸ ਵਗੈਰਾ ਜਾਂ ਹੋਰ ਫਰਾਈਜ਼ ਇਦਾਂ ਦੇ ਸ਼ਾਪਿੰਗ ਕੀਤੀ ਆ, ਤੇ ਦੈਨ ਆਬਵੀਅਸਲੀ ਅਸੀਂ ਘਰ ਆ ਕੇ ਉਹਨਾਂ ਚੀਜ਼ਾਂ ਨੂੰ ਹੀ ਬਣਾਵਾਂਗੇ। ਬਿਲਕੁਲ। ਸੋ ਆਪਣੀ ਸ਼ਾਪਿੰਗ ਕਾਰਟ ਨੂੰ ਵਾਚ ਕਰਨਾ ਵੀ ਬਹੁਤ ਜ਼ਰੂਰੀ ਆ। ਸੋ ਤੁਸੀਂ ਪਲਾਨ ਕਰਕੇ ਜਾਓ। ਸੋ ਮੈਂ ਮਨਜੀਤ ਜੀ ਦੇਖਿਆ ਆ ਕਿ ਜੇ ਤੁਸੀਂ ਘਰੋਂ ਪਲਾਨ ਕਰਕੇ ਜਾਂਦੇ ਆ ਨਾ, ਤਾਂ ਤੁਸੀਂ ਜਿਹੜੇ ਐਕਸਟਰਾ ਜੰਕ ਹੈਗਾ ਆ ਇਹ ਕੰਟਰੋਲਡ ਲੈ ਕੇ ਆਉਣੇ ਆ ਘਰ। ਜੇ ਤੁਸੀਂ ਪਲਾਨ ਨਹੀਂ ਕਰਕੇ ਜਾਂਦੇ, ਫਿਰ ਜੋ ਤੁਹਾਨੂੰ ਦਿਖਦਾ ਆ ਤੁਸੀਂ ਚੱਕੀ ਜਾਂਦੇ ਆ, ਬੱਚਿਆਂ ਲਈ ਆਹ ਚੱਕ ਲਓ, ਵੱਡਿਆਂ ਲਈ ਆਹ ਚੱਕ ਲਓ, ਆਪਣੇ ਲਈ ਆਹ ਚੱਕ ਲਓ। ਸੋ ਉਹ ਜਿਹੜੀ ਚੀਜ਼ ਆ, ਅਸੀਂ ਮਤਲਬ ਪੇ ਅਟੈਂਸ਼ਨ ਕਰੀਏ ਕਿ ਅਸੀਂ ਆਪਣੇ ਬਾਡੀ ਦੇ ਵਿੱਚ ਪਾ ਕੀ ਰਹੇ ਹੈਗੇ ਆ। ਸੋ ਇਹ ਬਹੁਤ ਇੰਪੋਰਟੈਂਟ ਹੈਗਾ ਸਾਡੇ ਲਈ ਕਿ ਸਾਡਾ weight ਉਹ ਆ what we are putting in। ਡਿਪੋਜ਼ਿਟ ਕੀ ਕਰਦੇ ਆ, ਐਵਰੀਥਿੰਗ ਜੋ ਵੀ ਆਪਾਂ ਪਹਿਲਾਂ ਵੀ ਗੱਲਬਾਤ ਕੀਤੀ ਸਨੈਕਿੰਗ ਦੀ ਜਾਂ ਜੋ ਵੀ ਖਾ ਰਹੇ ਆ, ਡਿਪੋਜ਼ਿਟ ਹੋ ਰਿਹਾ ਆ। ਸੋ ਡਿਪੋਜ਼ਿਟ ਹੋ ਰਿਹਾ ਤੇ ਵਿਦਡਰਾ ਕਿੰਨਾ ਕੁ ਹੋ ਰਿਹਾ। ਬਿਲਕੁਲ। ਔਰ ਤੁਸੀਂ ਦੇਖੋ ਜਿੰਨਾ ਤੁਸੀਂ ਫੂਡ ਲੈ ਕੇ ਆ ਰਹੇ ਹੋ ਉਹਦੇ ਵਿੱਚ ਬਹੁਤ ਸਾਰੇ ਬਾਕਸਸ ਦੇ ਉੱਤੇ ਉਹਨਾਂ ਨੇ ਮੋਡੀਫਾਈਡ ਵਰਡ ਯੂਜ਼ ਕੀਤਾ ਹੋਇਆ ਆ। ਮੋਡੀਫਾਈਡ ਕੌਰਨ ਸਟਾਰਚ, ਮੋਡੀਫਾਈਡ ਦਿਸ। ਉਹ ਜਿਹੜਾ ਮੋਡੀਫਾਈਡ ਪ੍ਰੋਡਕਟ ਹੈਗਾ ਉਹ ਸਾਡੇ ਲਈ ਗੁੱਡ ਨਹੀਂ ਹੈਗਾ, ਉਸ ਤੋਂ ਵੀ ਅਸੀਂ ਬਚੀਏ। ਸੋ ਨਾਨ GMO ਜਿਹੜੇ ਪ੍ਰੋਡਕਟ ਹੈਗੇ ਆ ਉਹ ਯੂਜ਼ ਕਰੀਏ। ਮੇਬੀ ਫਿਊ ਸੈਂਟ ਐਕਸਟਰਾ ਸਾਨੂੰ ਪੇ ਕਰਨੇ ਪੈਣ, ਬਟ ਐਟ ਦਾ ਐਂਡ ਆਫ ਡੇ ਅਸੀਂ ਆਪਣੇ ਹੈਲਥ ਦੇ ਵਿੱਚ ਇਨਵੈਸਟ ਕਰ ਰਹੇ ਹੈਗੇ ਆ। ਸੋ ਗੁੱਡ ਕੁਆਲਿਟੀ ਤੁਸੀਂ ਜਿੱਦਾਂ ਆਪਾਂ ਕੋਈ ਇੰਸ਼ੋਰੈਂਸ ਲੈਂਦੇ ਆ, ਆਪਾਂ ਦੇਖਦੇ ਹਾਂ ਕਿ ਇਹਦੀ ਕਵਰੇਜ ਕੀ ਆ। ਮੇਬੀ ਤੁਹਾਨੂੰ ਉਹ ਇੰਸ਼ੋਰੈਂਸ ਦੇ ਵਿੱਚ ਜੋ ਤੁਹਾਨੂੰ ਕਵਰੇਜ ਚਾਹੀਦੀ ਉਹ ਸਾਰਾ ਕੁਝ ਕਵਰ ਕਰਨ ਲਈ ਮੇਬੀ ਤੁਹਾਨੂੰ ਐਕਸਟਰਾ ਕੁਝ ਡਾਲਰ ਸਪੈਂਡ ਕਰਨੇ ਪੈਣ। ਸੇਮ ਤੁਹਾਡਾ ਫੂਡ ਹੈਗਾ, ਜੇ ਇਹ ਤੁਹਾਡੀ ਹੈਲਥ ਇੰਸ਼ੋਰੈਂਸ ਹੈਗੀ ਆ, ਤੁਸੀਂ ਇਹਨੂੰ ਦੇਖੋ ਕਿ ਜੋ ਮੈਂ ਫੂਡ ਲੈ ਰਿਹਾ ਹੈਗਾ ਆ ਉਹਦੇ ਵਿੱਚ ਮੈਨੂੰ ਸਾਰਾ ਕੁਝ ਮਿਲ ਰਿਹਾ ਹੈਗਾ। ਮੇਰੇ ਪ੍ਰੋਟੀਨਸ, ਮੇਰੇ ਕਾਰਬਸ, ਮੇਰੀ ਗੁੱਡ ਫੈਟ, ਹਾਈ ਪ੍ਰੋਟੀਨਸ ਕਿੰਨਾ, ਉਹ ਸਾਰਾ ਕੁਝ ਤੁਸੀਂ ਚੈੱਕ ਕਰੋ। ਔਰ ਆਪਣੇ ਆਪ ਨੂੰ ਨਾਲ, ਅੱਜ ਅਸੀਂ ਜਿੰਨਾ ਮਰਜ਼ੀ ਕਹਦੇ ਮਨਜੀਤ ਜੀ ਸਾਡਾ ਜਿਹੜਾ ਫਰੂਟ ਹੈਗਾ ਆ ਅਸੀਂ ਇੱਥੇ ਫਰੈਸ਼ ਨਹੀਂ ਮਿਲ ਰਿਹਾ। ਬਿਲਕੁਲ। ਸਾਡੇ ਕੋਲ ਪੂਰਾ ਸਟੋਰ ਫਰੂਟ ਆ ਰਿਹਾ ਆ। ਤੁਸੀਂ ਦੇਖੋ ਕੋਈ ਮੈਕਸੀਕੋ ਤੋਂ ਆ, ਚਾਈਨਾ ਤੋਂ ਹੈਗਾ ਆ, ਬ੍ਰਾਜ਼ੀਲ ਤੋਂ ਆ ਰਿਹਾ ਆ, ਅਮਰੀਕਾ ਤੋਂ ਆ ਰਿਹਾ ਆ। ਬਹੁਤ ਥੋੜੀ ਪ੍ਰੋਡਿਊਸ ਹੁੰਦੀ ਹੈ ਜਿਹਤੇ ਲਿਖਿਆ ਹੁੰਦਾ ਆ ਕੈਨੇਡਾ, ਰਾਈਟ, ਜਿਹੜੀ ਕੈਨੇਡਾ ਤੋਂ ਹੁੰਦੀ ਆ। ਸੋ ਉਹ ਚੀਜ਼ ਕੀ ਹੈਗੀ ਆ ਕਿ ਸਾਨੂੰ ਇਸ ਚੀਜ਼ ਦਾ ਇਹਦੇ ਵਿੱਚ ਵੀ ਸਾਡੇ ਜਦੋਂ ਚੀਜ਼ ਅਸੀਂ ਸਟੋਰ ਕੀਤੀ ਖਾਂਦੇ ਆ ਤੇ ਸਾਡੀ ਜਿਹੜੀ ਨੈਚੁਰਲ ਚੀਜ਼ ਆ ਉਹਦੇ ਵੀ ਬਹੁਤ ਸਾਰੇ ਜਿਹੜੇ ਨਿਊਟ੍ਰੀਸ਼ਨ ਆ ਉਹ ਖਤਮ ਹੋ ਜਾਂਦੇ ਆ। ਬਿਲਕੁਲ। ਸੋ ਇਹਦੇ ਵਿੱਚ ਕੀ ਹੈ, ਸਾਨੂੰ ਨਾਲ ਦੀ ਨਾਲ ਕੋਈ ਨਾ ਕੋਈ ਫੂਡ ਸਪਲੀਮੈਂਟ ਵੀ ਐਡ ਕਰਨਾ ਪੈਣਾ ਆਪਣੀ ਡਾਈਟ ਦੇ ਵਿੱਚ। ਅਸੀਂ ਬਿਲਕੁਲ ਇਹ ਨਹੀਂ ਕਹਿ ਸਕਦੇ ਕਿ ਮੈਂ ਜੀ ਹੁਣ ਬਹੁਤ ਹੈਲਦੀ ਖਾਣਾ ਸ਼ੁਰੂ ਕਰਤਾ, ਆਈ ਐਮ ਟੇਕਿੰਗ ਫਰੂਟ ਐਂਡ ਵੈਜੀਟੇਬਲਸ ਐਵਰੀ ਡੇ, ਮੈਂ ਹੁਣ ਬਹੁਤ ਵਾਚ ਕਰ ਰਿਹਾ। ਪਰ ਅਸੀਂ ਜੋ ਖਾ ਰਹੇ ਹੈਗੇ ਉਹ ਆਲਰੇਡੀ ਗਰੋਨ ਔਨ ਡਿਪਲੀਟਡ ਸੋਲ। ਜਿਹੜੀ ਅੱਜ ਆਪਣੀ ਖੇਤੀਬਾੜੀ ਦੀ ਜ਼ਮੀਨ ਜਿਹੜੀ ਹੈਗੀ ਆ ਉਹਨੂੰ ਅਸੀਂ ਇੰਨਾ ਜ਼ਿਆਦਾ ਕ੍ਰੌਪ ਲੈਣ ਲਈ ਇੰਨਾ ਡਿਪਲੀਟ ਕਰ ਲਿਆ ਹੈਗਾ, ਉਹਦੇ ਵਿੱਚ ਵੀ ਇੰਨੇ ਪੈਸਟੀਸਾਈਡ, ਕੈਮੀਕਲਸ, ਇੰਨੇ ਜ਼ਿਆਦਾ ਖਾਦਾਂ ਪਾ ਰਹੇ ਹੈਗੇ ਆ। ਸੋ ਉਹ ਕਿਤੇ ਨਾ ਕਿਤੇ ਅਸਰ ਸਾਡੀ ਡਾਈਟ ਦੇ ਵਿੱਚ ਆ ਰਿਹਾ ਹੈਗਾ। ਬਿਲਕੁਲ ਜੀ, ਬਿਲਕੁਲ। ਸੋ ਉਹਦੇ ਲਈ ਜੇ ਅਸੀਂ ਆਰਗੈਨਿਕ ਨੂੰ ਸਵਿਚ ਕਰ ਸਕਦੇ ਹੋਈਏ ਦਾ ਬੈਸਟ, ਤੇ ਵਿਦ ਦੈਟ ਜੇ ਅਸੀਂ ਆਪਣਾ ਇੱਕ ਗੁੱਡ ਕੁਆਲਿਟੀ ਜਿਹੜਾ ਫੂਡ ਸਪਲੀਮੈਂਟ ਐਡ ਕਰੀਏ ਤਾਂ ਉਹ ਸਾਡੇ ਲਈ ਆਪਟੀਮਲ ਹੈਲਥ ਅਚੀਵ ਕਰਨ ਲਈ ਸਾਨੂੰ ਬੈਨੀਫਿਟ ਦੇ ਸਕਦਾ ਹੈਗਾ ਆ। ਬਿਲਕੁਲ। ਸੋ ਸਪਲੀਮੈਂਟ ਜਿਹੜੇ ਉਹ ਬਹੁਤ ਹੀ ਜ਼ਿਆਦਾ ਹੁਣ ਅਸੈਂਸ਼ੀਅਲ ਆ। ਆਪਾਂ ਇਹ ਨਹੀਂ ਕਹਿ ਸਕਦੇ ਕਿ ਚੁਆਇਸ ਆ, ਲੈ ਸਕਦੇ ਆ, ਨਹੀਂ ਲੈਣੇ ਨਾ ਸਹੀ, ਮਤਲਬ ਇਹ ਹਰ ਇੱਕ ਲਈ ਕੰਪਲਸਰੀ ਅਸੈਂਸ਼ੀਅਲ ਹੋ ਗਏ। ਕਿਉਂਕਿ ਜਿਸ ਤਰੀਕੇ ਦੀ ਅਸੀਂ ਕੋਈ ਵੀ ਪਰਸਨ ਮੇਰੇ ਹਿਸਾਬ ਦੇ ਨਾਲ ਇਦਾਂ ਨਹੀਂ ਹੈਗਾ ਕਿ ਜਿਹੜਾ ਕਵੇ ਕਿ ਐਵਰੀ ਡੇ ਮੈਂ ਬੈਲੈਂਸ ਡਾਈਟ ਲੈ ਰਿਹਾ ਆ। ਸੋ ਜਿਹੜਾ ਇੱਕ ਡਾਈਟ ਦੇ ਵਿੱਚ ਗੈਪ ਰਹਿ ਜਾਂਦਾ ਆ, ਉਸ ਗੈਪ ਨੂੰ ਫਿਲ ਕਰਨ ਦੇ ਲਈ ਜਿਹੜੇ ਨਿਊਟ੍ਰੀਸ਼ਨ ਆ, ਜਿਹੜੇ ਮਲਟੀ ਵਾਈਟਮਿਨਸ ਆ, ਉਹ ਬਹੁਤ ਹੀ ਵਧੀਆ ਭੂਮਿਕਾ ਨਿਭਾਉਂਦੇ ਆ, ਬਹੁਤ ਹੀ ਵਧੀਆ ਯੋਗਦਾਨ ਪਾਉਂਦੇ ਆ। ਸੋ ਇਸ ਕਰਕੇ ਤੁਸੀਂ ਦੇਖੋ ਜਿਹੜੇ ਲੋਕ ਮਲਟੀ ਵਾਈਟਮਿਨਸ ਵਧੀਆ ਕੁਆਲਿਟੀ ਦੇ ਲੈ ਰਹੇ ਆ, ਤੁਸੀਂ ਉਹਨਾਂ ਨੂੰ ਦੇਖੋਗੇ ਮੋਰ ਐਕਟਿਵ ਆ ਦੂਜਿਆਂ ਦੇ ਮੁਕਾਬਲੇ। ਉਹ ਮੋਰ ਐਕਟਿਵ ਹੈਗੇ ਆ, ਮੋਰ ਯੰਗ ਦੇਖਣ ਨੂੰ ਲੱਗਦੇ ਆ। ਮੇਬੀ ਏਜ ਬੇਸ਼ੱਕ ਉਹਨਾਂ ਦੀ ਜ਼ਿਆਦਾ ਹੋਵੇ, ਬਟ ਉਹਨਾਂ ਦੀ ਮਤਲਬ ਫੇਸ ਤੋਂ ਜਾਂ ਤੁਸੀਂ ਉਹਨਾਂ ਨੂੰ ਜਦੋਂ ਦੇਖੋਗੇ ਦੇ ਲੁੱਕ ਮੋਰ ਯੰਗ ਲੱਗਦੇ ਆ। ਬਿਕਾਜ਼ ਜੋ ਸਾਡੀ ਬਾਡੀ ਨੂੰ ਚਾਹੀਦਾ ਸੀ ਫੰਕਸ਼ਨ ਕਰਨ ਦੇ ਲਈ, ਬਾਡੀ ਨੇ 23 ਵਿਟਾਮਿਨਸ ਐਂਡ ਮਿਨਰਲ ਫੰਕਸ਼ਨ ਕਰਨ ਲਈ ਐਵਰੀ ਡੇ ਯੂਜ਼ ਕਰਨੇ ਆ। ਸੋ ਜਦੋਂ ਸਾਨੂੰ ਡਾਈਟ ਦੇ ਵਿੱਚੋਂ ਨਹੀਂ ਮਿਲਣੇ, ਤੁਸੀਂ ਦੇਖੋ ਕਿੰਨੀ ਕੁ ਦੇਰ ਉਹ ਸਟੋਰ ਕੀਤੀਆਂ ਚੀਜ਼ਾਂ ਜਿਹੜੇ ਉਹਨਾਂ ਨੂੰ ਯੂਜ਼ ਦੇ ਵਿੱਚ ਲਿਆਓਗੇ। ਸੋ ਸਾਨੂੰ ਫਿਰ ਉਹ ਸਟੋਰ ਲੈਣੇ ਹੀ ਪਊਗੇ ਇੰਟਰਨਲੀ। ਸੋ ਇਸ ਕਰਕੇ ਤੁਸੀਂ ਜਿਹੜੇ ਮਲਟੀ ਵਾਈਟਮਿਨਸ, ਮਿਨਰਲਸ ਜਾਂ ਫਾਈਟੋ ਨਿਊਟ੍ਰੀਐਂਟਸ, ਜਿਹੜੇ ਮਾਈਕਰੋ ਨਿਊਟ੍ਰੀਐਂਟਸ ਹੈਗੇ ਆ, ਉਹ ਪ੍ਰੋਟੀਨ ਆ, ਫਾਈਬਰ ਆ, ਇਹ ਲੈਣਾ ਬਹੁਤ ਹੀ ਜ਼ਿਆਦਾ ਅਸੈਂਸ਼ੀਅਲ ਆ ਸਾਡੇ।
ਬਿਲਕੁਲ। ਹੁਣ ਜਿੱਦਾਂ ਆਪਾਂ ਕਹਿੰਦੇ ਆ ਕਿ ਪ੍ਰੋਟੀਨ ਆਪਣੀ ਡਾਈਟ ਦੇ ਵਿੱਚ ਵਧਾਓ ਜਦੋਂ ਆਪਾਂ ਬੈਲੈਂਸ ਡਾਈਟ ਲੈਣੀ ਹੈਗੀ ਆ, ਜਾਂ ਫਿਰ ਤੁਸੀਂ weight ਮੈਨੇਜਮੈਂਟ ਦੇ ਵਿੱਚ ਜਾਣਾ ਹੈਗਾ। ਸਪੈਸ਼ਲੀ ਜੇ ਆਪਾਂ ਪੰਜਾਬੀ ਕਮਿਊਨਿਟੀ ਦੀ ਗੱਲ ਕਰੀਏ ਤਾਂ ਆਪਣੀਆਂ ਲੇਡੀਜ਼ ਤਾਂ ਮੋਸਟ ਆਫ ਦਾ ਟਾਈਮ ਮੈਂ ਇਹੀ ਦੇਖਿਆ ਕਿ ਦੇ ਆਰ ਨਾਨ ਵੈਜੀਟੇਰੀਅਨ, ਸੋ ਉਹਨਾਂ ਦਾ ਪ੍ਰੋਟੀਨ ਉਨਾ ਕੰਪਲੀਟ ਨਹੀਂ ਹੁੰਦਾ ਹੈਗਾ। ਸੋ ਈਵਨ ਜਿਹੜੇ ਲੋਕ ਨਾਨ ਵੈਜ ਖਾ ਵੀ ਲੈਂਦੇ ਆ ਤੇ ਉਹਨਾਂ ਨੇ ਨਾਨ ਵੈਜ ਦੇ ਵਿੱਚ ਚਿਕਨ ਇਜ਼ ਦਾ ਮੇਨ ਆਈਟਮ। ਬਿਲਕੁਲ। ਸੋ ਮਤਲਬ ਜਦੋਂ ਅਸੀਂ ਪ੍ਰੋਟੀਨ ਦੀ ਗੱਲ ਕਰਦੇ ਹਾਂ, ਜੇ ਅਸੀਂ ਨਾਨ ਵੈਜ ਆਈਟਮਸ ਤੋਂ ਵੀ ਪ੍ਰੋਟੀਨ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਵੀ ਡਿਫਰੈਂਟ ਕਾਈਂਡਸ ਆਫ ਮੀਟ ਹੁੰਦਾ, ਨਾ ਕਿ ਚਿਕਨ ਮੀਟ ਹੁੰਦਾ ਆ। ਸੋ ਉਹਦੇ ਵਿੱਚ ਵੀ ਰੈੱਡ ਮੀਟ ਹੋ ਗਿਆ, ਲੀਨ ਮੀਟ ਹੋ ਗਿਆ। ਸੋ ਡਿਫਰੈਂਟ ਕਾਈਂਡ ਆਫ ਮੀਟ ਸਾਨੂੰ ਲੈਣੇ ਪੈਂਦੇ ਜਦੋਂ ਅਸੀਂ ਪ੍ਰੋਟੀਨ ਦੀ ਗੱਲ ਕਰਦੇ ਹਾਂ। ਸੋ ਸਾਡੇ ਜਿੱਦਾਂ ਹੁਣ ਪ੍ਰੋਟੀਨ ਕਿੰਨਾ ਲੈਣਾ ਹੈਗਾ, ਜੇ ਹੁਣ ਮੇਰਾ weight 50 kg ਹੈਗਾ ਤਾਂ ਮੈਨੂੰ 50 ਗ੍ਰਾਮਸ ਪ੍ਰੋਟੀਨ ਦੀ ਲੋੜ ਹੈਗੀ। ਜੇ 60 kg ਹੈਗਾ ਤਾਂ ਉਹਨੂੰ 60 ਗ੍ਰਾਮ ਦੀ ਲੋੜ ਹੈਗੀ ਆ। ਪਰ kg 1 ਗ੍ਰਾਮ ਪ੍ਰੋਟੀਨ ਦੀ ਜ਼ਰੂਰਤ ਹੈਗੀ ਆ। ਪਰ ਜੇ ਕੋਈ ਪ੍ਰੈਗਨੈਂਟ ਹੈਗਾ ਆ ਤੇ ਉਹ ਉਸ ਲੇਡੀ ਦੀ ਇਹ ਜਿਹੜੀ ਇਨਟੇਕ ਆ ਉਹਨੂੰ ਜ਼ਿਆਦਾ ਹੈਗੀ ਆ। ਪਰ ਜੇ ਕੋਈ ਫਿਜ਼ੀਕਲ ਐਕਟੀਵਿਟੀ ਕਰ ਰਿਹਾ ਹੈਗਾ ਆ, ਕੋਈ ਪਲੇਅਰ ਹੈਗਾ ਆ ਜਾਂ ਜਿਮ ਬਹੁਤ ਜਾਂਦੇ ਹੈਗੇ ਆ, ਤਾਂ ਉਹਨਾਂ ਦੀ ਵੀ ਪ੍ਰੋਟੀਨ ਦੀ ਜਿਹੜੀ ਰਿਕੁਆਇਰਮੈਂਟ ਆ ਜ਼ਿਆਦਾ ਹੈਗੀ ਆ। ਸੋ ਸਾਨੂੰ ਇਹ ਦੇਖਣਾ ਬਹੁਤ ਜ਼ਰੂਰੀ ਆ ਕਿ ਮੇਰੀ ਡਾਈਟ ਦੇ ਵਿੱਚ ਜਿੰਨਾ ਮੈਨੂੰ ਪ੍ਰੋਟੀਨ ਚਾਹੀਦਾ ਹੈਗਾ, ਕੀ ਮੈਂ ਉਨਾ ਪ੍ਰੋਟੀਨ ਲੈ ਰਿਹਾ ਹੈਗਾ ਆ। ਸੋ ਜੇ ਤੁਸੀਂ ਪ੍ਰੋਟੀਨ ਨਹੀਂ ਜ਼ਿਆਦਾ ਲਓਗੇ ਦੈਨ ਤੁਸੀਂ ਕੀ ਜ਼ਿਆਦਾ ਲਓਗੇ, ਕਾਰਬਸ ਔਰ ਫੈਟ। ਜੀ ਬਿਲਕੁਲ। ਸੋ ਉਹ ਜਿਹੜੀ ਚੀਜ਼ ਹੈ ਨਾ, ਉਹਨੂੰ ਕੰਟਰੋਲ ਕਰਨ ਲਈ ਆਪਣੀ ਪ੍ਰੋਟੀਨ ਦਾ ਇਨਟੇਕ ਵਧਾਉਣਾ ਜ਼ਰੂਰੀ ਆ। ਉਹਦੇ ਲਈ ਤੁਸੀਂ ਗੁੱਡ ਕੁਆਲਿਟੀ ਕੋਈ ਵੈਜੀ ਪ੍ਰੋਟੀਨ ਜਾਂ ਵੇ ਪ੍ਰੋਟੀਨ, ਤੁਸੀਂ ਕਿੱਦਾਂ ਦੀ ਐਕਟੀਵਿਟੀ ਕਰ ਰਹੇ ਹੈਗੇ ਆ, ਉਸ ਹਿਸਾਬ ਨਾਲ ਤੁਸੀਂ ਆਪਣਾ ਉਹ ਪ੍ਰੋਟੀਨ ਐਡ ਕਰ ਸਕਦੇ ਆ ਆਪਣੀ ਡਾਈਟ ਦੇ ਵਿੱਚ। ਅੱਜ ਕੱਲ੍ਹ ਵੈਰੀ ਗੁੱਡ ਮੀਲ ਰਿਪਲੇਸਮੈਂਟ ਆਪਣੇ ਕੋਲ ਸ਼ੇਕ ਹੈਗੇ ਅਵੇਲੇਬਲ, ਆਪਾਂ ਉਹ ਯੂਜ਼ ਕਰ ਸਕਦੇ ਆ ਇੱਕ ਟਾਈਮ ਮੀਲ ਆਪਣਾ ਸਕਿਪ ਕਰਕੇ। ਸੋ ਜਿਹਦੇ ਵਿੱਚ ਪੂਰੇ ਪ੍ਰੋਟੀਨ ਤੁਹਾਨੂੰ ਮਿਲ ਜਾਵੇ, ਥੋੜੇ ਵਾਈਟਮਿਨਸ, ਮਿਨਰਲਸ, ਸਾਰਾ ਕੁਛ ਬੈਲੈਂਸ ਡਾਈਟ ਤੁਹਾਨੂੰ ਜਿਹੜਾ ਦੇ ਸਕੇ ਸ਼ੇਕ, ਉਹ ਤੁਸੀਂ ਯੂਜ਼ ਕਰ ਸਕਦੇ ਆ ਇੱਕ ਆਪਣਾ ਮੀਲ ਸਕਿਪ ਕਰਕੇ, ਜਿਹਦੇ ਵਿੱਚ ਕਿ ਪੂਰਾ ਤੁਹਾਨੂੰ ਪਤਾ ਪੂਰਾ ਮੀਲ ਦਾ ਪੋਰਸ਼ਨ ਸਾਈਜ਼, ਜਿੱਦਾਂ ਆਪਾਂ ਕਹਿੰਦੇ ਆ ਗੱਲਬਾਤ ਕਰਦੇ ਕਿ ਤੁਹਾਨੂੰ ਪੋਰਸ਼ਨ ਜਿਹੜਾ ਫੂਡ ਦਾ ਆ ਜਾਂ ਕਿੰਨਾ ਖਾਣਾ, ਪਲੇਟ ਦਾ ਕਿੰਨਾ ਸਾਈਜ਼ ਹੋਣਾ ਚਾਹੀਦਾ, ਕਿੰਨਾ ਫੂਡ ਐਟ ਏ ਟਾਈਮ ਮੈਂ ਕੰਜ਼ਿਊਮ ਕਰਾਂ। ਸੋ ਉਹ ਮੀਲ ਰਿਪਲੇਸਮੈਂਟ ਸ਼ੇਕ ਹੈ ਜਿਹੜਾ ਉਹ ਇੱਕ ਪ੍ਰੋਪਰ ਪੋਰਸ਼ਨ ਆ ਕਿ ਸਾਨੂੰ ਸਾਡਾ ਲੰਚ ਜਾਂ ਸਾਡਾ ਡਿਨਰ ਨੂੰ ਰਿਪਲੇਸ ਕਰ ਸਕਦਾ ਹੈ। ਸੋ ਦੂਜੀ ਗੱਲ ਇਹ ਆ ਜਾਂਦੀ ਸੰਦੀਪ ਜੀ, ਕਈ ਵਾਰ ਕਹਿੰਦੇ ਕਿ ਮੈਂ ਜਿਮ ਨਹੀਂ ਜਾਂਦਾ ਸੋ ਮੈਨੂੰ ਪ੍ਰੋਟੀਨ ਦੀ ਲੋੜ ਨਹੀਂ, ਮੈਂ ਕੋਈ ਐਕਸਰਸਾਈਜ਼ ਨਹੀਂ ਕਰਦੀ, ਮੈਨੂੰ ਪ੍ਰੋਟੀਨ ਦੀ ਲੋੜ ਨਹੀਂ ਹੈਗੀ। ਸੋ ਕੀ ਪ੍ਰੋਟੀਨ ਦੀ ਲੋੜ ਹਰ ਇੱਕ ਵਿਅਕਤੀ ਨੂੰ ਹੈਗੀ, ਚਾਹੇ ਉਹ ਜਿਮ ਜਾਂਦਾ ਆ, ਚਾਹੇ ਉਹ ਨਹੀਂ ਜਾਂਦਾ, ਚਾਹੇ ਉਹ ਫੀਮੇਲ ਆ ਜਾਂ ਮੇਲ ਆ, ਚਾਹੇ ਉਹ ਬੱਚੇ ਆ, ਮਤਲਬ ਹਰ ਕਿਸੇ ਨੂੰ ਪ੍ਰੋਟੀਨ ਦੀ ਲੋੜ ਆ। ਜਾਂ ਸਪੈਸ਼ਲੀ ਜੇ ਤੁਸੀਂ weight ਲੂਜ਼ ਕਰਨਾ ਆ ਜਾਂ ਤੁਸੀਂ ਜੇ ਜਿਮ ਜਾਂਦੇ ਆ ਤਾਂ ਹੀ ਤੁਸੀਂ ਪ੍ਰੋਟੀਨ ਲੈ ਸਕਦੇ ਆ। ਪ੍ਰੋਟੀਨ ਜਿੱਦਾਂ ਆਪਾਂ ਮਨਜੀਤ ਜੀ ਪਹਿਲਾਂ ਗੱਲ ਕੀਤੀ ਆ, ਆਪਾਂ ਕੁਝ ਕਰੀਏ ਜਾਂ ਨਾ ਕਰੀਏ, ਜਿੰਨਾ ਸਾਡਾ weight ਹੈਗਾ ਆ ਉਹਦੇ ਪਰ kg ਪਰ ਗ੍ਰਾਮ ਸਾਨੂੰ ਪ੍ਰੋਟੀਨ ਸਾਡੀ ਬੋਡੀ ਨੂੰ ਚਾਹੀਦੀ ਹੈਗੀ ਆ। ਮਤਲਬ ਤੁਸੀਂ ਲੈ ਕੇ ਸਿਰ ਦੇ ਬਾਲ ਤੋਂ ਲੈ ਕੇ ਟੋ ਦੇ ਨੇਲ ਤੱਕ ਐਵਰੀਥਿੰਗ ਇਜ਼ ਮੇਡ ਆਫ ਪ੍ਰੋਟੀਨ। ਪ੍ਰੋਟੀਨ ਸਾਡਾ ਬੋਡੀ ਦਾ ਇੱਕ ਬਿਲਡਿੰਗ ਬਲੌਕ ਹੈਗਾ। ਸੋ ਜਿੱਦਾਂ ਅਸੀਂ ਘਰ ਬਣਾਉਣਾ, ਅਸੀਂ ਕਹਿ ਸਕਦੇ ਹਾਂ ਕਿ ਅਸੀਂ ਘਰ ਬਣਾਉਣਾ ਪਰ ਸੀਮੈਂਟ ਨਹੀਂ ਲਾਉਣਾ, ਨਾਟ ਪੋਸੀਬਲ। ਜਿਹੜਾ ਮਰਜੀ ਤੁਸੀਂ ਘਰ ਜਿਹੜੀ ਮਰਜੀ ਕੰਟਰੀ 'ਚ ਜਾ ਕੇ ਬਣਾਓ, ਸੀਮੈਂਟ ਦੇ ਨਾਲ ਹੀ ਇੱਟਾਂ ਨੇ ਸਟੇ ਕਰਨਾ, ਰਾਈਟ। ਸੋ ਸੇਮ ਥਿੰਗ ਇਹ ਬਿਲਡਿੰਗ ਬਲੌਕ ਹੈਗਾ ਸਾਡੇ ਬੋਡੀ ਦਾ, ਇਹਨੂੰ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਸੋ ਜਿਹੜੇ ਲੋਕ ਪ੍ਰੋਪਰ ਪ੍ਰੋਟੀਨ ਨਹੀਂ ਲੈਂਦੇ ਉਹ ਜਲਦੀ ਟਾਇਰਡ ਹੁੰਦੇ ਆ, ਉਹ ਆਪਣੀ ਬੋਡੀ ਦੇ ਵਿੱਚ ਪੇਨ ਫੀਲ ਕਰਦੇ ਆ। ਸੋ ਉਹਨਾਂ ਦੀ ਸਕਿਨ ਵੀ ਇੰਨੀ ਵਧੀਆ ਨਹੀਂ ਹੋਊਗੀ ਜਿਹੜੇ ਪ੍ਰੋਟੀਨ ਪ੍ਰੋਪਰ ਯੂਜ਼ ਨਹੀਂ ਕਰਦੇ ਹੈਗੇ। ਸੋ ਉਹਦੇ ਬਹੁਤ ਸਾਰੇ ਇਸ਼ੂ ਆਉਂਦੇ ਹੈਗੇ ਜਦੋਂ ਆਪਾਂ ਪ੍ਰੋਟੀਨ ਪ੍ਰੋਪਰ ਯੂਜ਼ ਨਹੀਂ ਕਰਦੇ। ਸੋ ਪ੍ਰੋਟੀਨ ਐਵਰੀਬਡੀ ਲਈ ਐਸੈਂਸ਼ੀਅਲ ਆ। ਸੋ ਸਾਰਿਆਂ ਨੂੰ ਅਕੋਰਡਿੰਗ ਟੂ ਉਹਨਾਂ ਦੇ weight, ਮਤਲਬ 1 kg ਜੇ 1 ਕਿਲੋਗ੍ਰਾਮ ਭਾਰ ਲਈ ਭਾਰ ਦੇ ਲਈ ਆਪਾਂ ਨੂੰ 1 ਗ੍ਰਾਮ ਜਿਹੜਾ ਪ੍ਰੋਟੀਨ 1 ਗ੍ਰਾਮ ਪ੍ਰੋਟੀਨ ਚਾਹੀਦਾ। ਜੇ 50 kg weight ਆ ਤੇ 50 ਗ੍ਰਾਮ ਪ੍ਰੋਟੀਨ ਸਾਨੂੰ ਚਾਹੀਦਾ ਆ। ਸੋ ਅਕੋਰਡਿੰਗ ਟੂ weight ਇਹ ਸਾਡੇ ਸਾਰਿਆਂ ਲਈ ਬਹੁਤ ਜ਼ਿਆਦਾ ਐਸੈਂਸ਼ੀਅਲ ਆ ਤੇ ਹਰ ਇੱਕ ਨੂੰ ਇਸ ਦੀ ਲੋੜ ਹੈਗੀ ਆ। ਬਿਲਕੁਲ ਜੀ ਬਿਲਕੁਲ। ਬਾਕੀ ਜਦੋਂ ਅਸੀਂ ਡਾਈਟ ਲੈਣੇ ਹੈਗੇ ਆ, ਹੁਣ ਅਸੀਂ ਆਪਣਾ ਪੂਰਾ ਪਲਾਨ ਕਰ ਲਿਆ, ਸੋ ਅਸੀਂ ਆਪਣੇ ਘਰ ਵਿੱਚ ਵੀ ਇਹ ਚੀਜ਼ਾਂ ਦੇਖੀਏ ਕਿ ਅਸੀਂ ਜੰਕ ਘੱਟ ਲੈ ਕੇ ਆਈਏ ਤੇ ਆਈ ਲੈਵਲ ਦੇ ਉੱਤੇ ਅਸੀਂ ਹੈਲਦੀ ਚੀਜ਼ਾਂ ਰੱਖੀਏ। ਬਹੁਤ ਵਾਰ ਕੀ ਹੁੰਦਾ ਕਿ ਆਪਾਂ ਫਰੂਟਸ, ਵੈਜੀਟੇਬਲਸ ਲੈ ਕੇ ਆਉਂਦੇ ਆ ਤੇ ਫ੍ਰਿਜ ਦੇ ਵਿੱਚ ਆਪਾਂ ਵੈਜੀਟੇਬਲ ਬਾਕਸ ਦੇ ਵਿੱਚ ਰੱਖ ਦਿੰਦੇ ਆ। ਸੋ ਫ੍ਰਿਜ ਓਪਨ ਕਰਦੇ ਆ ਪਰ ਜਿਹੜੇ ਉੱਪਰ ਚੀਜ਼ਾਂ ਪਈਆਂ ਹੁੰਦੀਆਂ ਉਹ ਆਪਾਂ ਨੂੰ ਦਿਖਦੀਆਂ, ਆਪਾਂ ਉਹੀ ਚੱਕ ਕੇ ਖਾ ਲੈਂਦੇ ਆ। ਸੋ ਜਿਹੜੀਆਂ ਆ ਫਰੂਟ ਐਂਡ ਵੈਜੀਟੇਬਲਸ ਹੈਗੀਆਂ ਇਹ ਬਹੁਤ ਜਲਦੀ ਖਰਾਬ ਨਹੀਂ ਹੁੰਦੀਆਂ ਜੇ ਤੁਸੀਂ 2-3 ਦਿਨ ਬਾਹਰ ਵੀ ਰੱਖਦੇ ਹੈਗੇ ਆ। ਸੋ ਆਈ ਲੈਵਲ ਤੇ
ਆਪਣੀਆਂ ਇਦਾਂ ਦੀਆਂ ਚੀਜ਼ਾਂ ਆਪਾਂ ਰੱਖਣ ਦੀ ਆਦਤ ਪਾਈਏ ਜਿਹੜੀਆਂ ਸਾਨੂੰ ਜੇ ਭੁੱਖ ਲੱਗੇ ਅਸੀਂ ਪਹਿਲਾਂ ਉਹਨਾਂ ਬਾਰੇ ਸੋਚੀਏ। ਜਿਹੜੀ ਚੀਜ਼ ਦਿਖਣੀ ਨਹੀਂ ਉਹ ਦਿਮਾਗ ਦੇ ਵਿੱਚ ਨਹੀਂ ਹੈਗੀ, ਦਿਮਾਗ ਦੇ ਵਿੱਚ ਨਹੀਂ ਹੈਗੀ, ਜਿਹੜੀ ਤੁਹਾਨੂੰ ਨਹੀਂ ਦਿਖਦੀ, ਰਾਈਟ, ਤੁਸੀਂ ਉਹਨੂੰ ਪੇ ਅਟੈਂਸ਼ਨ ਨਹੀਂ ਕਰਦੇ। ਸੋ ਥੋੜਾ ਜਿਹਾ ਜਿਹੜਾ ਫਰੂਟ ਹੈਗਾ ਆ ਉਹ ਸਾਡਾ ਆਈ ਲੈਵਲ ਤੇ ਹੋਣਾ ਚਾਹੀਦਾ ਕਿ ਅਸੀਂ ਆਦਤ ਪਾਈਏ। ਸੋ ਇਹ ਆਦਤ ਹੀ ਪਾਉਣੀ ਪੈਣੀ ਆ ਜੀ। ਬਿਲਕੁਲ। ਬਾਕੀ ਦੇਖੋ ਇਦਾਂ ਦੀ এনवायरमेंट ਆਪਣੇ ਦੁਆਲੇ ਇਸ ਤਰੀਕੇ ਦੀ ਹੈਗੀ ਕਿ ਫੂਡ ਸਾਨੂੰ ਬਹੁਤ ਆਸਾਨੀ ਨਾਲ ਮਿਲ ਜਾਂਦਾ। ਜਿਵੇਂ ਹੁਣ ਅਸੀਂ ਘਰੋਂ ਬਾਹਰ ਵੀ ਨਿਕਲਦੇ ਆ, ਥਾਂ ਤੇ ਮਤਲਬ ਫਾਸਟ ਫੂਡ ਰੈਸਟੋਰੈਂਟ ਆ ਜਾਂ ਥਾਂ ਤੇ ਅਵੇਲੇਬਲ ਆ। ਸੋ ਇਸ ਕਰਕੇ ਜਿਹੜਾ ਖੁਦ ਨੂੰ ਆਪਣੇ ਆਪ ਨੂੰ ਡਿਸਪਲਿਨ ਦੇ ਵਿੱਚ ਰੱਖਣਾ, ਆਪਣੀਆਂ ਆਦਤਾਂ ਨੂੰ ਚੈੱਕ ਦੇ ਵਿੱਚ ਰੱਖਣਾ ਕਿ ਉਹ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਕਿ ਅਵੇਲੇਬਿਲਿਟੀ ਬਹੁਤ ਜ਼ਿਆਦਾ ਹੈਗੀ ਆ ਐਂਡ ਪਲੱਸ ਸੋਰਸਸ ਹੈਗੇ ਸਾਰਿਆਂ ਕੋਲ। ਬਿਲਕੁਲ। ਹੁਣ ਤਾਂ ਉਬਰ ਈਟ, ਸਕਿਪ ਦ ਡਿਸ਼ਸ ਤੁਸੀਂ ਜਸਟ ਹੋਰ ਕਨਵੀਨੀਅੰਟ ਕੀਤਾ ਆ ਤੇ ਤੁਸੀਂ ਜਸਟ ਸਾਰਾ ਕਾਰਡ ਤੁਹਾਡਾ ਉਹਦੇ ਵਿੱਚ ਸੇਵ ਆ, ਜਸਟ ਯੂ ਨੀਡ ਟੂ ਓਪਨ ਦ ਐਪ। ਸੋ ਪਹਿਲਾਂ ਤਾਂ ਤੁਸੀਂ ਘਰੋਂ ਮਤਲਬ ਕਈ ਵਾਰ ਤੁਸੀਂ ਲੇਜ਼ੀ ਵੀ ਹੋ ਜਾਂਦੇ ਸੀ ਵੀ ਚਲੋ ਬਾਹਰੋਂ ਫੂਡ ਖਾਣ ਨੂੰ ਜੀ ਕਰਦਾ ਵੀ ਚੱਲ ਬਾਹਰ ਕੌਣ ਜਾਊਗਾ, ਰਹਿਣ ਦੋ, ਚਲੋ ਘਰੇ ਹੀ ਬਣਾ ਲਓ ਜਾਂ ਕਿੱਦਾਂ। ਬਟ ਹੁਣ ਉਬਰ ਈਟਸ ਜਾਂ ਇਦਾਂ ਦੀਆਂ ਐਪਸ ਆ ਗਈਆਂ ਕਿ ਫੂਡ ਇੰਡਸਟਰੀਜ਼ ਜਿਹੜੀਆਂ ਹੈਗੀਆਂ ਉਹ ਸਾਡੇ ਲਈ ਹੋਰ ਕਨਵੀਨੀਅੰਟ ਕਰ ਰਹੀਆਂ, ਕਿਸ ਤਰੀਕੇ ਦੇ ਨਾਲ ਹੋਰ ਸਾਡੇ ਲਈ ਈਜ਼ੀ ਕੀਤਾ ਜਾਵੇ, ਹੋਰ ਕੰਫਰਟ ਦਿੱਤਾ ਜਾਵੇ ਤਾਂ ਕਿ ਕੋਈ ਰਹਿ ਨਾ ਜਾਵੇ ਫੂਡ ਆਰਡਰ ਕਰਨ ਤੋਂ। ਕੂਪਨਸ ਭੇਜ ਦਿੰਦੇ ਤੁਹਾਡੇ ਘਰ, ਫਿਰ ਹੁੰਦਾ ਕਿ ਹੁਣ ਆਇਓ, ਚਲੋ ਇਹਨਾਂ ਨੂੰ ਹੁਣ ਯੂਜ਼ ਕਰੀਏ। ਸੋ ਤੁਸੀਂ ਮਤਲਬ ਜਦੋਂ ਆਪਾਂ ਫੂਡ ਖਾਣਾ ਆ, ਆਪਾਂ ਕਈ ਵਾਰ ਕਹਿੰਦੇ ਕਿ ਇਹ ਫੂਡ ਸਸਤਾ ਆ, ਉਹਨੂੰ ਜਿਹੜਾ ਤੁਹਾਡੇ ਪਾਕਟ 'ਚੋਂ ਪੈਸਾ ਜਾ ਰਿਹਾ ਉਹਦੇ ਨਾਲ ਨਾ ਦੇਖੋਗੇ ਕਿੰਨਾ ਸਸਤਾ। ਜਦੋਂ ਉਹਨੂੰ ਤੁਸੀਂ ਖਾਣਾ ਹੈਗਾ, ਤੁਹਾਡੀ ਜਿਹੜੀ ਹੈਲਥ ਤੇ ਉਹਨੇ ਅਸਰ ਪਾਉਣਾ, ਉਹ ਦੇਖੋ ਮਹਿੰਗਾ ਆ ਐਕਚੁਅਲੀ। ਉਹ ਦੇਖੋ ਕਿੰਨਾ, ਜਿਹੜਾ ਜਿੰਨਾ ਜ਼ਿਆਦਾ ਸਸਤਾ ਆ ਉਹ ਉਨਾ ਹੀ ਜ਼ਿਆਦਾ ਮਹਿੰਗਾ। ਬਿਲਕੁਲ। ਜੇ ਤੁਸੀਂ ਕਹਿੰਦੇ ਕਿ ਜੀ ਸਮੋਸੇ ਲੈ ਲੈਣੇ ਆ, ਭੁੱਖ ਲੱਗੀ ਆ, ਡਾਲਰ ਦੇ 2 ਆ ਜਾਣੇ ਆ, 3 ਆ ਜਾਣੇ ਆ, ਪਰ ਉਹਨਾਂ ਨੇ ਤੁਹਾਡੇ ਅੰਦਰ ਜਾ ਕੇ ਕੀ ਕਰਨਾ ਹੈਗਾ ਆ ਉਹ ਤੁਹਾਨੂੰ ਨਹੀਂ ਪਤਾ ਫਿਰ ਲੱਗਣਾ ਹੈਗਾ। ਸੋ ਉਹ ਜਿਹੜੀ ਚੀਜ਼ ਹੈ ਨਾ, ਤੁਸੀਂ ਇਹ ਦੇਖੋ ਕਿ ਮੈਂ ਇਨਵੈਸਟ ਕਰਨੀ ਆ, ਕਿਉਂਕਿ ਜੇ ਤੁਸੀਂ ਇੱਕ ਗੁੱਡ ਕੰਪਨੀ 'ਚ ਇਨਵੈਸਟ ਕਰੋਗੇ ਤਾਂ ਹੀ ਤੁਹਾਨੂੰ ਰਿਟਰਨਸ ਵਧੀਆ ਮਿਲਣਗੇ। ਜਿਹੜੀ ਜੇ ਤੁਸੀਂ ਉਦਾਂ ਦੀ ਕੰਪਨੀ 'ਚ ਇਨਵੈਸਟ ਕਰ ਰਹੇ ਜਿਹੜੀ ਡੁੱਬਣੀ ਆ ਜੀ, ਬਿਲਕੁਲ, ਤੇ ਫਿਰ ਤੁਹਾਡੀ ਸਿਹਤ ਤੁਸੀਂ ਉਹੀ ਆ। ਜੇ ਤੁਸੀਂ ਉਹ ਚੀਜ਼ ਆਪਣੀ ਸਿਹਤ ਵਿੱਚ ਇਨਵੈਸਟ ਕਰ ਰਹੇ ਜਿਹਨੇ ਮੈਂ ਤੁਹਾਨੂੰ ਡੋਬਣਾ ਹੀ ਆ ਤੇ ਫਿਰ ਉਹ ਤੁਹਾਨੂੰ ਡੋਬੂਗੀ। ਸੋ ਤੁਹਾਨੂੰ ਉਹ ਕੁਆਲਿਟੀ ਜ਼ਰੂਰ ਦੇਖਣੀ ਚਾਹੀਦੀ ਕਿ ਅਸੀਂ ਇਨਵੈਸਟਮੈਂਟ ਕਰ ਰਹੇ ਹਾਂ ਆਪਣੀ ਸਿਹਤ ਵਿੱਚ। ਜਦੋਂ ਅਸੀਂ ਕੁਝ ਫੂਡ ਆਪਣੇ ਮੂੰਹ ਵਿੱਚ ਪਾਉਨੇ ਆ, ਸੋ ਉਹ ਚੀਜ਼ ਨੂੰ ਵਾਚ ਜ਼ਰੂਰ ਕਰਨਾ ਚਾਹੀਦਾ। ਇਹ ਜ਼ਰੂਰ ਵਾਚ ਕਰੋ ਕਿ ਇਸ ਇਨਵੈਸਟਮੈਂਟ ਤੇ ਮੈਨੂੰ ਰਿਟਰਨ ਕੀ ਆਉਣ ਵਾਲੀ ਹੈ। ਬਿਲਕੁਲ। ਕਿ ਮੇਰੀ ਇਨਵੈਸਟਮੈਂਟ ਨੇ ਮੇਰੀ ਜਿਹੜੀ ਕੈਪੀਟਲ ਹੈਗੀ, ਮੇਰੀ ਹੈਲਥ ਹੈਗੀ ਆ, ਉਹਨੂੰ ਵੀ ਇਹਨੇ ਡੈਮੇਜ ਕਰ ਦੇਣਾ ਹੈ ਕਿ ਉਹਨੂੰ ਇਹ ਇਨਕਰੀਜ਼ ਕਰੂਗੀ। ਸੋ ਬਹੁਤ ਜ਼ਰੂਰੀ ਆ ਆਪਣੇ ਆਪ ਨੂੰ ਥੋੜਾ ਕੈਲਕੂਲੇਟ ਕਰਨਾ, ਆਪਣੇ ਆਪ ਨੂੰ ਵਾਚ ਕਰਨਾ, ਆਪਣੀਆਂ ਆਦਤਾਂ ਨੂੰ ਵਾਚ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ। ਐਂਡ ਆਪਣੇ ਆਪ ਨੂੰ ਹੈਲਥੀ ਰੱਖਣ ਦੇ ਲਈ ਆਪਣੀ ਡਾਈਟ ਨੂੰ ਤੇ ਆਪਣੀਆਂ ਜਿਹੜੀਆਂ ਫਿਜ਼ੀਕਲ ਐਕਟੀਵਿਟੀਜ਼ ਦੀ ਜੇ ਆਪਾਂ ਗੱਲਬਾਤ ਕਰਦੇ, ਜਿਵੇਂ ਹੁਣ ਮੌਸਮ ਕਿੰਨਾ ਸੋਹਣਾ ਆ ਗਿਆ, ਰਾਈਟ। ਸੋ ਇਸ ਕਰਕੇ ਜਿਹੜੀ ਹੁਣ ਐਕਟੀਵਿਟੀਜ਼ ਹੈਗੀਆਂ ਸਾਡੀ ਫਿਜ਼ੀਕਲ ਐਕਟੀਵਿਟੀ, ਈਵਨ ਜੇ ਤੁਸੀਂ ਨਾਰਮਲ ਵਾਕ ਨੂੰ ਹੀ ਐਡ ਕਰ ਲੈਂਦੇ ਐਵਰੀ ਡੇ 45 ਮਿੰਟਸ ਜਾਂ 1 ਆਵਰ ਦੀ ਵਾਕ ਐਡ ਕਰ ਲਈਏ, ਤੁਸੀਂ ਕਿੰਨਾ ਜ਼ਿਆਦਾ ਇਨਰਜੈਟਿਕ ਫੀਲ ਕਰ ਸਕਦੇ ਆ। ਐਂਡ ਆਪਣੇ ਭਾਰ ਨੂੰ ਮੈਨੇਜ ਕਰਨ ਦੇ ਲਈ ਵੀ ਬਹੁਤ ਜ਼ਿਆਦਾ ਹੈਲਪਫੁਲ ਇਹ ਹੈਗੀ ਆ। ਸਗੋਂ ਈਵਨ ਬੱਚਿਆਂ ਨੂੰ ਬਾਈਕ ਹਨਾ, ਇਹਨਾਂ ਦਿਨਾਂ ਦੇ ਵਿੱਚ ਹੁਣ ਆਪਾਂ ਵੈਸੇ ਬਾਹਰ ਨਹੀਂ ਜਾ ਸਕਦੇ ਜਾਂ ਬੱਚਿਆਂ ਦੀ ਕੋਈ ਸਕੂਲ ਨਹੀਂ ਜਾ ਰਿਹਾ, ਉਹਨਾਂ ਦੀ ਕੋਈ ਐਕਟੀਵਿਟੀਜ਼ ਨਹੀਂ ਹੈਗੀਆਂ, ਪਰ ਜੇ ਆਪਾਂ ਸਾਰੀ ਫੈਮਿਲੀ ਬਾਈਕ ਰਾਈਡਿੰਗ ਲਈ ਜਾਈਏ ਤੇ ਬੱਚਿਆਂ ਨੂੰ ਵੀ ਨਾਲ ਅੰਗੇਜ ਕਰ ਸਕਦੇ ਆ, ਨਾਲ ਵਾਕ ਕਰਨ ਜਾਂਦੇ ਆ ਉਹਨਾਂ ਨੂੰ ਵੀ ਨਾਲ ਲੈ ਕੇ ਜਾਈਏ। ਸੋ ਈਵਨ ਤੁਸੀਂ ਦੇਖੋ ਕਿ ਡਿਪਰੈਸ਼ਨ ਤੋਂ ਵੀ ਮਤਲਬ ਬਚਾ ਸਕਦੇ ਆ, ਆਪਣੇ ਆਪ ਨੂੰ ਫਰੈਸ਼ ਰੱਖ ਸਕਦੇ ਆ। ਬਿਲਕੁਲ। ਡਿਪਰੈਸ਼ਨ ਤੇ weight ਜਿਹੜਾ ਗੇਨ ਹੈ ਇਹ ਵੀ ਕੋਰਿਲੇਟਡ ਹੈਗਾ ਆ। ਜੇ ਤੁਹਾਡਾ ਭਾਰ ਵਧਣਾ ਹੈ ਤਾਂ ਡਿਪਰੈਸ਼ਨ ਵਧੂਗਾ। ਜੇ ਤੁਸੀਂ ਡਿਪਰੈਸ਼ਨ ਵੱਧ ਰਿਹਾ ਹੈਗਾ, ਤੁਸੀਂ ਓਵਰ ਈਟਿੰਗ ਕਰੋਗੇ, ਰਾਈਟ, ਇਮੋਸ਼ਨਲ ਈਟਿੰਗ ਕਰੋਗੇ, ਸੋ ਤੁਹਾਡਾ ਭਾਰ ਵਧੂਗਾ। ਸੋ ਉਹ ਵੀ ਮਤਲਬ ਉਸ ਚੀਜ਼ ਨੂੰ ਵੀ ਆਪਣਾ ਥੋੜਾ ਅਟੈਂਟਿਵ ਰਹਿ ਕੇ ਪੇ ਅਟੈਂਸ਼ਨ ਕਰਨ ਦੀ ਜ਼ਰੂਰਤ ਆ। ਤੁਸੀਂ ਥੋੜੀ ਮੈਡੀਟੇਸ਼ਨ ਕਰ ਲਓ, ਕੋਈ ਇਦਾਂ ਦੀ ਹੌਬੀ ਸ਼ੁਰੂ ਕਰ ਲਓ ਜਿਹੜੀ ਤੁਸੀਂ ਕਰਨਾ ਚਾਹੁੰਦੇ ਸੀ ਜਾਂ ਬਹੁਤ ਟਾਈਮ ਤੋਂ ਰੋਕੀ ਹੋਈ ਸੀ ਚੀਜ਼, ਤੁਸੀਂ ਸਿੱਖਣਾ ਚਾਹੁੰਦੇ ਸੀ ਜਾਂ ਬਣਾਉਣਾ ਚਾਹੁੰਦੇ ਸੀ ਜਾਂ ਕਰਨਾ ਚਾਹੁੰਦੇ ਸੀ, ਉਹ ਸਟਾਰਟ ਕਰ ਲਓ। ਸੋ ਤੁਹਾਡੀ ਮੈਂਟਲ ਹੈਲਥ ਵੀ ਗੁੱਡ ਹੋਣੀ, ਗੁੱਡ weight ਮੈਨੇਜਮੈਂਟ ਲਈ ਜ਼ਰੂਰੀ ਹੈਗਾ। ਸੋ ਉਹਦੇ ਲਈ ਆਪਣਾ ਸਲੀਪਿੰਗ ਪੈਟਰਨ ਵੀ ਫੋਲੋ ਕਰਨਾ ਬਹੁਤ ਜ਼ਰੂਰੀ ਆ ਕਿ ਸਾਨੂੰ 7-8 ਘੰਟਿਆਂ ਦੀ ਸਲੀਪ ਚਾਹੀਦੀ ਆ। ਅਸੀਂ ਇਹ ਵੀ ਦੇਖੀਏ ਕਿ ਅਸੀਂ ਐਵਰੀ ਡੇ ਆਪਣੀ ਜਿਹੜੀ ਆ 7-8 ਘੰਟੇ ਦੀ ਨੀਂਦ ਜ਼ਰੂਰ ਪੂਰੀ ਕਰੀਏ। ਸੋ ਇਹ ਚੀਜ਼ਾਂ ਛੋਟੀਆਂ ਹੈਗੀਆਂ, ਬਟ ਇਹ ਤੁਹਾਡੇ ਡਾਇਰੈਕਟਲੀ ਔਰ ਇਨਡਾਇਰੈਕਟਲੀ ਤੁਹਾਡੀ ਪੂਰੀ ਓਵਰਆਲ ਹੈਲਥ ਨੂੰ ਕਾਫੀ ਫਰਕ ਪਾਉਂਦੀਆਂ ਹੈਗੀਆਂ ਆ। ਕਹਿਣ ਦਾ ਮਤਲਬ ਇੱਕ ਫੈਕਟਰ ਨਹੀਂ ਹੈਗਾ ਕਿ ਜਦੋਂ ਤੁਸੀਂ ਇੱਕ ਫੈਕਟਰ ਤੇ ਫੋਕਸ ਕਰ ਲਓ ਤੇ ਤੁਸੀਂ ਆਈਡਲ weight ਦੇ ਵਿੱਚ ਆ ਜਾਓਗੇ ਜਾਂ ਤੁਸੀਂ ਹੈਲਥੀ ਜਿਹੜੇ ਆਪਣੀ ਸਿਹਤ ਨੂੰ ਹੈਲਥੀ ਕਰ ਲਓਗੇ। ਮਤਲਬ ਇਹਦੇ ਵਿੱਚ ਕਾਫੀ ਜ਼ਿਆਦਾ ਫੈਕਟਰਸ ਆ ਜਿਨ੍ਹਾਂ ਨੂੰ ਅਸੀਂ ਜੇ ਧਿਆਨ ਦੇ ਵਿੱਚ ਰੱਖਾਂਗੇ
ਤੇ ਦੈਨ ਅਸੀਂ ਆਪਣੀ ਸਿਹਤ ਨੂੰ ਵਧੀਆ ਰੱਖ ਸਕਾਂਗੇ। ਬਿਲਕੁਲ, ਤੁਸੀਂ ਕਿੱਦਾਂ ਦਾ ਖਾਂਦੇ ਆ, ਕਿੱਦਾਂ ਦਾ ਪੀਂਦੇ ਹੈਗੇ ਆ, ਕਿੱਦਾਂ ਦਾ ਸੋਚਦੇ ਹੈਗੇ ਆ, ਕਿੱਦਾਂ ਦਾ ਸੁਣਦੇ ਆ, ਕਿੱਦਾਂ ਦਾ ਦੇਖਦੇ ਆ, ਐਵਰੀਥਿੰਗ ਕਾਊਂਟਸ। ਸੋ ਇਹ ਚੀਜ਼ਾਂ ਬਹੁਤ ਜ਼ਰੂਰੀ ਹੈਗੀਆਂ ਆ ਕਿ ਅਸੀਂ ਹਰੇਕ ਚੀਜ਼ ਤੇ ਪੇ ਅਟੈਂਸ਼ਨ ਕਰੀਏ। ਇਦਾਂ ਨਹੀਂ ਕਿ ਆਪਣੇ ਆਪ ਜੋ ਕੁਝ ਹੋ ਰਿਹਾ ਉਹਨੂੰ ਹੋਣ ਦਈਏ। ਸੋ ਸਾਨੂੰ ਥੋੜਾ ਆਪਣੇ ਆਪ ਨੂੰ ਉਸ ਚੀਜ਼ ਲਈ ਅਵੇਅਰ ਰੱਖਦੇ ਹੋਏ, ਪੇ ਅਟੈਂਸ਼ਨ ਕਰਦੇ ਹੋਏ ਕੁਝ ਡਿਸੀਜਨ ਬਣਾਉਣੇ ਪੈਂਦੇ ਆ। ਸੋ ਇਦਾਂ ਨਹੀਂ ਕਿ ਜਿਹੜੀ ਹਵਾ ਚੱਲਦੀ ਆ ਉਹਦੇ ਨਾਲ ਹੀ ਆਪਾਂ ਚੱਲੀ ਜਾਈਏ। ਸੋ ਸਾਨੂੰ ਅਵੇਅਰ ਹੋਣ ਦੀ ਜ਼ਰੂਰਤ ਹੈਗੀ ਹੈ, ਚਾਹੇ ਸਾਡੇ ਬੱਚਿਆਂ ਦੀ ਹੈਲਥ ਆ, ਚਾਹੇ ਸਾਡੀ ਆਪਣੀ ਹੈਲਥ ਆ, ਚਾਹੇ ਕਿਸੇ ਫੈਮਿਲੀ ਮੈਂਬਰ ਦੀ, ਫਰੈਂਡ ਦੀ ਆ। ਸੋ ਗੱਲ ਜ਼ਰੂਰ ਕਰੋ। ਮੀਨਸ ਆਪਣੇ ਆਪ ਲਈ ਟਾਈਮ ਸਾਨੂੰ ਜ਼ਰੂਰ ਕੱਢਣ ਦੀ ਲੋੜ ਆ, ਬਿਕਾਜ਼ ਹੈਲਥ ਹੀ ਸਾਡੀ ਵੈਲਥ, ਰੀਅਲ ਵੈਲਥ ਹੈਗੀ ਆ। ਸੋ ਜੇ ਅਸੀਂ ਆਪਣੇ ਆਪ ਲਈ ਟਾਈਮ ਨਹੀਂ ਕੱਢਦੇ, ਆਪਣੀਆਂ ਆਦਤਾਂ ਨੂੰ ਨਹੀਂ ਵਾਚ ਕਰਦੇ, ਆਪਣੀ ਸਿਹਤ ਨੂੰ ਨਹੀਂ ਦੇਖ ਰਿਹਾ ਕਿ ਮੇਰਾ ਸਰੀਰ ਮੈਨੂੰ ਕੀ ਕਹਿ ਰਿਹਾ, ਮਤਲਬ ਤੁਹਾਡਾ ਸਰੀਰ ਖੁਦ ਤੁਹਾਨੂੰ ਦੱਸੀ ਜਾਂਦਾ। ਜਦੋਂ ਵੀ ਤੁਹਾਨੂੰ ਕੋਈ ਨਾ ਕੋਈ ਮਤਲਬ ਪਹਿਲਾਂ ਛੋਟੀ ਸਮੱਸਿਆ ਸ਼ੁਰੂ ਹੁੰਦੀ, ਕਈ ਵਾਰ ਥੋੜ੍ਹੀਆਂ ਬਹੁਤੇ ਜੁਆਇੰਟਸ ਦੀ ਪ੍ਰੋਬਲਮ ਸ਼ੁਰੂ ਹੋ ਗਈ ਜਾਂ ਥੋੜ੍ਹਾ ਬਹੁਤਾ ਓਵਰਵੇਟ ਹੋਣੇ ਆ, ਮਤਲਬ ਬਾਡੀ ਤੁਹਾਡੀ ਸਿਗਨਲ ਦੇਣੇ ਤੁਹਾਨੂੰ ਸ਼ੁਰੂ ਕਰ ਦਿੰਦੀ ਸ਼ੁਰੂ ਦੇ ਵਿੱਚ। ਉਸ ਸਿਗਨਲ ਨੂੰ ਪਹਿਚਾਣੋ, ਜ਼ਰੂਰ ਸੁਣੋ ਆਪਣੀ ਬਾਡੀ ਨੂੰ। ਜੇ ਰੈਸਟ ਦੀ ਲੋੜ ਆ ਰੈਸਟ ਕਰੋ, ਜੇ ਡੀਹਾਈਡਰੇਟਡ ਆ ਪਾਣੀ ਪੀਓ, ਜੇ ਤੁਹਾਨੂੰ ਲੱਗਦਾ ਕਿ ਨਹੀਂ ਮੇਰੀ ਬਾਡੀ ਨੂੰ ਸਟਿਫ ਹੋਈ ਆ, ਐਕਟੀਵਿਟੀ ਦੀ ਲੋੜ ਹੈਗੀ ਆ, ਸੋ ਉਹ ਵਾਕ ਕਰਨੀ ਸ਼ੁਰੂ ਕਰੋ। ਜੇ ਤੁਹਾਨੂੰ ਲੱਗਦਾ ਵੀ ਹਾਂ ਹੁਣ ਥੋੜਾ ਮੈਂ ਡਾਈਟ ਨੂੰ ਕੰਟਰੋਲ, ਥੋੜਾ ਹਲਕਾ ਫੂਡ ਖਾਣਾ ਸ਼ੁਰੂ ਕਰਾਂ, ਮਤਲਬ ਸੁਣੋ ਜਿਹੜੀ ਬਾਡੀ ਤੁਹਾਨੂੰ ਸਿਗਨਲ ਦਿੰਦੀ ਆ ਤੇ ਆਪਣੇ ਆਪ ਲਈ ਟਾਈਮ ਕੱਢ ਕੇ ਜ਼ਰੂਰ ਇਹਨੂੰ ਮਤਲਬ ਆਪਣੇ ਸਰੀਰ ਨੂੰ ਵਧੀਆ ਰੱਖੋ। ਬਿਲਕੁਲ, ਇੱਕ ਡਾਈਟ ਦੇ ਵਿੱਚ ਜਿੰਨਾ ਆਪਾਂ ਪ੍ਰੋਸੈਸਡ ਫੂਡ ਔਰ ਕੈਨਡ ਫੂਡ ਜਿੰਨਾ ਆਪਾਂ ਘਟਾ ਸਕਦੇ ਹੋਈਏ, ਉਹਨੂੰ ਆਪਾਂ ਉਨਾ ਜ਼ਿਆਦਾ ਜਿੰਨਾ ਘੱਟ ਖਾਈਏ ਵਧੀਆ ਹੈਗਾ। ਕਿਉਂਕਿ ਦੇਖੋ ਜੇ ਆਪਾਂ ਜੂਸ ਦੀ ਵੀ ਗੱਲ ਕਰੀਏ, ਜਿੱਦਾਂ ਹੁਣ ਕਈ ਆ ਕਿ ਮੈਨੂੰ ਪਾਣੀ ਨਹੀਂ ਚੰਗਾ ਲੱਗਦਾ ਬਟ ਮੈਂ ਜੂਸ ਪੀਂਦੀ, ਸੋ ਉਹ ਚੀਜ਼ਾਂ ਵੀ ਜੋ ਆਪਾਂ ਜੇ ਘਰ ਫਰੈਸ਼ ਜੂਸ ਕੱਢਦੇ ਕਿੰਨੇ ਕੁ ਦਿਨ ਉਹ ਆਪਾਂ ਉਹਨੂੰ ਰੱਖ ਸਕਦੇ ਹਾਂ, ਪਰ ਜਦੋਂ ਆਪਾਂ ਬਾਕਸ ਦੇ ਵਿੱਚ ਡੱਬੇ ਚੱਕ ਲਿਆਉਂਦੇ ਸੇਲ ਤੋਂ, ਪਤਾ ਨਹੀਂ ਕਿੰਨੇ ਟਾਈਮ ਦੇ ਉਹ ਹੈਗੇ ਆ, ਰਾਈਟ। ਸੋ ਉਹ ਚੀਜ਼ਾਂ ਮਤਲਬ ਥੋੜੇ ਸਾਨੂੰ ਅਵੇਅਰ ਹੋਣ ਦੀ ਜ਼ਰੂਰਤ ਹੈ। ਜਿੱਥੇ ਪਾਣੀ ਦੀ ਲੋੜ ਹੈ ਉੱਥੇ ਪਾਣੀ ਹੀ ਪੀਏ। ਸੋ ਉਹ ਆਪਣੇ ਆਪ ਨੂੰ ਹਾਈਡਰੇਟ ਰੱਖੀਏ। ਹੁਣ ਸਾਡੀ ਆਪਣੀ ਕਮਿਊਨਿਟੀ ਦੀ ਬਹੁਤ ਵੱਡੀ ਆਦਤ ਆ ਕਿ ਚਾਹ ਪੀਣੀ ਆ। ਸਵੇਰ ਦੀ ਚਾਹ ਹੋ ਗਈ, 10 ਵਜੇ ਦੀ ਚਾਹ ਹੋ ਗਈ, ਦੁਪਹਿਰ ਦੀ 2 ਵਜੇ ਦੀ ਚਾਹ ਹੋ ਗਈ, ਸ਼ਾਮ ਦੀ 4 ਵਜੇ ਦੀ ਚਾਹ ਹੋ ਗਈ। ਤੁਸੀਂ ਦੇਖ ਲਓ ਜੇ ਇੱਕ ਦਿਨ 'ਚ 4-5 ਵਾਰ ਤੁਸੀਂ ਚਾਹ ਪੀਤੀ ਆ, 4-5 ਜੇ ਤੁਸੀਂ ਚਮਚੇ ਦੇ ਵਿੱਚ ਖੰਡ ਦੇ ਪਾ ਲਿਆ, ਤਾਂ ਤੁਸੀਂ ਮਤਲਬ ਮਹੀਨੇ ਦਾ 1-1.5 ਕਿਲੋ ਸ਼ੂਗਰ ਹੀ ਵੈਸੇ ਆਪਣੀ ਬੋਡੀ ਦੇ ਵਿੱਚ ਅਨਨੈਸੈਸਰੀਲੀ ਪਾਈ ਜਾਂਦੇ ਆ। ਸੋ ਉਹ ਚੀਜ਼ਾਂ ਵੀ ਅਸੀਂ ਛੋਟੀਆਂ ਨੂੰ ਜ਼ਰੂਰ ਦਿਮਾਗ 'ਚ ਰੱਖੀਏ। ਜੇ ਅਸੀਂ ਉਹਦੀ ਜਗ੍ਹਾ ਗ੍ਰੀਨ ਟੀ ਪੀ ਲਈਏ, ਕੈਮੋਮਾਈਲ ਟੀ ਪੀ ਲਈਏ, ਸੋ ਉਹ ਛੋਟੀ ਸਵਿਚ ਕਰਕੇ ਅਸੀਂ ਆਪਣੇ ਆਪ ਨੂੰ ਬਹੁਤ ਵੱਡਾ ਬੈਨੀਫਿਟ ਦੇ ਸਕਦੇ ਹਾਂ। ਕਿਉਂਕਿ ਕਈ ਵਾਰ ਅਸੀਂ ਉਸ ਚੀਜ਼ ਲਈ ਇੰਨਾ ਯੂਜ਼ਡ ਹੋ ਚੁੱਕੇ ਆ, ਇੰਨੇ ਕਸਟਮ ਹੋ ਚੁੱਕੇ ਆ, ਅਸੀਂ ਉਹਨੂੰ ਸਵਿਚ ਕਰਨ ਬਾਰੇ ਨਹੀਂ ਸੋਚਦੇ ਹੈਗੇ। ਬਿਲਕੁਲ ਸੰਦੀਪ ਜੀ, ਆਪਾਂ ਕਾਊਂਟ ਹੀ ਨਹੀਂ ਰੱਖ ਰਹੇ। ਜਿਸ ਤਰੀਕੇ ਨਾਲ ਸ਼ੁਰੂ ਦੇ ਵਿੱਚ ਹੀ ਤੁਸੀਂ ਕਿਹਾ ਕਿ ਆਪਾਂ ਦੇਖੀਏ, ਆਪਾਂ ਕਾਊਂਟ ਕਰੀਏ, ਇੱਕ ਡੇਅਰੀ ਲਾਈਏ ਜਾਂ ਪੇਪਰ ਤੇ ਲਿਖੀਏ, ਵਾਚ ਕਰੀਏ ਕਿ ਅਸੀਂ ਕੀ ਖਾਧਾ, ਕਿੰਨਾ ਖਾਧਾ। ਮਤਲਬ ਜੇ ਅਸੀਂ ਉਹ ਕਾਊਂਟ ਕਰਨਾ ਸ਼ੁਰੂ ਕਰ ਦਈਏ, ਆਮ ਸ਼ੋਰ ਕਿ ਅਸੀਂ ਕੱਟ ਡਾਊਨ ਜ਼ਰੂਰ ਕਰਾਂਗੇ। ਪਰ ਜੇ ਸਾਨੂੰ ਪਤਾ ਹੀ ਨਹੀਂ ਅਸੀਂ ਲੈ ਕੀ ਰਹੇ ਆ, ਟਰੈਕ ਕਰਾਂਗੇ ਤਾਂ ਹੀ ਅਸੀਂ ਟਰੈਕ ਨਹੀਂ ਕਰਨਾ, ਵਧੀਆ ਡਿਸੀਜਨ ਬਣਾ ਸਕਦੇ ਹਾਂ। ਜੇ ਬਿਨਾਂ ਟਰੈਕ ਜੇ ਕਹਿੰਦੇ ਕਿ ਮੈਨੂੰ ਸਭ ਕੁਝ ਪਤਾ, ਮੈਂ ਅੱਜ ਆ ਨਹੀਂ ਖਾਣਾ ਜਾਂ ਮੈਂ ਆ ਖਾਣਾ, ਆਪਣੇ ਆਪ ਨੂੰ ਪੂਰੇ ਦਿਨ 'ਚ ਤੁਹਾਡੇ ਕੋਲ ਹੋਰ ਇੰਨੀਆਂ ਚੀਜ਼ਾਂ ਹੈਗੀਆਂ ਆ। ਐਜ਼ ਅ ਮਦਰ ਜੇ ਮੈਂ ਆਪਣੇ ਬਾਰੇ ਸੋਚਿਆ, ਦੇयर ਆਰ ਸੋ ਮੈਨੀ ਹੈਟਸ ਆਈ ਐਮ ਵੇਅਰਿੰਗ ਐਵਰੀ ਡੇ, ਸੋ ਮੈਂ ਉਹਦੇ ਵਿੱਚ ਹੀ ਆਪਣੇ ਆਪ ਨੂੰ ਇਗਨੋਰ ਕਰ ਜਾਣਾ ਕਿਤੇ ਨਾ ਕਿਤੇ। ਪਰ ਜੇ ਉਹ ਮੇਰੇ ਤੋਂ ਰਿਟਨ ਡਾਊਨ ਮੇਰੇ ਸਾਹਮਣੇ ਹੋਊਗਾ, ਤੁਸੀਂ ਫ੍ਰਿਜ ਤੇ ਲਿਖ ਕੇ ਲਾ ਲਓ ਪੇਪਰ ਜੋ ਤੁਸੀਂ ਖਾਧਾ, ਸੋ ਉੱਤੇ ਤੁਸੀਂ ਨਾਲ ਦੀ ਨਾਲ ਲਿਖੀ ਜਾਓ, ਤਾਂ ਤੁਹਾਨੂੰ ਪਤਾ ਲੱਗ ਜਾਊਗਾ ਕਿ ਤੁਸੀਂ ਕੀ ਕੀਤਾ ਅੱਜ ਦੇ ਦਿਨ 'ਚ। ਤੁਹਾਡੀ ਡਾਈਟ ਡਾਇਰੀ ਤੁਹਾਨੂੰ ਬਹੁਤ ਹੈਲਪ ਕਰ ਸਕਦੀ ਹੈ, ਕੀ ਮਿਸਿੰਗ ਆ, ਕਿੰਨਾ ਖਾਦਾ, ਐਂਡ ਫਿਰ ਤੁਸੀਂ ਇਹ ਕੰਪਲੇਨ ਨਹੀਂ ਕਰੋਗੇ ਮੈਂ ਕੁਝ ਵੀ ਨਹੀਂ ਖਾ ਰਿਹਾ ਪਰ ਮੇਰਾ ਭਾਰ ਵੱਧ ਰਿਹਾ। ਬਿਲਕੁਲ। ਸੋ ਮੋਸਟ ਆਫ ਦਾ ਟਾਈਮ ਲੋਕੀ ਇਹ ਕਹਿੰਦੇ ਮੈਂ ਖਾਂਦਾ ਕੁਝ ਨਹੀਂ, ਮੇਰਾ ਭਾਰ ਵਧੀ ਜਾਂਦਾ। ਸੋ ਉਹ ਜਿਹੜੀ ਇਹ ਟਰੈਕਿੰਗ ਨਹੀਂ ਹੋ ਰਹੀ ਹੈਗੀ, ਦੈਟਸ ਵਾਈ ਦੇ ਆਰ ਸੇਇੰਗ ਕਿ ਮੈਂ ਖਾਂਦਾ ਕੁਝ ਨਹੀਂ, ਮੇਰਾ ਭਾਰ ਵੱਧ ਰਿਹਾ ਜੀ। ਬਿਲਕੁਲ। ਸੋ ਹੁਣ ਆਪਣਾ ਜਿਹੜਾ ਪ੍ਰੋਗਰਾਮ ਦਾ ਸਮਾਂ ਆ ਉਹ ਸਮਾਪਤੀ ਵੱਲ ਨੂੰ ਜਾ ਰਿਹਾ। ਐਟ ਦੀ ਐਂਡ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਇਸ ਟਾਈਮ ਦੇ ਦੌਰਾਨ ਆਪਣੇ ਆਪ ਨੂੰ ਸੇਫ ਰੱਖੋ, ਆਪਣੇ ਘਰਾਂ ਦੇ ਵਿੱਚ ਰਹੋ, ਤੇ ਆਪਣੇ ਹੁਣ ਸਾਰਿਆਂ ਦੇ ਕੋਲ ਬਹੁਤ ਸਾਰਾ ਟਾਈਮ ਹੈਗਾ ਕਿ ਅਸੀਂ ਆਪਣੇ ਆਪ ਨੂੰ ਟਾਈਮ ਦੇ ਸਕੀਏ। ਸੋ ਇਸ ਟਾਈਮ ਨੂੰ ਵੇਸਟ ਨਾ ਕਰੋ, ਆਪਣੇ ਆਪ ਨੂੰ ਟਾਈਮ ਦਿਓ, ਆਪਣੀ ਸਿਹਤ ਵੱਲ ਧਿਆਨ ਦਿਓ। ਤੇ ਸੰਦੀਪ ਜੀ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ? ਹਾਂ ਬਿਲਕੁਲ, ਜੋ ਤੁਸੀਂ ਕਿਹਾ ਸੇਮ ਡਿਟੋ, ਤੇ ਉਹਦੇ ਵਿੱਚ ਤੁਸੀਂ ਆਪਣੀ ਹੈਲਥ ਨੂੰ
ਨੰਬਰ ਥਿੰਗ ਚੀਜ਼ ਜਿਹੜੀ ਇੱਕ ਇਨਸਾਨ ਨੂੰ ਚਾਹੀਦੀ ਆ ਉਹ ਤੰਦਰੁਸਤੀ ਹੈਗੀ ਆ, ਔਰ ਤੰਦਰੁਸਤੀ ਤੁਹਾਡੇ ਆਪਣੇ ਹੱਥ ਵਿੱਚ ਹੈਗੀ ਆ। ਇਹਦੇ ਲਈ ਤਾਂ ਤੁਸੀਂ ਕਿਸੇ ਤੇ ਡਿਪੈਂਡੈਂਟ ਨਹੀਂ ਹੈਗੇ। ਸੋ ਆਪਣੀ ਤੰਦਰੁਸਤੀ ਲਈ ਤੁਸੀਂ ਖੁਦ ਐਫਰਟਸ ਪਾਓ, ਤੇ देयर इज नो ਮੈਜਿਕ ਪਿਲਸ ਕਿ ਜਿਹੜਾ ਤੁਹਾਨੂੰ ਗੁੱਡ ਹੈਲਥ ਦੇ ਸਕਦੀਆਂ। ਇਹ ਸਾਡੀ ਐਵਰੀਡੇ ਲਾਈਫਸਟਾਈਲ ਆ ਜਿਹੜੀ ਤੁਹਾਨੂੰ ਗੁੱਡ ਹੈਲਥ ਦੇ ਸਕਦੀ ਹੈਗੀ ਆ। ਸੋ ਆਪਣਾ ਇੱਕ ਹੈਲਦੀ ਲਾਈਫਸਟਾਈਲ ਬਣਾਓ ਤੇ ਆਪਣੇ ਆਪ ਨੂੰ ਤੇ ਆਪਣੀ ਫੈਮਿਲੀ ਨੂੰ ਇੱਕ ਗੁੱਡ ਹੈਲਥ ਦਿਓ। ਸੋ ਸਾਡੀਆਂ ਆਦਤਾਂ ਜਿਹੜੀਆਂ ਸਾਡੀਆਂ ਹੈਬਿਟਸ ਆ ਇਹੀ ਸਾਨੂੰ ਚੰਗੀ ਸਿਹਤ ਦੇ ਸਕਦੀਆਂ। ਸੋ ਅਸੀਂ ਹੁਣ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਤੇ ਨੈਕਸਟ ਵੀਰਵਾਰ ਨੂੰ ਇਸੇ ਚੈਨਲ ਤੇ ਇਸੇ ਟਾਈਮ ਤੁਹਾਨੂੰ ਦੁਬਾਰਾ ਮਿਲਦੇ ਹਾਂ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।